ਅੱਜ ਦੀ ਕੰਪਲੀਟ ਕਲਾਸ ਹੋਏਗੀ ਰਾਈਟਿੰਗ ਟਾਸਕ 2। ਸਭ ਤੋਂ ਪਹਿਲਾਂ ਸੀ ਤੁਹਾਨੂੰ ਜੇ ਕੋਈ ਨਵਾਂ ਬੱਚਾ ਵੀ ਹੈ ਨਾ, ਬਿਲਕੁਲ ਫਰੈਸ਼ਰ ਹੈ ਜਾਂ ਮੇਰੇ ਕੋਲ ਕੋਈ ਹਫਤਾ ਹੋ ਗਿਆ ਜਾਂ ਕਿਸੇ ਬੱਚੇ ਨੂੰ 2 ਮੰਥ ਵੀ ਹੋ ਗਏ, ਰੀਅਲੀ ਡਜ਼ਨਟ ਮੈਟਰ, ਕੋਈ ਕੇਅਰ ਨਹੀਂ, ਕੋਈ ਚੱਕਰ ਨਹੀਂ ਹੈਗਾ। ਹਰ ਇੱਕ ਚੀਜ਼ ਤੁਹਾਨੂੰ ਮੈਂ ਪ੍ਰੋਪਰ ਵੇ ਦੇ ਵਿੱਚ ਕਲੀਅਰ ਕਰਵਾਉਂਗਾ ਤੇ ਡੈਫੀਨਿਟਲੀ ਤੁਹਾਨੂੰ ਫੀਲ ਹੋਏਗਾ ਕਿ ਦਿਸ ਇਜ਼ ਕਾਲਡ ਦਾ ਬੈਸਟ ਕਲਾਸ, ਕਿ ਆਪਣੇ ਡਾਊਟ ਜਿੰਨੇ ਤੁਹਾਨੂੰ ਡਾਊਟਸ ਨੇਗੇ ਉਹ ਹਰੇਕ ਚੀਜ਼ ਰਾਈਟਿੰਗ ਨਾਲ ਜੁੜੀ ਹੋਈ ਤੁਹਾਨੂੰ ਅੱਜ ਦੀ ਕਲਾਸ 'ਚ ਸਟਰਕਚਰ ਕਿਵੇਂ ਲਿਖਣਾ, ਬੈਂਡ ਕਿਵੇਂ ਲੈ ਕੇ ਆਉਣੇ ਆ, ਤੁਹਾਡੀਆਂ ਗਲਤੀਆਂ ਕਿਹੜੀਆਂ ਹੁੰਦੀਆਂ ਨੇ ਜਿਹਦੇ ਨਾਲ ਤੁਹਾਡਾ ਸਕੋਰ ਹੈ ਜਿਹੜਾ ਉਹ ਅਪ ਨਹੀਂ ਹੁੰਦਾ, ਕਿੰਨੀ ਕੁ ਗ੍ਰਾਮਰ ਸਿੱਖਣੀ ਚਾਹੀਦੀ ਆ, ਕਿੰਨੀ ਕੁ ਵੋਕੈਬ ਸਿੱਖਣੀ ਚਾਹੀਦੀ ਆ, ਹਰ ਇੱਕ ਚੀਜ਼ ਦਾ ਮੈਂ ਤੁਹਾਨੂੰ ਪ੍ਰੋਪਰਲੀ ਸਮਝਾਉਂਗਾ। ਤੇ ਸ਼ੁਰੂ ਕਰਦੇ ਹਾਂ ਅੱਜ ਦੀ ਰਾਈਟਿੰਗ ਦੀ ਕਲਾਸ। ਤੇ ਸਭ ਤੋਂ ਪਹਿਲਾਂ ਆਪਣਾ ਜਿਹੜਾ ਇੱਕ ਮੇਨ ਪੰਚ ਲਾਈਨ ਅਸੀਂ ਦਿੱਤੀ ਹੈਗੀ ਅੱਜ ਦੀ ਕਲਾਸ ਦੇ ਲਈ, that is called what is writing in IELTS। ਬਹੁਤ ਬੱਚਿਆਂ ਦੇ ਮਾਈਂਡ ਦੇ ਵਿੱਚ ਇੱਕ ਡਾਊਟ ਹੁੰਦਾ ਹੈ ਕਿ ਰਾਈਟਿੰਗ ਦੇ ਵਿੱਚ ਕੀ ਕੀ ਚੀਜ਼ਾਂ ਨੇਗੀਆਂ। ਜਦੋਂ ਆਪਾਂ ਰਾਈਟਿੰਗ ਦਾ ਪੋਰਸ਼ਨ ਖੋਲਦੇ ਆਂਗੇ ਤਾਂ ਆਪਣੇ ਕੋਲੇ 2 ਟਾਸਕ 1 ਬਣਦੇ ਆ। ਟਾਸਕ 1 ਇੱਕ ਇੱਧਰ ਬਣ ਗਿਆ, ਟਾਸਕ 1 ਇੱਕ ਇੱਧਰ ਬਣ ਗਿਆ। ਮਤਲਬ ਕੀ ਹੋ ਗਿਆ ਕਿ ਇੱਕ ਹੋ ਗਿਆ ਐਕੈਡੈਮਿਕ ਦਾ, ਇੱਕ ਹੋ ਗਿਆ ਜਨਰਲ ਦਾ। ਜਨਰਲ ਦਾ ਕਿੰਨਾ ਲਈ ਆ? ਜਿਹੜੇ ਬੱਚੇ ਪਰਮਾਨੈਂਟ ਰੈਜ਼ੀਡੈਂਸੀ ਪੀਆਰ ਅਪਲਾਈ ਕਰਨਗੇ ਉਹ ਜਨਰਲ ਕਰਨਗੇ, ਜਿਹੜੇ ਹਲੇ ਸਟੂਡੈਂਟ ਵੀਜ਼ਾ ਤੇ ਜਾਣਗੇ ਉਹ ਆਪਣਾ ਐਕੈਡੈਮਿਕ ਦਾ ਕਰਨਗੇ। ਬਾਕੀ ਜਿੱਦਾਂ ਤੁਸੀਂ ਨਾ ਇਦਾਂ ਨਾ ਸੋਚਿਓ ਕਿ ਐਕੈਡੈਮਿਕ ਵਾਲਾ ਜਦੋਂ ਪੜ ਰਿਹਾ ਬਾਅਦ ਚੋਂ ਜਦੋਂ ਤੁਸੀਂ ਫੋਰਨ ਪਹੁੰਚ ਵੀ ਜਾਂਦੇ ਹੋ ਫਿਰ ਵੀ ਜਨਰਲ ਟ੍ਰੇਨਿੰਗ ਦੀ ਲੋੜ ਪੈ ਜਾਂਦੀ ਹੈ। ਜੇ ਡੈਫੀਨਿਟਲੀ ਪਊਗੀ ਤੁਹਾਨੂੰ। ਹਾਂ, ਤਾਂ ਜੇ ਤੁਸੀਂ ਸਿੱਖ ਲਓਗੇ ਤਾਂ ਤੁਹਾਨੂੰ ਬੈਨੀਫਿਟ ਹੋਊਗਾ, ਇਸ ਲਈ ਇਹਨੂੰ ਯੂਜ਼ਲੈਸ ਨਾ ਸਮਝਿਓ ਪਲੀਜ਼। ਟਾਸਕ 2 ਦੋਨੇ ਐਕੈਡੈਮਿਕ ਤੇ ਜਰਨਲ ਦੋਨਾਂ ਦਾ ਸੇਮ ਹੁੰਦਾ ਹੈ। ਕੱਲਾ ਟਾਸਕ 1 ਹੈ ਜਿਹੜਾ ਉਹਦੇ ਚ ਤੁਹਾਨੂੰ ਫਰਕ ਮਿਲ ਜਾਏਗਾ, ਪਰ ਟਾਸਕ 2 ਦੋਨਾਂ ਦਾ ਸੇਮ ਹੁੰਦਾ, ਚਾਹੇ ਐਕੈਡੈਮਿਕ ਹੈ ਚਾਹੇ ਜਰਨਲ ਹੈ। ਤੇ ਸੈਕੰਡ ਥਿੰਗ ਜੇ ਮੈਂ ਗੱਲ ਕਰਦਾ, ਰਾਈਟਿੰਗ ਟਾਸਕ 1 ਹੈ ਜਿਹੜਾ, ਚਾਹੇ ਜਰਨਲ ਦਾ ਚਾਹੇ ਐਕੈਡੈਮਿਕ ਦਾ 1, ਇਹਦਾ ਸਕੋਰ ਹੈ 3 ਬੈਂਡ। ਇਹਦੇ ਸਕੋਰ ਬੈਂਡ ਹੁੰਦੇ ਆ 3 ਬੈਂਡ ਹੋਣਗੇ ਇਹਦੇ। ਜਿਹੜਾ ਰਾਈਟਿੰਗ ਟਾਸਕ 2 ਆ ਇਹਦੇ ਆਪਣੇ ਕੋਲੇ ਆ 6 ਬੈਂਡ, ਓਵਰਆਲ 9 ਬੈਂਡ। 3 plus 6 equal to 9 ਬੈਂਡ। ਠੀਕ ਆ। ਦੈਨ ਜਰਨਲ ਨੂੰ ਵੀ ਲਿਖਣ ਦੇ ਲਈ 20 ਮਿੰਟਸ ਮਿਲਦੇ ਆ, ਐਕੈਡੈਮਿਕ ਨੂੰ ਵੀ ਲਿਖਣ ਦੇ ਲਈ 20 ਮਿੰਟਸ ਮਿਲਦੇ ਆ। ਜਰਨਲ ਨੂੰ ਲਿਖਣ ਦੇ ਲਈ 150 ਵਰਡਸ ਮਿਲਦੇ ਆ, ਐਕੈਡੈਮਿਕ ਨੂੰ ਲਿਖਣ ਦੇ ਲਈ ਵੀ 150 ਵਰਡਸ ਮਿਲਦੇ ਆ। ਹੋਰ ਤਾਂ ਕੋਈ ਡਾਊਟ ਨਹੀਂ ਹੋਣਾ ਚਾਹੀਦਾ। ਇਸ ਤੋਂ ਅੱਗੇ ਜੇ ਮੈਂ ਗੱਲ ਕਰਾਂ, ਜਰਨਲ ਦੀਆਂ ਕੱਲੀਆਂ 3 ਟਾਈਪਸ ਨੇ, ਮਤਲਬ ਕਿ 3 ਟਾਈਪਸ ਦੇ ਵਿੱਚੋਂ ਰਾਈਟਿੰਗ ਟਾਸਕ 1 ਆਊਗਾ, ਫਾਰਮਲ, ਸੈਮੀ ਫਾਰਮਲ ਜਾਂ ਇਨਫਾਰਮਲ। ਪਰ ਇਹਨਾਂ ਤਿੰਨਾਂ ਤੋਂ ਬਿਨਾ ਤੁਹਾਨੂੰ ਪੇਪਰ ਨਹੀਂ ਆਊਗਾ ਕਿਤੋਂ। ਇਹ ਤਿੰਨੇ ਤੁਹਾਡੇ ਲਈ ਇੰਪੋਰਟੈਂਟ ਨੇ, ਪਰ ਫਾਰਮਲ ਹੈ, ਸੈਮੀ ਫਾਰਮਲ ਤੇ ਇਨਫਾਰਮਲ, 3 ਕਾਈਂਡ ਨੇ ਕੱਲੀਆਂ ਜਰਨਲ ਦੀਆਂ। ਤੇ ਜਿਹੜੇ ਹੈਗੇ ਐਕੈਡੈਮਿਕ ਦੇ ਸਟੂਡੈਂਟ, ਇਹਨਾਂ ਦੀਆਂ ਕਾਈਂਡਸ ਥੋੜੀਆਂ ਵੱਧ ਨੇ, ਇਹਨਾਂ ਦੀਆਂ ਨੇ 7। ਬਾਰ ਗ੍ਰਾਫ, ਲਾਈਨ ਗ੍ਰਾਫ, ਪਾਈ ਚਾਰਟ, ਟੇਬਲ, ਪ੍ਰੋਸੈਸ, ਫਲੋ ਤੇ ਨੀਚੇ ਇੱਕ ਮਿੰਟ ਜਸਟ ਵੇਟ, ਇੱਕ ਉਹਦਾ ਮੈਪ ਨਾ, ਵਿੱਚ ਮੈਪ ਨਹੀਂ ਲਿਖਿਆ ਨਾ, ਅੱਛਾ ਇੱਥੇ ਠੀਕ ਹੈ, ਮੈਪ ਤੇ ਡਾਇਗਰਾਮ। ਆਪਣੇ ਕੋਲੇ ਐਕੈਡੈਮਿਕ ਦੇ ਲਈ ਹੈਗੀਆਂ ਨੇਗੀਆਂ ਬੱਚੇ 7, 1 2 3 4 5 6 7। ਜਰਨਲ ਦੇ ਲਈ ਆਪਣੇ ਕੋਲ ਜਸਟ ਹੈਗੀਆਂ ਨੇ 3। ਬਹੁਤ ਬੱਚਿਆਂ ਨੂੰ ਲੱਗਦਾ ਹੋਣਾ ਕਿ ਸਰ ਜਰਨਲ ਨੂੰ ਤਾਂ ਕਿੰਨੀ ਮੌਜ ਹੈ, ਕੱਲੀਆਂ 3 ਟਾਈਪਸ ਨੇਗੀਆਂ ਹਨਾ। ਤੇ ਬੇਨਤੀ ਇੱਕ ਹੈ, ਐਕੈਡੈਮਿਕ ਮੇਰੀ ਗੱਲ ਨੂੰ ਗੌਰ ਨਾਲ ਸੁਣ ਲਿਓ, ਤੁਹਾਨੂੰ ਬਹੁਤ ਵੈਲਿਊਏਬਲ ਟਾਕ ਹੋਗੀ। ਤੁਹਾਡੇ ਚੋਂ ਕੋਈ ਵੀ ਬੱਚਾ ਇਹਨਾਂ ਚੋਂ ਕੋਈ ਵੀ ਇੱਕ ਗ੍ਰਾਫ ਸਿੱਖ ਲੇ ਬਹੁਤ ਅੱਛੇ ਤਰੀਕੇ ਨਾਲ, ਇੱਕ ਗ੍ਰਾਫ, ਕੱਲਾ ਇੱਕ, ਸਾਰੇ ਦੇ ਸਾਰੇ ਗ੍ਰਾਫ ਜਿੰਨੇ ਵੀ ਨੇ ਸਾਰਿਆਂ ਦਾ ਸੇਮ ਪੈਟਰਨ ਹੈਗਾ, ਜਿੰਨੇ ਵੀ ਨੇ ਸਾਰਿਆਂ ਦਾ ਸੇਮ ਪੈਟਰਨ ਹੈਗਾ, ਕਿਉਂਕਿ ਕੰਪੈਰੀਜ਼ਨ ਹੁੰਦਾ ਹੈ। ਬਸ ਇਹ ਹੈ ਕਿ ਬਾਰ ਗ੍ਰਾਫ ਦਾ ਕੰਪੈਰੀਜ਼ਨ ਕਰਨ ਦਾ ਤਰੀਕਾ ਹੋਰ ਹੈ, ਲਾਈਨ ਦਾ ਹੋਰ ਹੈ, ਪਾਏ ਦਾ ਹੋਰ, ਟੇਬਲ ਦਾ ਹੋਰ, ਲਗਭਗ ਸਾਰਿਆਂ ਦਾ ਆਪੋ ਆਪਣਾ ਤਰੀਕਾ। ਪਰ ਜੇ ਤੁਸੀਂ ਕੱਲਾ ਇੱਕ ਸਿੱਖ ਗਏ, ਬੈਸਟ ਦਾ ਵੀ ਦੀ ਬੈਸਟ ਜਾਊਗਾ। ਇਸ ਤੋਂ ਬਾਅਦ ਆ ਜਾਓ ਰਾਈਟਿੰਗ ਟਾਸਕ 2, ਜਿਹਦੇ ਆ 6 ਬੈਂਡ। ਇਹਦੀਆਂ 250 ਵਰਡ ਇਹਦੀ ਲਿਮਿਟ ਹੈ। ਤੇ ਇੱਕ ਗੱਲ ਦੇਖਿਓ, ਤਨੇ ਇਹ ਦੇਖਿਆ ਹੋਊਗਾ ਅਸੀਂ ਇਧਰ ਮੈਂਸ਼ਨ ਕੀਤਾ ਕਿ ਇਹਨੂੰ ਲਿਖਣ ਦੇ ਲਈ 40 ਮਿੰਟ ਨੇ, ਇਹਨੂੰ ਲਿਖਣ ਦੇ ਲਈ 20 ਮਿੰਟ ਨੇ। ਐਵੇਂ ਨਹੀਂ ਹੈਗਾ ਕਿ ਰਾਈਟਿੰਗ ਟਾਸਕ 1 ਤੁਹਾਨੂੰ ਪੇਪਰ ਦੇ ਵਿੱਚ ਪਹਿਲਾਂ ਮਿਲੂਗਾ, ਰਾਈਟਿੰਗ ਟਾਸਕ 2 ਹੈ ਜਿਹੜਾ ਉਹ ਬਾਅਦ ਚੋਂ ਮਿਲੂਗਾ। ਨੈਵਰ ਐਵਰ, ਕਦੇ ਵੀ ਨਹੀਂ ਹੁੰਦਾ ਐਵੇਂ। ਉਹ ਤੁਹਾਨੂੰ ਰਾਈਟਿੰਗ ਟਾਸਕ 1 ਤੇ 2 ਦੋਨੇ ਇਕੱਠੇ ਦੇ ਦੇਣਗੇ।
ਤੁਹਾਡੀ ਕਮਾਂਡ ਜਿਹਦੇ ਤੇ ਜ਼ਿਆਦਾ ਹੈ ਤੁਸੀਂ ਉਹ ਛੇਤੀ ਲਿਖਦੇ ਹੋ। ਕੋਈ ਪਤਾ ਨਹੀਂ ਕਿ ਤੁਸੀਂ ਰਾਈਟਿੰਗ ਟਾਸਕ 1 ਹੈ ਜਿਹੜਾ ਉਹ 15 ਮਿੰਟ 'ਚ ਲਿਖ ਦੋ, ਰਾਈਟਿੰਗ ਟਾਸਕ 2 ਦੇ ਲਈ ਤੁਹਾਡੇ ਕੋਲ 45 ਮਿੰਟ ਬਚ ਜਾਣ। ਬਹੁਤ ਬੱਚੇ ਐਵੇਂ ਦੇ ਨੇ ਕਿ ਟਾਸਕ 1 ਹੈ ਜਿਹੜਾ ਉਹ 25 ਮਿੰਟ 'ਚ ਕਰਦੇ ਆ, ਤਾਂ ਫਿਰ ਇਹ ਵੀ ਡੈਫੀਨੇਟਲੀ ਵਧੀਆ ਨਾ ਕਿ ਉਹਨਾਂ ਦਾ ਟਾਸਕ 2 ਦਾ ਟਾਈਮ ਘਟ ਗਿਆ। ਪਰ ਜਿਹੜਾ ਆਮ ਤੌਰ ਤੇ ਟਾਈਮ ਦਿੱਤਾ ਜਾਂਦਾ ਹੈਗਾ ਉਹ ਟਾਸਕ 1 ਨੂੰ ਲਿਖਣ ਦੇ ਲਈ 20 ਮਿੰਟ ਬਹੁਤ ਹੁੰਦੇ ਆ, ਤੇ ਜਿਹੜਾ ਟਾਸਕ 2 ਹੈ ਉਹਨੂੰ ਲਿਖਣ ਦੇ ਲਈ 40 ਮਿੰਟ ਬਹੁਤ ਹੁੰਦੇ ਆ। ਇਹ ਜਿਹਦਾ ਟਾਈਮ ਨੂੰ ਇਸ ਤਰੀਕੇ ਨਾਲ ਐਡਜਸਟ ਕੀਤਾ ਜਾਂਦਾ ਕਿਉਂਕਿ ਵਰਡਸ ਦੀ ਲਿਮਿਟ ਤੱਕ, ਉਹਦੇ ਵਰਡ ਲਿਮਿਟ 150 ਹੈ, ਇਹਦੀ 250 ਆ, ਤਾਂ ਕਰਕੇ ਆਪਾਂ ਕੀ ਟਾਈਮ ਆਲਮੋਸਟ ਡਬਲ ਕੀਤਾ ਹੁੰਦਾ ਇਹਦੇ ਵਿੱਚ। ਚਲੋ ਰਾਈਟਿੰਗ ਟਾਸਕ 2 ਦੀਆਂ ਜਿਹੜੀਆਂ ਕਾਈਂਡਸ ਨੇਗੀਆਂ ਉਹ ਕੀ ਕੀ ਨੇ? ਡੂ ਯੂ ਅਗਰੀ ਔਰ ਡਿਸਐਗਰੀ? ਅਗਰੀ ਹਾਂ, ਡਿਸਐਗਰੀ ਨਾ। ਜਿਆਦਾ ਭਰਾਵਾ ਤੂੰ ਇੱਕ ਪਾਸੇ ਹੋ ਜਾ, ਤੇਰੀ ਅਗਰੀਮੈਂਟ ਹੈ, ਅਗਰੀਮੈਂਟ ਹੁੰਦਾ ਹੈ ਹਾਂ, ਡਿਸਐਗਰੀ ਨਾ। ਤੁਹਾਡੇ ਤੋਂ ਕੋਈ ਵੀ ਟੌਪਿਕ ਪੁੱਛਿਆ ਜਾਊਗਾ, ਫਿਰ ਤੁਹਾਡੇ ਤੋਂ ਇਹ ਵੀ ਪੁੱਛਿਆ ਜਾਊਗਾ ਤੁਸੀਂ ਇਹਦੇ ਨਾਲ ਹੈਗੇ ਹੋ ਜਾਂ ਇਹਦੇ ਖਿਲਾਫ ਹੋ। ਸਰ ਨਾਲ ਦੀ ਨਾਲ ਸਟੇਟਮੈਂਟ ਹੀ ਪੜਾ ਦਿਓ ਜੀ। ਕੋਈ ਨਾ ਕੋਈ ਨਹੀਂ ਦੱਸਦੀ। ਟੂ ਵਟ ਐਕਸਟੈਂਟ ਡੂ ਯੂ ਅਗਰੀ ਔਰ ਡਿਸਐਗਰੀ? ਬਸ ਫਰਕ ਇੱਕ ਧਿਆਨ ਨਾਲ ਸਮਝ ਲਿਓ, ਜੇ ਤਾਂ ਪੇਪਰ ਦੇ ਵਿੱਚ ਆ ਗਿਆ ਕੱਲੀ ਸਟੇਟਮੈਂਟ ਡੂ ਯੂ ਅਗਰੀ ਔਰ ਡਿਸਐਗਰੀ, ਤਾਂ ਐਗਜ਼ਾਮ ਦੇ ਵਿੱਚ ਕੀ ਕਰਨਾ ਹੈ, ਬੀਪੀ 1 ਤੇ ਬੀਪੀ 2 ਦੋ ਬੀਪੀ ਬਣਨਗੇ, ਜਾਂ ਦੋਨੇ ਅਗਰੀ ਦੇ ਜਾਂ ਦੋਨੇ ਡਿਸਐਗਰੀ ਦੇ। ਇਹ ਚ ਪਾਰਸ਼ਲ ਕੋਈ ਨਹੀਂ ਕਰ ਸਕਦਾ। ਜੇ ਅਗਰੀ ਔਰ ਡਿਸਐਗਰੀ ਹੈ ਨਾ, ਇਹ ਭਲੇਖਾ ਨਾ ਖਾ ਜਿਓ ਕਿ ਇੱਕ ਚ ਅਗਰੀ ਲਿਖਤਾ ਇੱਕ ਚ ਡਿਸਐਗਰੀ। ਔਰ ਦਾ ਮਤਲਬ ਜਾਂ ਹੁੰਦਾ ਹੈ ਜਾਂ ਇਹ ਦੋਗਲਾਪਨ ਨਹੀਂ ਹੈਗਾ ਇਹ ਚ। ਦੂਜੀ ਗੱਲ ਟੂ ਵਟ ਐਕਸਟੈਂਟ ਹੈ ਨਾ ਜਿਹੜਾ, ਇਹ ਚ 3 ਬੀਪੀ ਬਣਦੇ ਹੁੰਦੇ ਆ। 3 ਇਹ ਤੁਹਾਨੂੰ ਹੌਲੀ ਹੌਲੀ ਟਾਈਪ ਨਾਲ ਚਲੋ ਸਮਝਾਉਂਗਾ, ਮੈਂ ਸਮਝਾ ਦੂੰਗਾ ਕਿ 3 ਬੀਪੀ ਕਿਵੇਂ ਲਿਖਣਾ। ਇਹ ਚ ਬਣਦੇ ਆ 2 ਬੀਪੀ ਆਪਣੇ, ਠੀਕ ਆ। ਪ੍ਰੋਬਲਮ ਤੇ ਸੋਲੂਸ਼ਨ, ਅੱਜ ਤੋਂ 1 ਸਾਲ ਜਾਂ 2 ਸਾਲ ਪਹਿਲਾਂ ਇਹਦਾ ਜਿਹੜਾ ਟ੍ਰੈਂਡ ਸੀਗਾ ਲਿਖਣ ਦਾ ਉਹ ਡਿਫਰੈਂਟ ਸੀਗਾ ਕਿ ਉਹ ਇੱਕ ਬਾਡੀ ਪੈਰਾਗ੍ਰਾਫ ਦੇ ਵਿੱਚ ਇਕੱਲੀਆਂ ਪ੍ਰੋਬਲਮ ਲਿਖਦੇ ਸੀਗੇ, ਅਗਲੇ ਬਾਡੀ ਪੈਰਾਗ੍ਰਾਫ ਦੇ ਵਿੱਚ ਇਕੱਲੇ ਸੋਲੂਸ਼ਨ ਨੂੰ ਲਿਖਦੇ ਸੀਗੇ। ਪਰ ਅੱਜ ਦਾ ਜਿਹੜਾ ਨਵਾਂ ਟ੍ਰੈਂਡ ਹੈ, ਜਿਹੜਾ ਪੇਪਰ ਕਰੈਕ ਕਰਨ ਦਾ ਟ੍ਰੈਂਡ ਹੈ, ਜਿਹੜਾ ਤੁਹਾਡੇ ਬੈਂਡ ਨੂੰ ਬੂਸਟ ਕਰਨ ਦਾ ਟ੍ਰੈਂਡ ਹੈ, ਉਹ ਇਹ ਹੈ ਪੁੱਤ ਕਿ ਜਾਂ ਤਾਂ ਇੱਕ ਇਹ ਕੀ ਹੋਏਗਾ, ਬਾਡੀ 1 ਬਾਡੀ 2। ਬਾਡੀ 1 ਦੇ ਵਿੱਚ ਪ੍ਰੋਬਲਮ ਵੀ ਦੱਸੋ, ਬਾਡੀ 1 ਦੇ ਵਿੱਚ ਉਹਦਾ ਸੋਲੂਸ਼ਨ ਵੀ ਦੱਸੋ। ਐਂਡ ਦੇ ਵਿੱਚ ਉਹ ਤੁਹਾਨੂੰ ਸਮਝਾਵਾਂਗੇ ਕੱਲਾ ਕੱਲਾ ਕ੍ਰਾਈਟੇਰੀਆ, ਠੀਕ ਆ। ਬਾਡੀ 2 ਦੇ ਵਿੱਚ ਵੀ ਪ੍ਰੋਬਲਮ, ਬਾਡੀ 2 ਦੇ ਵਿੱਚ ਵੀ ਸੋਲੂਸ਼ਨ। ਮਤਲਬ ਕੀ ਹੋ ਗਿਆ ਕਿ ਇੱਕ ਪ੍ਰੋਬਲਮ ਇੱਕ ਸੋਲੂਸ਼ਨ ਸੇਮ ਪੈਰੇ 'ਚ, ਇੱਕ ਪ੍ਰੋਬਲਮ ਇੱਕ ਸੋਲੂਸ਼ਨ ਸੇਮ ਪੈਰੇ 'ਚ। ਹਾਂਜੀ, ਬਸ ਇਹਦੇ 'ਚ ਨਾ ਥੋੜਾ ਜਿਹਾ ਤੁਸੀਂ ਇਹ ਤੁਹਾਨੂੰ ਚੋਇਸ ਹੈਗੀ ਆ ਕਿ ਕਈ ਵਾਰੀ ਇਦਾਂ ਹੁੰਦਾ 2 ਬੀਪੀ ਲਿਖਣ ਤੋਂ ਬਾਅਦ ਸਾਨੂੰ ਇਹ ਲੱਗਦਾ ਵੀ ਵਰਡ ਲਿਮਿਟ ਘੱਟ ਆ, ਫਿਰ ਆਪਾਂ ਥਰਡ ਪ੍ਰੋਬਲਮ ਲਿਖ ਸਕਦੇ ਆ। ਠੀਕ ਹੈ, ਇਹਦੇ 'ਚ ਕੋਈ ਡਾਊਟ ਨਹੀਂ ਆ। ਟੂਲ ਤੇ ਆਪਦੀ ਕਮਾਂਡ ਬਣਾ ਕੇ ਰੱਖੋ, ਠੀਕ ਹੈ। ਉਹ ਤੁਹਾਨੂੰ ਉਸ ਕੇਸ 'ਚ ਕਹਿ ਰਹੇ ਆ ਜੇ ਵਰਡ ਲਿਮਿਟ ਤੁਹਾਨੂੰ ਲੱਗਦਾ ਘਟ ਰਹੀ ਆ ਤਾਂ 3 ਬੀਪੀ ਵੀ ਬਣਾ ਦਿਓ, ਕੋਈ ਪ੍ਰੋਬਲਮ ਨਹੀਂ। ਤੁਹਾਡੇ ਤੇ ਕੋਈ ਪ੍ਰੈਸ਼ਰ ਨਹੀਂ ਹੈਗਾ ਕਿ 2 ਬੀਪੀਜ਼ ਹੀ ਬਣਾਉਣੇ ਆ। ਸਮ ਟਾਈਮ ਜੇ ਆਪਾਂ ਨੂੰ ਲੱਗਦਾ ਕਿ ਰਮਨ ਸਰ 2 ਬੀਪੀ ਨਾਲ ਤਾਂ ਮੇਰੀ ਵਰਡ ਲਿਮਿਟ ਕੱਲੀ 180 ਵਰਡ ਬਣੇ ਨੇ, ਤੁਸੀਂ ਪਲੱਸ 1 ਬੀਪੀ ਹੋਰ ਕਰ ਦਿਓ, ਬਣਾ ਦਿਓ ਉਹਨੂੰ 250 ਦਾ, ਤੇ ਤੁਹਾਨੂੰ ਕੋਈ ਨਹੀਂ ਰੋਕਦਾ ਹੈਗਾ ਕਿ ਤੀਜਾ ਬੀਪੀ ਕਿਉਂ ਲਿਖੇਗਾ। ਗੱਲ ਖਤਮ। ਤੁਸੀਂ ਆਪਣੀ ਰਾਈਟਿੰਗ ਨੂੰ ਲਿਖਣ ਦੇ ਰਾਜੇ ਹੋ, ਆਪਦੀ ਮਰਜ਼ੀ ਨਾਲ ਲਿਖੋ ਜੋ ਦਿਲ ਕਰਦਾ ਹੈ। ਬੋਥ ਵਿਊ, ਦੋਨੇ ਵਿਊ, ਬਾਡੀ 1 ਚ ਵੀ ਇੱਕ ਵਿਊ ਦੀ ਗੱਲ, ਬਾਡੀ 2 ਚ ਵੀ ਦੂਜੇ ਵਿਊ ਦੀ ਗੱਲ। ਮਤਲਬ ਕਿ ਉੱਪਰ ਆਪਣੇ ਤੋਂ 2 ਕੁਐਸਚਨ ਪੁੱਛੇ ਜਾਣਗੇ। ਜਿਵੇਂ ਕਈ ਲੋਕ ਸੋਚਦੇ ਆ ਕਿ 2050 ਦੇ ਵਿੱਚ ਟੀਚਰ ਦੀ ਲੋੜ ਹੈਗੀ ਆ, ਤੇ ਦੂਜੇ ਪਾਸੇ ਕਈ ਲੋਕ ਸੋਚ ਰਹੇ ਕਿ ਨਹੀਂ ਯਾਰ ਇਲੈਕਟ੍ਰੋਨਿਕ ਇੰਨਾ ਲੋਕ ਐਡਵਾਂਸ ਹੋ ਜਾਣਗੇ ਕਿ ਟੀਚਰ ਦੀ ਲੋੜ ਨਹੀਂ ਹੈਗੀ। ਤੁਸੀਂ ਇੱਕ ਬੀਪੀ ਚ ਦੱਸਣਾ ਟੀਚਰ ਦੀ ਲੋੜ ਹੈਗੀ ਹੈ, ਇੱਕ ਬੀਪੀ ਚ ਦੱਸਣਾ ਟੀਚਰ ਦੀ ਲੋੜ ਨਹੀਂ ਹੈਗੀ। ਇਹਨੂੰ ਬੋਥ ਵਿਊ ਦਾ ਐਸੇ ਕਹਿੰਦੇ ਆ। ਔਰ ਇਹਦੇ 'ਚ ਇੱਕ ਗੱਲ ਜ਼ਰੂਰੀ ਹੈ, ਸਿਰਫ 2 ਹੀ ਬੀਪੀ ਬਣਾਉਣੇ ਆ, ਇਹਦੇ 'ਚ ਤੀਸਰਾ ਬੀਪੀ ਬਣਾਉਣ ਦੀ ਗੁੰਜਾਇਸ਼ ਨਹੀਂ ਹੈ। ਐਗਜ਼ੈਕਟ, ਇਹ ਚ ਬਿਲਕੁਲ ਨਹੀਂ ਬਣਾ ਸਕਦੇ ਆਪਾਂ। ਠੀਕ ਹੈ, 2 ਹੀ ਬਣਾਉਂਗੇ, ਇੱਕ ਵਿਊ ਦਾ ਬੀਪੀ, ਇੱਕ ਦੂਸਰੇ ਵਿਊ ਦਾ ਬੀਪੀ। ਐਡਵਾਂਟੇਜ ਐਂਡ ਡਿਸਐਡਵਾਂਟੇਜ, ਫਾਇਦੇ ਤੇ ਨੁਕਸਾਨ। ਕੋਈ ਵੀ ਚੀਜ਼ ਪੁੱਛੀ ਜਾਊਗੀ, ਕੋਈ ਵੀ ਕੁਐਸਚਨ ਪੁੱਛਿਆ ਜਾਊਗਾ, ਫਿਰ ਪੁੱਛਣਗੇ ਵੀ ਇਹਦਾ ਫਾਇਦਾ ਹੈਗਾ ਜਾਂ ਇਹਦਾ ਨੁਕਸਾਨ ਹੈਗਾ। ਬਸ ਇਹ ਹੈ ਜਿਵੇਂ ਆਪਾਂ ਡੂ ਯੂ ਅਗਰੀ ਔਰ ਡਿਸਐਗਰੀ, ਦਾ ਦੋਨੇ ਅਗਰੀ ਜਾਂ ਦੋਨੇ ਡਿਸਐਗਰੀ ਦਾ ਸੇਮ, ਜਾਂ ਦੋਨਾਂ 'ਚ ਫਾਇਦਾ ਜਾਂ ਦੋਨਾਂ 'ਚ ਨੁਕਸਾਨ, ਦੋਗਲਾਪਨ ਜਮੀ ਨਹੀਂ ਹੈਗਾ ਚ। ਬਟ ਜੇ ਤੁਹਾਨੂੰ ਐਡਵਾਂਟੇਜ ਐਂਡ ਡਿਸਐਡਵਾਂਟੇਜ, ਜਿਵੇਂ ਕੀ ਆ ਮੋਬਾਈਲ ਫੋਨ ਦੀ ਐਡਵਾਂਟੇਜ ਕੀ ਨੇ ਤੇ ਡਿਸਐਡਵਾਂਟੇਜ, ਫੋਰ ਐਗਜ਼ਾਮਪਲ ਐਵੇਂ ਕਹਿਤਾ ਉਹਨਾਂ ਨੇ ਐਂਡ ਪਾਤਾ ਹਨਾ, ਫਿਰ ਆਪਾਂ ਇੱਕ 'ਚ ਐਡਵਾਂਟੇਜ ਦੱਸ ਦਾਂਗੇ, ਇੱਕ 'ਚ ਡਿਸਐਡਵਾਂਟੇਜ ਵੀ ਦੱਸ ਦਾਂਗੇ, ਇਹਦੇ 'ਚ ਵੀ ਕੋਈ ਪ੍ਰੋਬਲਮ ਨਹੀਂ ਆ। ਠੀਕ ਹੈ ਜੀ। ਤੇ ਰਹੀ ਗੱਲ
एडवांटेज आउटवे डिसएडवांटेज, ये बिल्कुल टू वट एक्सटेंट अग्री डिसएग्री दी काइंड है। तुसी एक सीख लो, एक मुफ्त च मिल जूगा। बिल्कुल जदों तुहानूं ये सिखाता तो डेफिनेटली तुसी एडवांटेज आउटवे डिसएडवांटेज दा ऐसे जिहड़ा बहुत अच्छे तरीके नाल सीख जाओगे। देखो जिहड़ा एडवांटेज आउटवे डिसएडवांटेज आ ना ਉਹਦੇ ਚ ਮਤਲਬ ਕੀ ਆ ਵੀ ਐਡਵਾਂਟੇਜ ਜ਼ਿਆਦੀਆਂ ਨੇ ਡਿਸਐਡਵਾਂਟੇਜ ਘੱਟ ਹੈ। ਜੇ ਹੁੰਦਾ ਡਿਸਐਡਵਾਂਟੇਜ ਆਊਟਵੇ ਐਡਵਾਂਟੇਜ ਫਿਰ ਕੀ ਇਹਦਾ ਮਤਲਬ ਕੀ ਸੀਗਾ ਵੀ ਡਿਸਐਡਵਾਂਟੇਜ ਜ਼ਿਆਦਾ ਐਡਵਾਂਟੇਜ ਘੱਟ ਆ, ਮਤਲਬ ਜਿਹੜੀ ਚੀਜ਼ ਅੱਗੇ ਦਿੱਤੀ ਹੋਈ ਆ ਉਹਦੇ 2 ਬੀਪੀ ਬਣਾ ਦਾਂਗੇ, ਜਿਹੜੀ ਪਿੱਛੇ ਆ ਉਹਦਾ 1 ਬੀਪੀ। ਕੋਈ ਨਾ ਕੋਈ ਚੱਕਰ ਨਹੀਂ, ਜਮੀ ਵਰੀ ਨਾ ਕਰੋ, ਇਹ ਨਾ ਸੋਚੋ ਕਿ 2 ਬੀਪੀ 1 ਬੀਪੀ ਸਾਨੂੰ ਕੁਝ ਨਹੀਂ ਸਮਝ ਆ ਰਿਹਾ। ਸਾਡੇ ਕੋਲੇ ਪ੍ਰੋਪਰ ਸਟਰਕਚਰ ਬਣੇ ਪਏ ਨੇ, ਕੱਲੀ ਕੱਲੀ ਚੀਜ਼ ਨੂੰ ਕਲੀਅਰ ਕਰਾਂਗੇ ਤੇ ਰਾਈਟਿੰਗ ਦੇ ਵਿੱਚ ਤੁਸੀਂ ਦਾ ਬੈਸਟ ਜਾਓਗੇ, ਚਿੰਤਾ ਨਾ ਕਰੋ। ਪੋਜ਼ਿਟਿਵ ਔਰ ਨੈਗੇਟਿਵ, ਕੀ ਇਹ ਪੋਜ਼ਿਟਿਵ ਹੈ ਜਾਂ ਪੋਜ਼ਿਟਿਵ ਕਿਉਂ ਵੀ ਜਿਹੜਾ ਫਾਇਦਾ ਜਿਹੀ ਹੋਵੇ ਨਾ ਉਹ ਇਹਦੇ ਚ ਆਪਾਂ ਨੂੰ ਔਰ ਆਏਗਾ, ਇਹਦੇ ਚ ਆਪਾਂ ਨੂੰ ਐਂਡ ਆਉਂਦਾ ਹੈ। ਠੀਕ ਹੈ, ਇਹ ਵੀ ਅਗਰੀ ਔਰ ਡਿਸਐਗਰੀ ਵਰਗਾ ਹੋ ਗਿਆ। ਜਾਂ ਅਸੀਂ ਸਾਰਾ ਲਿਖਾਂਗੇ ਵੀ ਇਹ ਪੋਜ਼ਿਟਿਵ ਡਿਵੈਲਪਮੈਂਟ ਆ ਜਾਂ ਸਾਰੀ 네ਗੇਟਿਵ ਆ, ਆਪਾਂ ਨੇ ਇਹਦੇ ਚ ਆਪਸ਼ਨ ਦੇ ਵਿੱਚ ਨਹੀਂ ਜਾਣਾ ਵੀ ਆਪਾਂ ਇੱਕ ਚ ਪੋਜ਼ਿਟਿਵ ਲਿਖੀਏ ਇੱਕ ਚ 네ਗੇਟਿਵ, ਜਾਂ ਪੂਰਾ ਐਸੇ ਪੋਜ਼ਿਟਿਵ ਚ ਹੋਏਗਾ ਜਾਂ ਪੂਰਾ ਐਸੇ 네ਗੇਟਿਵ ਚ ਹੋਏਗਾ। ਚਲੋ ਜੀ, ਡਾਇਰੈਕਟ ਕੁਐਸਚਨ, ਸਿੱਧਾ ਕੁਐਸਚਨ। ਹਾਂਜੀ, ਜਿਹਦੇ ਵਿੱਚ ਕੀ ਹੋਏਗਾ ਸਾਨੂੰ ਇਦਾਂ ਸਿੱਧੇ ਤੌਰ ਤੇ ਹੀ ਪੁੱਛਿਆ ਜਾਏਗਾ। ਮਤਲਬ ਕੀ ਹੈ, ਜਿਹੜੀ ਇਹਨਾਂ ਸਾਰਿਆਂ ਚੋਂ ਕੋਈ ਵੀ ਟਾਈਪ ਨਹੀਂ ਹੈਗੀ, ਤੁਸੀਂ ਕੁਐਸਚਨ ਪੜਿਆ ਨਾ ਤੁਹਾਨੂੰ ਲੱਗਦਾ ਅਗਰੀ ਡਿਸਐਗਰੀ ਆ ਨਾ ਟੂ ਵਟ ਐਕਸਟੈਂਟ ਆ, ਜਿਹੜੀ ਕੁਝ ਵੀ ਨਹੀਂ ਹੈਗੀ ਉਹ ਡਾਇਰੈਕਟ ਕੁਐਸਚਨ ਆ, ਉਹਦੇ 'ਚ ਸਿੱਧੇ ਤੌਰ ਤੇ ਪੁੱਛਿਆ ਜਾਂਦਾ ਕਿ ਤੁਸੀਂ ਕੀ ਸੋਚਦੇ ਹੋ। ਠੀਕ ਹੈ, ਇਸ ਲਈ ਉਹਨੂੰ ਆਪਾਂ ਕਹਿੰਦੇ ਨੇ ਡਾਇਰੈਕਟ ਕੁਐਸਚਨ। ਹੁਣ ਮੈਨੂੰ ਇੰਨਾ ਲੱਗਦਾ ਕਿ ਆਪਾਂ ਨੇ ਇਹ ਗੱਲ ਕਰੀ ਆ, ਜਰਨਲ ਦਾ ਤੇ ਐਕੈਡੈਮਿਕ ਦਾ ਜਿਹੜਾ ਰਾਈਟਿੰਗ ਟਾਸਕ 1 ਹੈ ਉਹ ਵੱਖਰਾ ਵੱਖਰਾ ਹੈਗਾ। ਜਰਨਲ ਦੀਆਂ 3 ਟਾਈਪ, ਐਕੈਡੈਮਿਕ ਦੀਆਂ 7 ਟਾਈਪ, ਇਹ ਅਲੱਗ-ਅਲੱਗ ਆਊਗਾ ਪੇਪਰ ਦੇ ਵਿੱਚ। ਜਰਨਲ ਤੇ ਐਕੈਡੈਮਿਕ ਨੂੰ ਜਿਹੜਾ ਰਾਈਟਿੰਗ ਟਾਸਕ 2 ਆਊਗਾ, ਇਹਦੀਆਂ 8 ਟਾਈਪ ਆਉਣਗੀਆਂ। ਇਹ ਬਿਲਕੁਲ ਸੇਮ ਐਸੇ ਦੋਨਾਂ ਨੂੰ ਲਿਖਣਾ ਆਊਗਾ। ਤੇ ਅੱਜ ਆਪਾਂ ਜਿਹੜੀ ਟਾਕ ਕਰ ਰਹੇ ਹਾਂਗੇ ਉਹ ਆਪਾਂ ਕਰ ਰਹੇ ਹਾਂਗੇ ਰਾਈਟਿੰਗ ਟਾਸਕ 2। ਕੱਲ ਮੈंने ਕਿਹਾ ਵੀ ਜਿਵੇਂ 6 to 7 ਇੱਕ ਦੀ ਕਲਾਸ ਲਾ ਦਾਂਗੇ, 7 to 8 ਇੱਕ ਦੀ ਕਲਾਸ ਲਾ ਦਾਂਗੇ, ਇੱਕ ਨੂੰ ਐਕੈਡੈਮਿਕ ਨੂੰ ਸਮਝਾ ਦਾਂਗੇ, ਫਿਰ ਜਰਨਲ। ਠੀਕ ਹੈ, ਅੱਜ ਆਪਾਂ ਕੱਲਾ ਟਾਸਕ 2 ਕਰਦੇ ਹਾਂ। ਠੀਕ ਹੈ, ਸੋ ਇੱਕ ਵਾਰ ਤੁਸੀਂ ਉਰੇ ਤੱਕ ਐ ਦੇਖੋ ਵੀ ਤੁਹਾਨੂੰ ਰਾਈਟਿੰਗ ਦੇ ਸਟਰਕਚਰ ਦਾ ਸ਼ੁਰੂਆਤ ਦਾ ਵੀ ਕਿੰਨੀਆਂ ਟਾਈਪਸ ਨੇ ਲੱਗਿਆ ਪਤਾ? ਦੈਟਸ ਫਾਈਨ, ਥੰਬਸ ਅਪ। ਫਾਈਨ, ਠੀਕ ਹੈ, ਇਸ ਤੋਂ ਬਾਹਰ ਕੋਈ ਟਾਈਪ ਨਹੀਂ ਹੈਗੀ। ਠੀਕ ਹੈ, ਸਾਰੇ ਕੁਐਸਚਨਸ ਤੁਹਾਨੂੰ ਇਸੇ ਟਾਈਪ ਦੇ ਵਿੱਚੋਂ ਮਿਲਣਗੇ। ਇਸ ਤੋਂ ਬਿਨਾ ਤੁਹਾਨੂੰ ਪੇਪਰ ਦੇ ਵਿੱਚ ਕੁਝ ਨਹੀਂ ਆਉਂਦਾ ਹੈਗਾ, ਟੈਨਸ਼ਨ ਨਾ ਲਓ, ਆਹੀ ਕੁਝ ਆਊਗਾ ਪੇਪਰ 'ਚ, ਇਸ ਤੋਂ ਬਾਹਰੋਂ ਪੇਪਰ ਨਹੀਂ ਆਉਂਦਾ। ਤੇ ਜੇ ਰਹੀ ਗੱਲ ਪੇਪਰ ਦੇ ਸਿਲੇਬਸ ਦੀ, ਤਾਂ ਪੇਪਰ ਦਾ ਸਿਲੇਬਸ ਇਹੋ ਹੈ, ਇਸ ਤੋਂ ਬਾਅਦ ਕੁਝ ਵੀ ਨਹੀਂ ਹੈਗਾ। ਠੀਕ ਹੈ, ਚਲੋ ਜਿਵੇਂ ਆਪਾਂ ਟਾਈਪਸ ਦੇਖ ਰਹੇ ਸੀਗੇ, ਇੱਕ ਵਾਰ ਤੁਹਾਨੂੰ ਮੈਂ ਆਪਣੀਆਂ ਟਾਈਪਸ ਕਲੀਅਰ ਕਰਦਾ। ਮੰਨ ਲਓ ਐਗਜ਼ਾਮ ਦੇ ਵਿੱਚ ਤੁਹਾਨੂੰ ਪੇਪਰ 'ਚ ਅਗਰੀ ਔਰ ਡਿਸਐਗਰੀ ਲਿਖਣ ਲਈ ਆ ਗਿਆ, ਪੇਪਰ ਦੇ ਵਿੱਚ ਟੌਪਿਕ ਆ ਗਿਆ ਕਿ ਅਗਰੀ ਜਾਂ ਡਿਸਐਗਰੀ ਦੋਨਾਂ ਚੋਂ ਇੱਕ, ਤਾਂ ਇਹਦਾ ਸਟਰਕਚਰ ਕੀ ਹੋਊਗਾ ਆਪਾਂ ਇਹਨੂੰ ਇਹ ਸਮਝਾਉਣਾ। ਮੈਂ ਕਹਿੰਦਾ ਬੱਚੇ ਮੈਂ ਇੱਕ ਕੰਮ ਕਰਦਾ, ਸਭ ਤੋਂ ਪਹਿਲਾਂ ਆਪਾਂ ਇਹਨੂੰ ਅਗਰੀ ਡਿਸਐਗਰੀ ਦਿਖਾਉਂਦੇ ਆ, ਸਟਰਕਚਰ ਕਲੀਅਰ ਕਰਦੇ ਆ, ਅਗਰੀ ਡਿਸਐਗਰੀ ਦਾ ਐਸੇ ਪੜ੍ਹਾ ਦਿੰਦੇ ਆ, ਇਹਨਾਂ ਨੂੰ ਹੈਲਪ ਹੋ ਜੂਗੀ, ਪੂਰੀ ਕਾइंड ਕਲੀਅਰ ਹੋ। ਚਲੋ ਇੱਕ ਗੱਲ ਯਾਦ ਰੱਖਿਓ, ਕਾइंड ਜਿਹੜੀ ਮਰਜ਼ੀ ਆ ਜੇ, ਜਿਹੜੀ ਮਰਜ਼ੀ, ਕੋਈ ਮੈਟਰ ਨਹੀਂ ਕਰਦਾ, ਬਸ ਜਿਹੜੀ ਇੰਟਰੋਡਕਸ਼ਨ ਹੈ ਨਾ, ਇਹ ਸਾਰਿਆਂ ਦੇ ਵਿੱਚ ਸੇਮ ਸਟਰਕਚਰ ਨਾਲ ਫੋਲੋ ਕਰੋਗੇ। ਸੇਮ ਸਟਰਕਚਰ ਦੇ ਨਾਲ ਮਤਲਬ ਕੀ ਹੋ ਗਿਆ ਕਿ ਕਾइंड 'ਚ ਅਗਰੀ ਡਿਸਐਗਰੀ ਹੈ, ਪੋਜ਼ਿਟਿਵ 네ਗੇਟਿਵ ਹੈ, ਬੋਥ ਵਿਊ ਹੈ, ਜਿਹੜੀ ਮਰਜ਼ੀ ਇੰਟਰੋਡਕਸ਼ਨ ਲਿਖਣੀ ਪਊਗੀ ਸਾਰਿਆਂ ਨਾਲ। ਤੇ ਇਹਦੀ ਸਟਾਰਟਿੰਗ ਦੇ ਤੁਹਾਨੂੰ ਮਿਲਦੇ ਨੇ 0.5 ਬੈਂਡ, ਅੱਧਾ ਬੈਂਡ ਇੰਟਰੋਡਕਸ਼ਨ ਦੇਗਾ। ਇਹ ਦੋ ਚੀਜ਼ਾਂ ਐਡ ਕਰਨੀਆਂ ਨੇ, ਰੀਫਰੇਜ਼ ਪਲੱਸ ਥੀਸਿਸ। ਹਾਂਜੀ, ਸਭ ਤੋਂ ਪਹਿਲਾਂ ਕੀ ਹੈ, ਤੁਸੀਂ ਆਪਦੀ ਸਟੇਟਮੈਂਟ ਨੂੰ ਪੜੋਗੇ, ਫਿਰ ਆਪਾਂ ਉਹਨੂੰ ਕੀ ਕਰਨਾ, ਜਦੋਂ ਇੰਟਰੋਡਕਸ਼ਨ ਲਿਖਾਂਗੇ ਸਭ ਤੋਂ ਪਹਿਲਾਂ ਅਸੀਂ ਉਹਨੂੰ ਰੀਫਰੇਜ਼ ਕਰਾਂਗੇ। ਰੀਫਰੇਜ਼ ਦਾ ਮਤਲਬ ਕੀ ਹੈ, ਜੋ ਸਟੇਟਮੈਂਟ ਸਾਨੂੰ ਗਿਵਨ ਆ ਉਹਨੂੰ ਅਸੀਂ ਚੇਂਜ ਕਰਕੇ ਲਿਖਣਾ। ਠੀਕ ਹੈ, ਆਪਦੇ ਸ਼ਬਦਾਂ ਵਿੱਚ, ਤਾਂ ਕਿ ਮਤਲਬ ਉਹਦਾ ਸੇਮ ਨਿਕਲੇ, ਪਰ ਅਸੀਂ ਆਪਣੇ ਸ਼ਬਦਾਂ ਨੂੰ, ਆਪਦੀ ਜਿਹੜੀ
ਤਰੀਕੇ ਨਾਲ ਤੁਸੀਂ ਲਿਖ ਰਹੇ ਹੋ ਹਨਾ, ਉਸ ਸੈਂਸ ਨੂੰ ਥੋੜਾ ਜਿਹਾ ਚੇਂਜ ਕਰਨਾ, ਬਟ मीनिंग ਸੇਮ ਲਿਖ ਲੇ। ਨੈਕਸਟ ਵਿੱਚ ਸਾਡੇ ਕੋਲ ਕੀ ਹੋਗੀ, ਥੀਸਿਸ ਲਾਈਨ। ਥੀਸਿਸ ਲਾਈਨ ਦਾ ਮਤਲਬ ਕੀ ਹੁੰਦਾ ਕਿ ਅਸੀਂ ਨਾ ਇਹ ਲਾਈਨ ਲਿਖ ਕੇ ਐਗਜ਼ਾਮੀਨਰ ਨੂੰ ਸ਼ੋ ਕਰਨਾ ਹੁੰਦਾ ਕਿ ਤੁਸੀਂ ਆਪਦੇ ਆਉਣ ਵਾਲੇ ਐਸੇ ਵਿੱਚ ਕੀ ਲਿਖੋਗੇ, ਠੀਕ ਹੈ। ਸੋ ਜਿਹੜੀ ਥੀਸਿਸ ਲਾਈਨ ਆ ਉਹ ਸਾਰੇ ਐਸੇ ਦੀ ਵੱਖਰੀ ਵੱਖਰੀ ਹੁੰਦੀ ਆ। ਅਗਰੀ ਡਿਸਅਗਰੀ ਦੀ ਵੱਖਰੀ ਤਰ੍ਹਾਂ ਲਿਖਦੇ ਆ, ਟੂ ਵਟ ਐਕਸਟੈਂਟ ਦੀ ਵੱਖਰੀ ਲਿਖਦੇ ਆ। ਅਸੀਂ ਤੁਹਾਨੂੰ ਸਾਰੀਆਂ ਜਿਹੜੀਆਂ ਥੀਸਿਸ ਲਾਈਨ ਨੇ ਅਸੀਂ ਤੁਹਾਨੂੰ ਪਹਿਲਾਂ ਦਿੱਤੀਆਂ ਵੀ ਹੋਈਆਂ ਨੇ, ਪਲੱਸ ਅਸੀਂ ਤੁਹਾਨੂੰ ਕਈ ਸਟੂਡੈਂਟਸ ਜਿਹੜੇ ਪਹਿਲਾਂ ਦੇ ਪੜ੍ਹ ਰਹੇ ਨੇ ਉਹਨਾਂ ਨੂੰ ਅਸੀਂ ਕੰਸਟਰਕਟ ਕਰਨੀਆਂ ਵੀ ਸਿਖਾਈਆਂ ਹੋਈਆਂ ਕਿ ਤੁਸੀਂ ਆਪਦੀ ਕਿਵੇਂ ਬਣਾ ਸਕਦੇ ਹੋ। ਜਿਆਦਾ ਵੱਡੀ ਗੱਲ ਕਰਦਾ ਮੈਂ, ਰੀਫਰੇਜ਼ ਦਾ ਮਤਲਬ ਇੰਨਾ ਕਿ ਹੈ ਕਿ ਜਿਹੜਾ ਵੀ ਆਪਾਂ ਨੂੰ ਰਾਈਟਿੰਗ ਟਾਸਕ 2 ਦਾ ਕੁਐਸਚਨ ਪੁੱਛਿਆ ਗਿਆ ਉਸ ਨੂੰ ਚੇਂਜ ਕਰਕੇ ਸਿਨੋਨਿਮ ਦੇ ਵਿੱਚ ਚੇਂਜ ਕਰਕੇ ਉਸ ਲਾਈਨ ਨੂੰ ਦੂਜੇ ਤਰੀਕੇ ਨਾਲ ਲਿਖਣਾ, ਇਹਨੂੰ ਰੀਫਰੇਜ਼ ਕਹਿੰਦੇ ਆ। ਤੇ ਰਹੀ ਗੱਲ ਥੀਸਿਸ ਦੀ, ਜੇ ਆਪਣੇ ਕੋਲੇ 8 ਕਾइंड ਨੇ ਤਾਂ ਆਪਣੇ ਕੋਲੇ 8 ਥੀਸਿਸ ਲਾਈਨ ਵੀ ਹੋਣਗੀਆਂ। ਬਸ ਜਿਹੜੀ ਕਾइंड ਆ ਗਈ ਉਹਦੀ ਥੀਸਿਸ ਨੂੰ ਚ ਐਡ ਕਰਦੇ ਨੇ, ਦੈਟਸ ਇਟ। ਮੈਂ ਤੁਹਾਨੂੰ ਥੀਸਿਸ ਲਾਈਨ 8 ਥੀਸਿਸ ਲਾਈਨ ਪ੍ਰੋਵਾਈਡ ਕਰੂੰਗਾ। ਜਿਹੜੇ ਐਸੇ ਦਾ ਤੁਹਾਨੂੰ ਮੰਨ ਲਓ ਅਗਰੀ ਡਿਸਅਗਰੀ ਆ ਗਿਆ, ਉਹ ਚ ਯਾਦ ਕਰਕੇ ਜਾਓ ਵੀ ਅਗਰੀ ਡਿਸਅਗਰੀ ਦੀ ਆ ਥੀਸਿਸ ਲਾਈਨ ਹੈ ਭਾਈ। पॉजिटिव नेगेटिव आ गया, पॉजिटिव नेगेटिव दी आ लाइन है। बोथ व्यू आ गया, ओदी आ लाइन है। 8 ऐसे 8 लाइन पेपर इन्हां दे विचों ही आउणेगा। जेड़ा भी तुहानू ऐसे आ गया ओदी लाइन नू तुसी ऐड कर दियो। दिस इज कॉल्ड हाफ बैंड। तुहाडा उरे अद्धा बैंड है जेड़ा वो बन जाएगा। उस तो अगे BP1 ते BP2 बहुत है ना, इनू देख के BP घट वध जांदा हैगा, पर बॉडी पैराग्राफ 1 बॉडी पैराग्राफ 2 जे तुसी बॉडी 1 ਦੇ ਵਿੱਚ ਅਗਰੀ ਹੋ ਤਾਂ ਬॉडी 2 ਦੇ ਵਿੱਚ ਵੀ ਅਗਰੀ ਰਹੋ। ਬॉडी 1 ਦੇ ਵਿੱਚ ਡਿਸਅਗਰੀ ਹੋ, बॉडी 2 ਦੇ ਵਿੱਚ ਵੀ ਡਿਸਅਗਰੀ ਰਹੋ। ਕਦੇ ਚੇਂਜ ਕਰਕੇ ਲਿਖਣ ਦੀ ਕੋਸ਼ਿਸ਼ ਨਾ ਕਰਿਓ। ਇੱਕ ਬॉडी ਪੈਰਾਗ੍ਰਾਫ ਸਮਝ ਲਓ, ਸੇਮ बॉडी ਪੈਰਾਗ੍ਰਾਫ 2 ਵੀ ਉਵੇਂ ਦਾ ਉਵੇਂ ਹੀ ਹੋਊਗਾ। ਜਦੋਂ बॉडी ਪੈਰਾਗ੍ਰਾਫ ਲਿਖਣਾ ਹੈਗਾ ਤਾਂ ਇਹ ਚ 4 ਚੀਜ਼ਾਂ ਐਡ ਹੋਣਗੀਆਂ ਇੱਕ बॉडी ਪੈਰਾਗ੍ਰਾਫ ਨੂੰ ਬਣਾਉਣ ਦੇ ਲਈ। ਡੈਫੀਨਿਟਲੀ ਇਹ 4 ਚੀਜ਼ਾਂ बॉडी 1 ਦੇ ਲਈ ਨੇ, बॉडी 2 ਦੇ ਲਈ ਵੀ 4 ਚੀਜ਼ਾਂ ਹੀ ਨੇਗੀਆਂ, ਕੋਈ ਅਲੱਗ ਨਹੀਂ ਹੈਗਾ। बॉडी 1 ਸਿੱਖੋ, बॉडी 2 ਗਿਫਟ ਚ ਮਿਲ ਜਾਊਗਾ। दैट इज कॉल्ड TS1। बोले तो टास्क स्टेटमेंट 1। टास्क स्टेटमेंट 1 अपनी नोटबुक ਦੇ ਉੱਤੇ ਲਿਖ ਸਕਦੇ ਹੋ। TS1 ਦਾ ਮਤਲਬ ਹੁੰਦਾ ਹੈ ਟਾਸਕ ਸਟੇਟਮੈਂਟ। ਇਹਦਾ ਮਤਲਬ ਇਹ ਵੀ ਹੋਇਆ ਤੁਹਾਡਾ ਆਈਡੀਆ, ਜੋ ਤੁਸੀਂ ਆਈਡੀਆ ਕ੍ਰੀਏਟ ਕੀਤਾ, ਕੀ ਆਈਡੀਆ ਦੇਣ ਲੱਗੇ ਤੁਸੀਂ BP ਵਿੱਚ, ਉਹ ਕੀ ਹੁੰਦੀ ਹੈ ਤੁਹਾਡੀ ਟਾਸਕ ਸਟੇਟਮੈਂਟ। ਜਿਹੜਾ ਵੀ ਤੁਹਾਡਾ ਆਈਡੀਆ ਤੁਹਾਨੂੰ ਲੱਗਦਾ ਵੀ ਰਮਨ ਸਰ ਅਸੀਂ ਤਾਂ ਇਹ ਤਰੀਕੇ ਨਾਲ ਲਿਖਾਂਗੇ, ਇਹਨੂੰ ਇੰਗਲਿਸ਼ ਦੇ ਵਿੱਚ ਮਤਲਬ ਕਿ ਮੇਰਾ ਪੁਆਇੰਟ, ਜਿਹੜਾ ਮੇਰਾ ਪੁਆਇੰਟ ਹੈ ਉਹ ਹੁੰਦਾ ਹੈ ਟਾਸਕ ਸਟੇਟਮੈਂਟ। ਵੀ ਮੇਰੀ ਮੇਨ ਗੱਲ ਤਾਂ ਇਹ ਹੈ, ਮੈਂ ਤਾਂ ਇਹਦੇ ਬਾਰੇ ਗੱਲ ਕਰਨੀ ਹੈ, ਉਹਨੂੰ ਟਾਸਕ ਸਟੇਟਮੈਂਟ ਕਹਿੰਦੇ ਆ। ਇਹ 1 ਜਾਂ 2 ਜਾਂ 3 ਲਾਈਨਾਂ ਦੇ ਵਿੱਚ ਖਤਮ ਹੋ ਜਾਂਦੀ ਹੈ ਵੀ ਮੈਂ ਤਾਂ ਇਸ ਮੇਨ ਗੱਲ ਬਾਰੇ ਗੱਲ ਕਰਨੀ ਹੈ। ਉਸ ਤੋਂ ਦੂਜੇ ਨੰਬਰ ਤੇ ਹੈਗਾ ਐਕਸਪਲੇਨ ਕਰਨਾ। ਪਹਿਲਾਂ ਟਾਸਕ ਸਟੇਟਮੈਂਟ ਦਿੱਤੀ ਆ, ਫਿਰ ਦਿੱਤੀ ਆ ਉਹਦੀ ਐਕਸਪਲੇਨੇਸ਼ਨ। ਐਕਸਪਲੇਨ ਕਿਵੇਂ ਕਰਿਆ, ਇੱਕ ਵਾਰ ਇਹਨੂੰ ਦੇਖੋ ਕਿ ਜੋ ਤੁਸੀਂ ਟਾਸਕ ਸਟੇਟਮੈਂਟ 'ਚ ਕਹਿ ਕੇ ਆਏ ਹੋ, ਵਾਟ ਐਵਰ ਯੂ ਹੈਵ ਡਨ ਇਨ ਦੈਟ, ਵੀ ਮੇਰਾ ਮੇਨ ਪੁਆਇੰਟ ਆ ਹੈ, ਉਸ ਮੇਨ ਪੁਆਇੰਟ ਨੂੰ ਤੁਸੀਂ ਐਕਸਪਲੇਨ ਕਰਨਾ ਹੈ। ਉਹ ਹੋਊਗਾ ਟਾਸਕ ਸਟੇਟਮੈਂਟ ਦਾ ਮੇਨ ਹੋਊਗਾ, ਇਹਨੂੰ ਕਹਿੰਦੇ ਐਕਸਪਲੇਨ। ਦੂਜੇ ਨੰਬਰ ਤੇ ਹੋ ਗਿਆ ਐਕਸਪਲੇਨ। ਉਸ ਟੌਪਿਕ ਦੇ ਨਾਲ ਜੁੜੀ ਹੋਈ ਇੱਕ ਐਗਜ਼ਾਮਪਲ, ਕੋਈ ਵੀ ਇੱਕ ਐਗਜ਼ਾਮਪਲ ਵੀ ਯਾਰ ਐਵੇਂ ਕਰਕੇ ਆ ਸੋਲੂਸ਼ਨ, ਮਤਲਬ ਕਿ ਆ ਚੀਜ਼ ਦੀ ਐਗਜ਼ਾਮਪਲ ਆ ਹੈ, ਜਿਹੜੀ ਮੈਂ ਆ ਗੱਲ ਕਰੀ ਹੈ ਇਹਨੂੰ ਮੈਂ ਐਕਸਪਲੇਨ ਕਰਤਾ, ਇਹਦੇ ਨਾਲ ਜੁੜੀ ਹੋਈ ਇੱਕ ਐਗਜ਼ਾਮਪਲ ਦਿੱਤੀ। 3 ਚੀਜ਼ਾਂ। ਲਾਸਟ ਤੇ ਇਫੈਕਟ, ਵੀ ਜੇ ਆ 3 ਚੀਜ਼ਾਂ ਹੋਣਗੀਆਂ ਇਹਦਾ ਨਤੀਜਾ ਆ ਨਿਕਲੂਗਾ ਜਿਹੜਾ ਇਫੈਕਟ ਹੈਗਾ। ਬਹੁਤ ਇਹਨੂੰ ਨਾ ਇਹ ਲੱਗ ਰਿਹਾ ਹੋਣਾ ਕਿ ਸਾਰਾ 4 ਚੀਜ਼ਾਂ ਕਿਹੜੀਆਂ ਨੇ, ਟਾਸਕ ਸਟੇਟਮੈਂਟ ਕੀ कहता, एक्सप्लेन करना की कहता, एग्जाम्पल की कहती, इफेक्ट की कहता। डरो ना, पूरे का पूरा ऐसे थोनों पढ़ाऊंगा। किसी बच्चे नूं ना समझ आया यूट्यूब के उत्ते लैक्चर पाऊंगा तो डेफिनेटली तुहानूं जदों मर्जी पाउज कर करके बैक कर करके जिन्ना मर्जी देख लियो, तुहाडे लई हैल्पफुल होएगा। एवं बॉडी 1 एवं बॉडी 2 ਤੇ ਲਾਸਟ ਤੇ ਜਿਹੜਾ ਰਹਿ ਗਿਆ that is called a conclusion। ਤੇ conclusion ਦੇ ਵਿੱਚ ਹਮੇਸ਼ਾ ਕੀ ਹੁੰਦਾ ਹੈਗਾ ਕਿ ਜੋ body 1 ਦੇ ਵਿੱਚ ਲਿਖਤਾ, ਜੋ body 2 ਦੇ ਵਿੱਚ ਲਿਖਤਾ, ਉਹਦਾ ਨਿਚੋੜ ਕੱਢ ਕੇ
ਉਹ ਕੱਢ ਦੋ ਤੁਸੀਂ, that is called a conclusion। ਕੋਈ ਨਵਾਂ ਵਿਊ ਨਹੀਂ, ਕੋਈ ਨਵਾਂ ਆਈਡੀਆ ਨਹੀਂ, ਕੋਈ ਨਵੀਂ ਚੀਜ਼ ਨਾ ਸੋਚੋ, ਜੋ ਬੋਡੀ 1 ਤੇ 2 ਦੇ ਵਿੱਚ ਲਿਖ ਕੇ ਆਏ ਹੋ ਉਹੀ ਚੀਜ਼ ਨੂੰ ਆਪਾਂ ਨਾਰਮਲ ਕੀ ਕਰਦੇ ਆ, ਲਿਖਦੇ ਆ। ਅਗਰੀ ਡਿਸਐਗਰੀ ਦਾ ਕੱਲਾ ਸਟਰਕਚਰ ਦਿਖਾਇਆ ਸੀ ਹੁਣ, ਇੰਟਰੋਡਕਸ਼ਨ, ਬੋਡੀ 1 ਬੋਡੀ 2 ਤੇ ਕੰਕਲੂਜਨ। ਹੁਣ ਇੱਕ ਐਸੇ ਆਪਾਂ ਪੜ੍ਹਦੇ ਆ, ਮੇਰਾ ਲਿਖਿਆ ਹੋਇਆ ਐਸੇ ਪੜ੍ਹਦੇ ਆ ਆਪਾਂ, ਜਿਹ ਚ ਆਪਾਂ ਅਗਰੀ ਡਿਸਐਗਰੀ ਦੇਖਦੇ ਆ ਕਿ ਐਸੇ ਨੂੰ ਕਿਸ ਤਰੀਕੇ ਨਾਲ ਲਿਖੀਏ ਕਿ ਸਾਡੇ ਰਾਈਟਿੰਗ ਦੇ ਵਿੱਚੋਂ ਜਿਹੜੇ ਬੈਂਡ ਸਕੋਰ ਹੈਗਾ ਉਹ ਵੱਧ ਆਉਣ। ਕਰੀਏ ਸਟਾਰਟ ਇੱਕ ਐਸੇ ਅਗਰੀ ਡਿਸਐਗਰੀ ਦਾ। ਤੁਹਾਨੂੰ ਇਹ ਪਤਾ ਲੱਗ ਜਾਊਗਾ ਕਿ ਤੁਸੀਂ ਮਿਸਟੇਕ ਕੀ ਕਰਦੇ ਹੋ ਲਿਖਦੇ ਹੋਏ, ਜਦੋਂ ਰਮਨ ਲਿਖਦਾ ਜਾਂ ਨਵ ਮੈਮ ਲਿਖਦੇ ਆ ਉਦੋਂ ਇਹ ਕਿਵੇਂ ਲਿਖਦੇ ਆ, ਤੇ ਤੁਹਾਨੂੰ ਕਿਹੜੀਆਂ-ਕਿਹੜੀਆਂ ਚੀਜ਼ਾਂ ਦਾ ਆਪਣੇ ਅੰਦਰ ਬਦਲਾਵ ਕਰਨਾ ਚਾਹੀਦਾ ਹੈ ਜਿਹਦੇ ਨਾਲ ਤੁਹਾਡਾ ਸਕੋਰ ਹੈ ਜਿਹੜਾ ਉਹ ਵੱਧ ਆਵੇ। ਤੁਸੀਂ ਦੇਖੋਗੇ ਕਿ ਜਿਹੜਾ ਐਸੇ ਲਿਖਿਆ ਹੋਏਗਾ ਉਹ ਬੜਾ ਨਾ ਟੂ ਦੀ ਪੁਆਇੰਟ, ਉਹਦੇ ਚ ਕੋਈ ਵੀ ਮਤਲਬ ਐਕਸਟਰਾ ਗੱਲ ਨਹੀਂ ਹੁੰਦੀ, ਲਿਮਿਟਿਡ ਜਿਹੀਆਂ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਲਿਖੀਆਂ ਹੁੰਦੀਆਂ ਨੇ। ਆਪਾਂ ਸਕੋਰ ਨੂੰ ਕਦੋਂ ਖਰਾਬ ਕਰ ਲੈਨੇ, ਜਦੋਂ ਆਪਾਂ ਐਕਸਟਰਾ ਚੀਜ਼ਾਂ ਲਿਖਦੇ ਆ, ਐਵੇਂ ਇੱਧਰ ਉੱਧਰ ਦੀਆਂ ਗੱਲਾਂ ਸ਼ੁਰੂ ਕਰ ਦਿੰਦੇ ਆ। ਠੀਕ ਹੈ, ਟੂ ਦੀ ਪੁਆਇੰਟ ਲਿਖਣਾ ਜਿਵੇਂ ਆਪਾਂ ਲਿਖਿਆ ਹੋਇਆ ਤੁਸੀਂ ਦੇਖ ਸਕਦੇ ਹੋ। ਚਲੋ ਜੀ ਆਪਾਂ ਐਸੇ ਸ਼ੁਰੂ ਕਰ ਦੇਂਗੇ। ਵੈਰੀ ਗੁੱਡ। ਤੁਹਾਨੂੰ ਸਭ ਤੋਂ ਵੱਡਾ ਜਿਹੜਾ ਫਾਇਦਾ ਮਿਲਣ ਲੱਗਿਆ ਨਾ ਅੱਜ, ਉਹ ਇੱਕ ਫਾਇਦਾ ਇਹ ਹੋਊਗਾ, ਜਿਹੜੀ ਵੀ ਅਸੀਂ ਤੁਹਾਨੂੰ ਚੀਜ਼ ਪ੍ਰੋਵਾਈਡ ਕਰਾਂਗੇ, ਜਿਹੜਾ ਵੀ ਸਟਰਕਚਰ ਪ੍ਰੋਵਾਈਡ ਕਰਾਂਗੇ, ਉਹਦੇ ਨਾਲ ਇਦਾਂ ਲਿਖਿਆ ਹੋਇਆ ਤੁਹਾਨੂੰ ਇੱਕ ਐਸੇ ਵੀ ਪ੍ਰੋਵਾਈਡ ਕਰਾਂਗੇ। ਜਿਵੇਂ ਉੱਪਰ ਕੀ ਹੈ, ਸਟਰਕਚਰ ਹੈ, ਇਸ ਤਰੀਕੇ ਨਾਲ ਆਪਾਂ ਲਿਖਾਂਗੇ, ਇਹਦੇ ਨੀਚੇ ਜਿਵੇਂ ਦਾ ਲਿਖਿਆ ਜਾਂਦਾ ਹੈ ਅਸੀਂ ਉਹ ਵੀ ਦਿੱਤਾ ਹੋਇਆ ਆਪਦਾ ਲਿਖਿਆ, ਕੋਈ ਨੈਟ ਤੋਂ ਕਾਪੀ ਨਹੀਂ ਹੈਗਾ, ਕੋਈ ਕਿਸੇ ਦੇ ਵਿਊ ਨਹੀਂ ਹੈਗੇ, ਕੱਲੀ ਕੱਲੀ ਚੀਜ਼ ਹੈ ਜਿਹੜੀ ਉਹ ਤੁਹਾਨੂੰ ਅਸੀਂ ਕਲੀਅਰ ਕਰਾਂਗੇ। ਟੌਪਿਕ ਪੜ੍ਹਦੇ ਕਿ ਅੱਜ ਦਾ ਜਿਹੜਾ ਟੌਪਿਕ ਹੈ ਉਹ ਕੀ ਹੈ। ਟੌਪਿਕ ਦਾ ਨਾਮ ਹੈ ਬਿਗ ਸੈਲਰੀ is much more important than job satisfaction। ਕਹਿੰਦੇ ਕਿ ਜਿਹੜੀ ਜ਼ਿਆਦਾ ਸੈਲਰੀ ਆ, ਬਿਗ ਸੈਲਰੀ ਆ, ਉਹ ਜ਼ਿਆਦਾ ਇੰਪੋਰਟੈਂਟ ਹੁੰਦੀ ਆ ਕਿਹਦੇ ਨਾਲੋਂ, ਜੌਬ ਸੈਟੀਸਫੈਕਸ਼ਨ ਨਾਲੋਂ। ਵੀ ਕਹਿਣ ਦਾ ਕੀ ਮਤਲਬ ਆ ਕਿ ਤੁਸੀਂ ਆਪਦੇ ਕੰਮ ਨੂੰ ਲੈ ਕੇ ਸੈਟੀਸਫਾਈ ਹੋਵੋ ਨਾ ਹੋਵੋ, ਪਰ ਜ਼ਰੂਰੀ ਕੀ ਹੁੰਦਾ, ਬਿਗ ਸੈਲਰੀ। ਇਹ ਤੁਹਾਡੀ ਕੀ ਹੋਗੀ, ਸਟੇਟਮੈਂਟ ਆ। ਅੱਗੇ ਆਪਾਂ ਦੇਖੋ ਕੁਐਸਚਨ ਕੀ ਕਹਿ ਰਿਹਾ, ਡੂ ਯੂ ਅਗਰੀ ਔਰ ਡਿਸਅਗਰੀ, ਕੀ ਤੁਸੀਂ ਇਸ ਗੱਲ ਨਾਲ ਸਹਿਮਤ ਹੋ ਜਾਂ ਨਹੀਂ ਹੋ। ਹੁਣ ਤੁਸੀਂ ਇੱਕ ਵਾਰ ਆਪਣੇ ਆਰਾਮ ਨਾਲ ਸਾਰੀਆਂ ਟੈਨਸ਼ਨਾਂ ਛੱਡ ਕੇ ਨਾ ਇੱਕ ਵਾਰ ਤੁਸੀਂ ਇਹ ਚੀਜ਼ ਸੋਚੋ ਕਿ ਤੁਹਾਨੂੰ ਲੱਗਦਾ ਹੈ ਵੀ ਜ਼ਿਆਦਾ ਤਨਖਾਹ ਹੋਣੀ ਚਾਹੀਦੀ ਹੈ, ਚਾਹੇ ਸੈਟੀਸਫੈਕਸ਼ਨ ਹੈਗੀ ਹੈ ਚਾਹੇ ਸੈਟੀਸਫੈਕਸ਼ਨ ਨਹੀਂ ਹੈਗੀ, ਉਹ ਕੋਈ ਮੈਟਰ ਨਹੀਂ ਕਰਦਾ, ਪਰ ਤਨਖਾਹ ਹੈ ਜਿਹੜੀ ਨਾ ਉਹ ਵਧੀਆ ਹੋਣੀ ਚਾਹੀਦੀ ਹੈ। ਤੁਹਾਨੂੰ ਸੋਚਣ ਦੇ ਲਈ ਦਿੱਤੇ ਆ 1 ਮਿੰਟ, 1 ਮਿੰਟ ਯੂ ਹੈਵ ਟੂ ਥਿੰਕ, ਜ਼ਿਆਦਾ ਤਨਖਾਹ ਜਾਂ ਸੈਟੀਸਫੈਕਸ਼ਨ ਦੋਨਾਂ ਚੋਂ ਕੀ ਚਾਹੀਦਾ ਹੈ, ਤੇ ਸੋਚ ਕੇ ਬੋਲਿਓ। ਜਿਹਨੂੰ ਕਹਾਂਗੇ ਅਨਮਿਊਟ ਕਰਨਾ ਪਊਗਾ, ਆਪਦੇ ਵਿਊ ਦੇਣੇ ਪੈਣਗੇ। ਅਰਸ਼ਪ੍ਰੀਤ ਕੌਰ ਬੱਸੀ ਵਾਰੀ ਆ ਗਈ, ਕਰੋ ਅਨਮਿਊਟ। Yes, sir. What do you think? Good evening. So I think the satisfaction is more important as compared to the salary, because if we are never satisfied with our job, that time we are never do that properly. Don't you think that money can give you happiness? Yes, I think, but the job satisfaction is also important for us. ਬਸ ਆਪਾਂ ਤਾਂ ਇੱਕ ਪਾਸੇ ਜਾਣਾ ਹੈ ਨਾ, ਹੁਣ ਤੁਸੀਂ ਦੱਸੋ ਕਿੱਧਰ ਜਾ ਰਹੇ ਹੋਗੇ। Sir, I disagree. ਤੁਸੀਂ ਇਹ ਸੋਚਦੇ ਹੋਗੇ ਵੀ ਸੈਟੀਸਫੈਕਸ਼ਨ ਚਾਹੀਦੀ ਹੈ। Yeah.
ਸੈਲਰੀ ਜੇ 5000 ਹੋਵੇ ਸੋ ਇੰਨੀ ਵੀ ਲੋ ਨਹੀਂ ਹੁੰਦੀ ਨਾ, ਫਿਰ ਹੁਣ ਇੰਨੀ ਕੇ ਹੋਊਗੀ, ਹੋਰ ਲੋ ਸ਼ੋ ਕੁਝ ਨਹੀਂ ਹੁੰਦਾ। ਹੋਰ ਤੁਸੀਂ ਕੀ ਸੋਚਦੇ ਹੋ? ਹਾਊ ਮਚ ਸੈਲਰੀ ਡੂ ਯੂ ਵਾਂਟ? ਵਾਟ ਡੂ ਯੂ ਥਿੰਕ? ਸਰ ਇਫ ਆਪਣੀ ਅਗਰ ਸੈਲਰੀ ਗੁੱਡ ਹੋਊਗੀ ਤਾਂ ਸੈਟੀਸਫੈਕਸ਼ਨ ਵੀ ਆਲਰੇਡੀ ਤਾਂ ਹੀ ਆਏ। ਵਾਟ ਡੂ ਯੂ ਥਿੰਕ ਦੈਟ ਕਿ ਤੁਸੀਂ ਕਿੰਨੇ ਤੇ ਸੈਟੀਸਫਾਈਡ ਹੋ, ਕਿੰਨੀ ਸੈਲਰੀ ਤੇ? ਆਈ ਡੋਨਟ ਨੋ। ਨਹੀਂ ਫਿਰ ਵੀ ਆਰ ਯੂ ਐਨੀ ਵਰਕਿੰਗ, ਮੀਨ ਡੂ ਯੂ ਵਰਕ ਸਮਵੇਅਰ? ਕਿਤੇ ਕੰਮ ਕਰਦੇ? ਸਰ ਮੈਂ ਲਾਸਟ 2 year ਵਰਕ ਕੀਤਾ ਕਿੱਥੇ? ਐਜ਼ ਨਰਸਿੰਗ ਸਟਾਫ। ਉਹ ਟਾਈਮ ਮੇਰੀ 10,000 ਸੀ। ਚਲੋ ਫਿਰ 10 ਤੇ ਸੈਟੀਸਫਾਈ ਹੈਗੇ ਸੀਗੇ? Yeah. ਵੈਰੀ ਗੁੱਡ, ਚੰਗੀ ਗੱਲ ਹੈ। ਚਲੋ ਥੈਂਕ ਯੂ ਸੋ ਮਚ। ਤੁਸੀਂ ਜੌਬ ਸੈਟ। ਰਾਜਵੀਰ ਜੀ ਆਜੋ, ਕਰੀਏ ਗੱਲਾਂ, ਕਰੋ ਅਨਮਿਊਟ। ਰਾਜਵੀਰ ਸਰ। Yes, sir. ਕੀ ਕਹਿੰਦੇ ਹੋ, ਜੌਬ ਸੈਟੀਸਫੈਕਸ਼ਨ ਜਾਂ ਫਿਰ ਵਧੀਆ ਮੋਟਾ ਪੈਸਾ? No, sir. Job satisfaction is more important part. Why do you think, sir? पैसा क्यों नहीं? money ना बहुत Because we even can't do job for long time if we have not satisfaction what our job. ਚੰਗੀ ਗੱਲ ਹੈ ਸਰ, ਵਧੀਆ ਗੱਲ ਹੈ, ਪਰ ਮੈਂ 2013 ਦਾ ਲੱਗ ਰਿਹਾ 21 ਚੜ ਗਿਆ। ਪਰ ਇੱਕ ਚੀਜ਼ ਹੈ, ਨੀਲੇ ਨੋਟ ਬਹੁਤ ਵਧੀਆ ਲੱਗਦੇ ਮੈਨੂੰ, ਉਹ ਗੁਲਾਬੀ ਵੀ ਵਧੀਆ ਹੁੰਦੇ ਆ। Yes, sir. If we have no time to spend money, then but ਮੈਂ ਮੇਰਾ ਸੈਟਰਡੇ ਜ਼ਰੂਰ ਕੱਢਦਾ ਹੁੰਦਾ, ਤਾਂ ਹੀ ਮੈਂ ਤੁਹਾਨੂੰ ਮੌਕ ਟੈਸਟ, ਮੈਂ ਕਿਸੇ ਨਾਲ ਗੱਲ ਹੀ ਨਹੀਂ ਕਰਦਾ ਸੈਟਰਡੇ, ਯੂ نو। yes, sir. ਮੈਂ ਨਾ ਇੱਕ ਦਿਨ ਸੰਡੇ ਨੂੰ ਡੀਪੀ ਲਾਤੀ ਵੀ ਇਟਸ ਅ ਸੰਡੇ ਪਲੀਜ਼ ਨੋ ਟੈਕਸਟ, ਤੇ ਅੱਛਾ sir. ਇੱਕ ਦਾ ਮੈਸੇਜ ਆਇਆ, ਕਹਿੰਦੇ ਮੈਂ ਤਾਂ ਸ਼ੁੱਕਰਵਾਰ ਨੂੰ ਮੈਸੇਜ ਕੀਤਾ ਤੇ ਉਦੋਂ ਕਿਹੜਾ ਰਿਪਲਾਈ ਕਰਤਾ। ਥੈਂਕ ਯੂ ਸੋ ਮਚ, ਥੈਂਕ ਯੂ ਰਾਜਵੀਰ। ਦੋਨੇ ਸੈਟੀਸਫੈਕਸ਼ਨ ਜੌਬ ਵਾਲੇ ਨੇ ਬੰਦੇ। ਵਿਕਰਮ, ਜੇ ਤਾਂ ਪੈਸੇ ਵਾਲਾ ਬੰਦਾ ਫਿਰ ਤਾਂ ਮੈਂ ਅਨਮਿਊਟ ਕਰੂੰ, ਜੇ ਸੈਟੀਸਫੈਕਸ਼ਨ ਹੈ ਫਿਰ ਮੈਨੂੰ ਨਹੀਂ ਚਾਹੀਦਾ ਸੈਟੀਸਫੈਕਸ਼ਨ। ਓਏ ਨਹੀਂ ਯਾਰ, ਮੈਨੂੰ, ਮੈਂ ਚੈਟ ਖੋਲ ਰਿਹਾ, ਕੋਈ ਮੈਨੂੰ ਰੁਪਈਆ ਵਾਲਾ ਬੰਦਾ ਮਿਲੇ, ਚੈਟ ਓਪਨ ਹੈ, ਕੋਈ ਜਿਹੜਾ ਬੰਦਾ ਕਹੇ ਵੀ ਸਰ ਕਿਆ ਲੈਣਾ ਜੌਬ ਸੈਟੀਸਫੈਕਸ਼ਨ ਤੋਂ, ਮੈਂ ਸਰ ਪ੍ਰਭਜੋਤ। ਚਲੋ ਪਹਿਲੇ ਨੰਬਰ ਤੇ ਪ੍ਰਭਜੋਤ। ਇੱਕ ਮਿੰਟ ਜਸਟ ਵੇਟ। ਇੱਕ ਅਜੇ ਗੋਇਲ ਨੇ ਇੱਥੇ ਆਪਣੇ, ਇੱਕ ਮਿੰਟ। ਅਜੇ ਹੈ ਕਲਾਸ ਚ? ਯੈਸ ਅਜੇ। ਅਜੇ ਆਮ ਅਨਮਿਊਟ ਯੂ, ਕਾਈਂਡਲੀ ਪਲੀਜ਼ ਅਨਮਿਊਟ। Yeah, sure. I really love to talk to you, so I choose you, huh? Okay. So what do you think? Because of your talk, I really feel that you have a great experience everywhere in the field. So what do you think, that job satisfaction or salary? What do you think? Well, as per my opinion, job satisfaction is more important because in the long run, when we have satisfied with our job, we can earn a lot of money with our job satisfaction. We can get a lot of experience on the basis of job satisfaction. And the future, we can earn crores of rupees on the basis of our job experience and our knowledge. Okay, means you are not going to prefer that there should be a big salary. No. My goodness. Job satisfaction is important. Manpreet Kaur Sidhu, kithe hai main? You can unmute, just wait. Manpreet Kaur Sidhu, wait. Last Manpreet Kaur Sidhu you are, then I'm going to teach. You can unmute, Manpreet. Hello, sir. Good evening. Hello, very good evening. How are you? I'm good, sir. Hanji, what do you think? Sir, I think so big package is more important because human is created with unsatisfaction and always with dissatisfaction. A human can't be satisfied with anything. So if we want to remove our monotony, then we need a money. Okay. If we are having a big package, then we can celebrate and we can remove our monotony on our weekends. So I am in a favor of money. Oh, very good, very good. Really appreciate. Thank you so much. ਹੁਣ ਗੱਲ ਸੁਣੋ, ਮੋਟੀ ਜੀ ਗੱਲ ਦੱਸਦਾ ਮੈਂ। ਤੁਹਾਡੇ ਚੋਂ ਬਹੁਤ ਬੱਚਿਆਂ ਨੇ ਕਿਹਾ ਜੌਬ ਸੈਟੀਸਫੈਕਸ਼ਨ, ਹੈ ਨਾ? ਤੁਹਾਡੇ ਚੋਂ ਬਹੁਤ ਬੱਚਿਆਂ ਨੇ ਕਿਹਾ ਕਿ ਨਹੀਂ ਜੌਬ ਸੈਟੀਸਫੈਕਸ਼ਨ ਨਹੀਂ, ਪੈਸਾ, ਬਿਗ ਸੈਲਰੀ। ਨਾਓ ਵਾਟ ਡੂ ਯੂ ਥਿੰਕ? ਤੁਸੀਂ ਕੀ ਸੋਚਦੇ ਹੋ? I think job satisfaction is more important. ਕੌਣ ਕਹਿ ਰਿਹਾ ਹੈ ਗੱਲ? ਕੌਣ ਕਹਿ ਰਿਹਾ ਹੈ ਗੱਲ? ਮੈਂ ਸੋਚਦਾ, ਮੇਰਾ ਪਰਸਪੈਕਟਿਵ ਇਹ ਹੈ। ਨਹੀਂ ਪਤਾ ਕਿ ਜੇ ਪੈਸਾ ਹੋਊਗਾ ਸੈਟੀਸਫੈਕਸ਼ਨ ਤਾਂ ਆਪੇ ਆ ਜਾਊਗੀ। ਇਹ ਵੀ ਆ, ਐਕਚੁਅਲੀ ਇਹ ਵੀ ਹੈ ਨਾ ਕਿਤੇ ਨਾ ਕਿਤੇ। ਜੇ ਕਹਿੰਦਾ ਇਫ ਯੂ ਥਿੰਕ ਦੈਟ ਕਿ ਮਨੀ ਕੈਨ ਨਾਟ ਬਾਈ ਹੈਪੀਨੈਸ, ਬਹੁਤ ਲੋਕਾਂ ਨੂੰ ਸੋਚ ਇਹ ਹੁੰਦਾ ਨਾ ਵੀ ਪੈਸੇ ਨਾਲ ਖੁਸ਼ੀਆਂ ਨਹੀਂ ਮਿਲਦੀਆਂ,
but poverty cannot buy anything. ਮਨੀ ਨਾਲ ਕੰਨੀਆਂ ਕਹਿੰਦੇ ਖੁਸ਼ੀਆਂ ਨਹੀਂ ਮਿਲਦੀਆਂ, ਬਾਕੀ ਚੀਜ਼ਾਂ ਨਾਲ ਮਿਲਦੀਆਂ ਨੇ। ਤੁਸੀਂ ਫੋਰਚੂਨਰ ਲਿਆਓ ਹਨਾ, ਤੁਸੀਂ ਕੁਝ ਵੀ ਲਿਆਓ, ਤੁਸੀਂ ਵੱਡੀ ਕੋਠੀ ਪਾ ਲਓ, ਫਿਰ ਪਾਵਰਟੀ ਨਾਲ ਕਿਹੜਾ ਕੁਝ ਮਿਲਦਾ ਹੈ। ਇਹ ਵੀ ਹੈ ਕਿ ਨਾ, if you think that money cannot buy happiness, then I want to cry but in Rolls Royce, ਹਨਾ, ਮੈਂ ਰੋਣਾ ਪਸੰਦ ਕਰੂੰਗਾ ਪਰ ਗੱਡੀ ਵੱਡੀ 'ਚ ਬਹਿ ਕੇ। ਤਾਂ ਰੂਲ ਇਹੀ ਹੈ, ਗੱਲ ਸੁਣੋ, ਜੇ ਤੁਸੀਂ ਐਗਜ਼ਾਮ ਦੇ ਵਿੱਚ ਲਿਖਿਆ ਹੈ ਕਿ ਜੌਬ ਸੈਟੀਸਫੈਕਸ਼ਨ ਚਾਹੀਦੀ ਹੈ, ਤਾਂ ਵੀ ਐਗਜ਼ਾਮੀਨਰ ਨੂੰ ਕੋਈ ਫਰਕ ਨਹੀਂ ਹੈਗਾ। ਤੁਸੀਂ ਕਹਤਾ ਨਹੀਂ ਨਹੀਂ ਸਰ, ਜੌਬ ਸੈਟੀਸਫੈਕਸ਼ਨ ਤੋਂ ਕੀ ਲੈਣਾ, ਮੇਰੇ ਪਾਰਾ ਮੈਂ ਤਾਂ ਝਾੜੂ ਲਵਾ ਲਿਆ ਕਰੋ, ਰੁਪਈਆ ਲੱਖ ਦੇ ਦਿਆ ਕਰੋ, ਹੈਨਾ। that time ਤੁਹਾਨੂੰ ਕੀ ਲੱਗਦਾ ਹੈਗਾ, ਅਰੇ ਮਨਪ੍ਰੀਤ ਕੌਰ ਸਿੱਧੂ ਨਾ ਪੈਸੇ ਦੀ ਗੱਲ ਤਾਂ ਐਂ ਕਰਦੀ ਨਹੀਂ, ਹਾਂ ਬਿਲਕੁਲ ਸਹੀ ਗੱਲ ਕਹੀ ਹੈ ਸਰ, ਹੈਨਾ। ਤਾਂ ਕਹਿਣ ਦਾ ਮਤਲਬ ਕੀ ਹੈਗਾ ਕਿ ਉਸ ਟਾਈਮ ਤੇ ਤੁਹਾਡੀ ਆਪਣੀ ਮਰਜ਼ੀ ਹੈ, ਤੁਸੀਂ ਜਿਹੜੇ ਮਰਜ਼ੀ ਨੂੰ ਚੂਜ਼ ਕਰ ਦਿਓ। ਮੈਂ ਬੜੇ ਸਾਫ਼ ਸ਼ਬਦਾਂ ਦੇ ਵਿੱਚ ਕਲੀਅਰ ਕਰ ਰਿਹਾ ਇਹ ਗੱਲ। ਰਾਈਟਿੰਗ ਦੇ ਵਿੱਚ ਤੁਹਾਡੀ ਆਪਣੀ ਚੁਆਇਸ ਹੈ ਕਿ ਤੁਸੀਂ ਕਿਹੜੇ ਸਾਈਡ ਜਾ ਰਹੇ ਹੋ, ਤੁਹਾਡੀ ਆਪਣੀ ਚੁਆਇਸ ਹੈ। ਇਹਦੇ ਨਾਲ ਐਗਜ਼ਾਮੀਨਰ ਨੂੰ ਇਹ ਨਹੀਂ ਕਿ ਥੋੜਾ ਇੰਪ੍ਰੈਸ਼ਨ ਖਰਾਬ ਹੋਊਗਾ ਵੀ ਅਸੀਂ ਵੀ ਉਹ ਕਰੇ ਗ੍ਰੀਡੀ ਡੌਗ, ਹਾਂ ਵੀ ਬਿਗ ਸੈਲਰੀ ਕਹਤਾ ਵੀ ਤੁਹਾਡਾ ਤੇ ਮਤਲਬ ਪੈਸੇ ਨੂੰ ਧਿਆਨ ਹੈ ਤੁਹਾਡਾ। ਐਗਜ਼ਾਮੀਨਰ ਨੂੰ ਤੁਹਾਡੇ ਵਿਊ ਤੋਂ ਕੋਈ ਮਤਲਬ ਨਹੀਂ ਹੈਗਾ। ਇਹ ਅਸੀਂ 110% ਦੀ ਸ਼ੋਰਿਟੀ ਨਾਲ ਗੱਲ ਕਰ ਰਹੇ ਹਾਂ ਤੁਹਾਡੇ ਕੋਲੇ। ਐਗਜ਼ਾਮੀਨਰ ਨੂੰ ਤੁਹਾਡੇ ਵਿਊ ਤੋਂ ਕੋਈ ਮਤਲਬ ਨਹੀਂ। ਐਗਜ਼ਾਮੀਨਰ ਨੂੰ ਮਤਲਬ ਹੈ ਤਾਂ ਇੱਕ ਚੀਜ਼ ਤੋਂ ਹੈ ਕਿ ਤੁਸੀਂ ਸਟਰਕਚਰ ਕਿਵੇਂ ਦਾ ਲਿਖਿਆ ਹੈ, ਤੁਹਾਡਾ ਸੈਂਟੈਂਸ ਸਟਰਕਚਰ ਕਿਵੇਂ ਦਾ, ਤੁਹਾਨੂੰ ਲਿਖਣਾ ਆਉਂਦਾ ਹੈ, ਵਿਊ ਲਿਖਣਾ ਆਉਂਦਾ ਹੈ, ਬੋਡੀ ਪੈਰਾਗ੍ਰਾਫਸ ਨੂੰ ਬਹੁਤ ਅੱਛੇ ਤਰੀਕੇ ਨਾਲ ਬਣਾਇਆ, ਦੈਟਸ ਇਟ। ਇਸ ਤੋਂ ਬਾਅਦ ਮੈਂ ਕੋਈ ਗੱਲ ਨਹੀਂ ਸਮਝਾ ਸਕਦਾ, ਇਹ ਸਭ ਗੱਲਾਂ ਦਾ ਨਿਚੋੜ ਕੱਢ ਕੇ ਦੱਸ ਰਿਹਾ ਮੈਂ। ਹਾਂ, ਜਿਵੇਂ ਕਿ ਐਗਜ਼ਾਮੀਨਰ ਚਾਹੁੰਦਾ ਵੀ ਜੋ ਤੁਸੀਂ ਲਿਖਿਆ, ਜੋ ਤੁਸੀਂ ਕਹਿਣਾ ਚਾਹੁੰਦੇ ਹੋ ਨਾ, ਉਹ ਮੈਨੂੰ ਸਮਝਾਓ ਵੀ ਤੁਸੀਂ ਕਹਿਣਾ ਕੀ ਚਾਹੁੰਦੇ ਹੋ, ਬਸ ਠੀਕ ਹੈ। ਮੰਨ ਕੇ ਚਲੋ, ਵਧੀਆ ਜਿਹੀ ਇੱਕ ਐਗਜ਼ਾਮਪਲ ਦੇ ਦੇਣਾ। ਇੱਕ ਵਰਡ ਹੈ ਇੰਗਲਿਸ਼ ਦਾ ਫੀਮੇਲ ਫੋਰਟੀਸਾਈਡ, ਇਹਦਾ ਨਾਮ ਹੈ ਭਰੂਣ ਹੱਤਿਆ। ਜੇ ਮੈਂ ਹੁਣ ਸਾਰਿਆਂ ਤੋਂ ਪੁੱਛੂੰਗਾ ਨਾ ਵੀ ਬੇਟਾ ਫੀਮੇਲ ਫੋਰਟੀਸਾਈਡ ਹੋਣਾ ਚਾਹੀਦਾ ਕਿ ਨਹੀਂ, ਸਾਰੇ ਕਹਿਣਗੇ ਕਿ ਨਹੀਂ ਹੋਣਾ ਚਾਹੀਦਾ, ਡਿਸਐਗਰੀ ਨਹੀਂ। ਅਗਰੀ ਕਰਦੇ ਵਿੱਚ ਮਤਲਬ ਕਿ ਆਪਾਂ ਡਿਸਐਗਰੀ ਨਾ ਇਹ ਗੱਲ ਨਾਲ ਵੀ ਫੀਮੇਲ ਫੋਰਟੀਸਾਈਡ ਨਹੀਂ ਹੋਣਾ ਚਾਹੀਦਾ, ਡਾਟਰ ਨੂੰ ਵੀ ਬਰਥ ਲੈਣ ਦਾ ਰਾਈਟ ਹੈ। ਪਰ ਜੇ ਐਗਜ਼ਾਮ ਦੇ ਵਿੱਚ ਕੋਈ ਬੰਦਾ ਇਹ ਗੱਲ ਲਿਖਿਆ ਹੈ ਨਾ ਕਿ ਨਹੀਂ ਸਰ ਕੋਈ ਚੱਕਰ ਨਹੀਂ ਹੈਗਾ, ਫੀਮੇਲ ਫੋਰਟੀਸਾਈਡ ਕੋਈ ਚੱਕਰ ਨਹੀਂ ਹੈਗਾ, ਐਗਜ਼ਾਮੀਨਰ ਦੇ ਨਿਗਾਹ ਦੇ ਵਿੱਚ ਕੋਈ ਫਰਕ ਨਹੀਂ ਪਿਆ, ਚਾਹੇ ਤੁਸੀਂ ਉਧਰਲੇ ਪਾਸੇ ਹੋ ਚਾਹੇ ਤੁਸੀਂ ਉਧਰਲੇ ਪਾਸੇ ਹੋ। ਐਗਜ਼ਾਮੀਨਰ ਨੂੰ ਤਾਂ ਇਹ ਚਾਹੀਦਾ ਕਿ ਤੁਸੀਂ ਉਹਨੂੰ ਸੈਟੀਸਫਾਈ ਕਰਦੇ ਹੋ, ਇਸ ਤੋਂ ਬਿਨਾ ਕੋਈ ਗੱਲ ਨਹੀਂ ਹੈਗੀ। ਜਿਹਦੇ ਤੁਹਾਡੇ ਕੋਲੇ ਵੱਧ ਸੋਚਣ ਦੇ, ਜਿਹਦੇ ਤੁਹਾਡੇ ਕੋਲੇ ਵੱਧ ਪੁਆਇੰਟ ਲੱਗਦੇ ਆ, ਉਧਰ ਭਾਜੋ। ਤੁਹਾਡੇ ਤੇ ਕੋਈ ਆਰਾ ਥੋੜੀ ਰੱਖਿਆ ਹੈਗਾ ਵੀ ਤੁਸੀਂ ਇਹੀ ਕਰਨਾ ਹੈ, ਤੁਹਾਡੀ ਆਪਣੀ ਮਰਜ਼ੀ ਹੈ, ਤੁਸੀਂ ਕਿਵੇਂ ਵੀ ਕਰੋ। ਮੈਂ ਤੁਹਾਨੂੰ ਇੱਕ ਪੂਰਾ ਰਾਈਟਿੰਗ ਦਾ ਐਸੇ ਹੈ ਜਿਹੜਾ ਉਹ ਬਹੁਤ ਅੱਛੇ ਤਰੀਕੇ ਨਾਲ ਪੜ੍ਹਾ ਦੇਣਾ, ਇਹ ਵੀ ਸਮਝਾ ਦੂੰਗਾ ਕਿ ਕਿਵੇਂ ਕਿਵੇਂ ਐਸੇ ਨੂੰ ਕਰਨਾ ਹੈਗਾ। ਉਸ ਤੋਂ ਬਾਅਦ ਤੁਹਾਨੂੰ ਆਪ ਨੂੰ ਪਤਾ ਲੱਗ ਜਾਊਗਾ ਕਿ ਅਸੀਂ ਸਕੋਰ ਕਿਵੇਂ ਲੈ ਕੇ ਆਉਣਾ, ਬੈਂਡ ਸਕੋਰ ਸਾਡੇ ਕਿਵੇਂ ਆਉਣਗੇ। ਸਟਾਰਟ ਕਰੀਏ ਆਪਣੀ ਰਾਈਟਿੰਗ ਐਸੀ। ਥੰਬਸ ਅਪ, ਸ਼ੋ ਯੋਰ ਥੰਬਸ ਅਪ। ਵੈਰੀ ਗੁੱਡ, ਵੈਰੀ ਗੁੱਡ, ਲਵਲੀ। ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲੀ ਚੀਜ਼ ਅਸੀਂ ਤੁਹਾਨੂੰ ਦੱਸੀ ਸੀ ਇੰਟਰੋਡਕਸ਼ਨ, ਤੇ ਇੰਟਰੋਡਕਸ਼ਨ ਦੇ ਲਈ ਅਸੀਂ ਤੁਹਾਨੂੰ ਦੱਸਿਆ ਸੀਗਾ ਦੋ ਚੀਜ਼ਾਂ। ਪਹਿਲੀ ਚੀਜ਼ ਕੀ ਸੀ, ਰੀਫਰੇਜ਼ ਕਰਨਾ, ਦੂਜੀ ਚੀਜ਼ ਕੀ ਸੀ, ਥੀਸਿਸ ਲਾਈਨ ਨੂੰ ਲਿਖਣਾ। ਹੁਣ ਤੁਸੀਂ ਇਹ ਦੇਖੋ ਕਿ ਅਸੀਂ ਰੀਫਰੇਜ਼ ਕਿਵੇਂ ਲਿਖਿਆ, ਥੀਸਿਸ ਲਾਈਨ ਨੂੰ ਕਿਵੇਂ ਲਿਖਿਆ। ਸਭ ਤੋਂ ਪਹਿਲਾਂ ਮਾਈਂਡ 'ਚ ਪੜਿਆ ਕਿ ਬਿਗ ਸੈਲਰੀ ਇਜ਼ ਮਚ ਮੋਰ ਇੰਪੋਰਟੈਂਟ ਦੈਨ ਜੌਬ ਸੈਟਿਸਫੈਕਸ਼ਨ। ਇਸ ਚੀਜ਼ ਨੂੰ ਹੋਰ ਸ਼ਬਦਾਂ ਦੇ ਵਿੱਚ ਚੇਂਜ ਕਰਕੇ ਲਿਖਿਆ। ਅਸੀਂ ਕੀ ਕਿਹਾ, it is often argued that it is more advantageous to choose a job with a high wage even if it does not appeal to you at all। ਕਹਿੰਦੀ ਕੀ ਆ, ਇਹ ਕੀ ਆ, ਆਰਗੂਮੈਂਟ ਹੁੰਦਾ ਇਸ ਗੱਲ ਤੇ ਜ਼ਿਆਦਾਤਰ। it is often argued that ਕਿ ਮੋਰ ਜ਼ਿਆਦਾ ਫਾਇਦੇ ਨੇ ਕੀ ਚੂਜ਼ ਕਰਨ ਦੇ, ਜੌਬ ਜਿਹੜੀ ਕੀ ਹੈ ਜੌਬ ਆਪਦੀ ਸੈਟਿਸਫੈਕਸ਼ਨ ਨਾਲ, ਜਾਂ ਫਿਰ ਹਾਈ ਜਿਹੜੀ ਹਾਈ ਸੈਲਰੀ ਜੌਬ ਆ ਉਹਦੇ ਜ਼ਿਆਦਾ ਫਾਇਦੇ ਨੇ। ਚਾਹੇ ਇਹਦਾ ਕੀ ਮਤਲਬ ਆ, ਇਫ ਇਟ ਡਸ ਨਾਟ ਅਪੀਲ ਟੂ ਯੂ ਐਟ ਆਲ, ਭਾਵੇਂ ਉਹ ਤੁਹਾਨੂੰ ਪਸੰਦ ਨਹੀਂ ਹੈਗੀ। ਕਹਿਣ ਦਾ ਮਤਲਬ ਕੀ ਹੋ ਗਿਆ, ਆਮ ਤੌਰ ਤੇ ਬਹਿਸ ਕੀਤੀ ਜਾਂਦੀ ਹੈ। ਇਟ ਇਜ਼ ਆਫਨ ਆਰਗੂਡ ਦੈਟ it is more advantageous, ਇਹਦਾ ਬਹੁਤ ਜ਼ਿਆਦਾ ਫਾਇਦਾ ਹੈ
ਟੂ ਚੂਜ਼ ਅ ਜੌਬ ਵਿਦ ਹਾਈ ਵੇਜ, ਇੱਕ ਐਵੇਂ ਦੀ ਜੌਬ ਨੂੰ ਚੂਜ਼ ਕਰਨਾ ਜਿਹਦੇ ਚ ਬਹੁਤ ਜ਼ਿਆਦਾ ਪੈਸਾ ਮਿਲਦਾ ਹੈ, ਈਵਨ ਭਾਵੇਂ ਇਫ ਇਟ ਡਸ ਨਾਟ ਅਪੀਲ ਟੂ ਯੂ ਐਟ ਆਲ, ਭਾਵੇਂ ਇਹ ਤੁਹਾਨੂੰ ਖੁਸ਼ੀ ਦਿੰਦੀ ਹੈ, ਖੁਸ਼ੀ ਨਹੀਂ ਦਿੰਦੀ, ਪਰ ਫਾਇਦਾ ਇਹ ਹੁੰਦਾ ਹੈਗਾ ਕਿ ਇੱਕ ਵਧੀਆ ਹਾਈ ਸੈਲਰੀ, ਜਿਹੜੀ ਬਿਗ ਸੈਲਰੀ ਹੈ, ਉਹਦੀ ਜੌਬ ਲੈ ਲਓ। ਜਿੰਨਾ ਇਹ ਲਿਖਿਆ ਹੈ ਇਹਨੂੰ ਕਿਹਾ ਜਾਂਦਾ ਹੈ ਰੀਫਰੇਜ਼ ਕਰਨਾ। ਤੁਸੀਂ ਇੱਕ ਚੀਜ਼ ਹੋਰ ਨੋਟ ਕਰੋ ਕਿ ਜਿੱਥੇ ਉਰੇ ਬਿਗ ਸੈਲਰੀ ਹੈ, ਅਸੀਂ ਇਹਨੂੰ ਚੇਂਜ ਕਰਕੇ ਕੀ ਲਿਖਤਾ, ਹਾਈ ਵੇਜ। ਹਾਈ ਵੇਜ ਵੀ ਤਾਂ ਬਿਗ ਸੈਲਰੀ ਹੋ ਗਿਆ ਨਾ। ਇੰਪੋਰਟੈਂਟ ਨੂੰ ਉਰੇ ਕੀ ਇੰਪੋਰਟੈਂਟ, ਮੋਰ ਐਡਵਾਂਟੇजेस ਟੂ ਚੂਜ਼ ਹੋ ਗਿਆ। डेफिनेटली भी ये इंपॉर्टेंट है, ज्यादा इंपॉर्टेंट है, तो इट इज मोर एडवांटेज, ਇਹਦਾ ਜ਼ਿਆਦਾ ਫਾਇਦਾ ਇਹਨੂੰ ਚੂਜ਼ ਕਰਨ ਦਾ, ਇਹ ਜੌਬ ਨੂੰ। ਇਵਨ ਇਫ ਡਸ ਨਾਟ ਅਪੀਲ ਟੂ ਯੂ ਐਟ ਆਲ, ਮਤਲਬ ਕਿ ਚਾਹੇ ਇਹ ਤੁਹਾਨੂੰ ਸੈਟੀਸਫੈਕਸ਼ਨ ਦਿੰਦੀ ਹੈ ਚਾਹੇ ਨਹੀਂ ਦਿੰਦੀ, ਇਹ ਤੁਹਾਡੀ ਆਪਣੀ ਮਰਜ਼ੀ ਹੈ, ਤੁਸੀਂ ਇਸ ਨੂੰ ਕਿਸ ਤਰੀਕੇ ਨਾਲ ਲਿਖਦੇ ਹੋ। ਕੋਈ ਬੱਚਾ ਇਹਨੂੰ ਹੋਰ ਵੋਕੈਬਲਰੀ ਨਾਲ ਵੀ ਲਿਖ ਸਕਦਾ ਹੈ, ਕੋਈ ਹੋਰ ਨਾਲ ਵੀ ਲਿਖ ਸਕਦਾ ਹੈ, ਬਸ ਉੱਪਰਲੀ ਲਾਈਨ ਦਾ ਸੇਮ ਮਤਲਬ ਬਣਨਾ ਚਾਹੀਦਾ ਹੈ, ਇਹਨੂੰ ਕਹਿੰਦੇ ਆ ਰੀਫਰੇਜ਼। ਇਹ ਤੋਂ ਅਗਲੀ ਲਾਈਨ ਹੈ ਜਿਹੜੀ ਉਹ ਹੁੰਦੀ ਹੈ ਥੀਸਿਸ। ਥੀਸਿਸ ਆਪਾਂ ਨੂੰ ਐਸੇ ਬਾਰੇ ਇਹ ਦੱਸਦੀ ਹੈ ਪੁੱਤ ਕਿ ਅਸੀਂ ਅਗਰੀ ਆ ਜਾਂ ਅਸੀਂ ਡਿਸਅਗਰੀ ਆ। ਕਹਿੰਦਾ ਮਤਲਬ ਦੇਖੋ ਕੀ ਲਿਖਿਆ, ਦਿਸ ਐਸੇ ਡਿਸਅਗਰੀਜ਼, ਅਸੀਂ ਤਾਂ ਡਿਸਅਗਰੀ ਆ, ਸਾਨੂੰ ਬਿਗ ਸੈਲਰੀ ਨਹੀਂ ਚਾਹੀਦੀ, ਸਾਨੂੰ ਤਾਂ ਚਾਹੀਦੀ ਹੈ ਜੌਬ ਸੈਟੀਸਫੈਕਸ਼ਨ। ਤੇ ਮੈਂ ਇਸ ਐਸੇ ਦੇ ਪੱਖ 'ਚ ਨਹੀਂ ਹੈਗਾ, ਪਰ ਲਿਖਿਆ ਹੋਇਆ ਕੋਈ ਚੱਕਰ ਨਹੀਂ ਹੈਗਾ, ਮੈਨੂੰ ਭੋਰਾ ਨਹੀਂ ਪਸੰਦ ਹੈਗਾ ਇਹ ਐਸੇ, ਠੀਕ ਆ। This essay disagrees, ਮੇਰਾ ਤਾਂ ਪੜਨ ਦਾ ਜੀ ਨਹੀਂ ਕਰ ਰਿਹਾ, with this statement, ਜਿਹੜਾ ਇਹ essay ਹੈ ਬਿਲਕੁਲ disagree ਕਰਦੇ ਆ, because it gives us, ਮਤਲਬ ਕੀ ਹੈ, ਜਿਹੜੀ job satisfaction ਹੈ ਉਹ ਸਾਨੂੰ ਕੀ ਕੀ ਦਿੰਦੀ ਹੈ। ਆਵੇ TS1 ਲਿਖਿਆ ਮੈਨੇ, ਉਰੇ TS2 ਪੇਪਰ 'ਚ ਨਹੀਂ ਲਿਖਿਆ ਹੋਣਾ, ਕਿਤੇ ਐਵੇਂ ਲਿਖਿਆ ਹੋ, ਇਹ ਜਸਟ ਤੁਹਾਨੂੰ ਸਮਝਾਉਣ ਵਾਸਤੇ ਲਿਖਿਆ ਹੋਇਆ ਇਹ ਤੁਹਾਨੂੰ ਸਮਝਾਉਣ ਵਾਸਤੇ ਲਿਖਿਆ ਹੋਏਗਾ ਕਿ ਮੈਂ ਤਾਂ ਡਿਸਅਗਰੀ ਆ ਇਸ ਸਟੇਟਮੈਂਟ ਨਾਲ। ਬਹੁਤ ਬੱਚੇ ਨਾ ਉਰੇ ਤੱਕ ਇਹ ਥੀਸਿਸ ਲਿਖ ਜਾਂਦੇ ਨੇ, ਪਰ ਮੈਂ ਬਿਕੋਜ਼ ਲਿਖ ਕੇ ਨਾ मैं दो रीजन भी दसूंगा कि मैं बॉडी 1 च की दी गल करूंगा, बॉडी 2 दे विच मैं की दी गल करूंगा। कहने दा मतलब देखो, बिकॉज इट गिव्स अस प्लेजर, प्लेजर की होंदी है खुशी, हां अंदरूनी खुशी मिलदी है, जेडी जॉब सैटिस्फैक्शन है वो सानू दिंदी है अंदरूनी खुशी। एंड दूजे बी विच की लिखा है इंस्पायर पर्सन, इंस्पायर पर्सन की होंदा है कि बंदे दे अंदर कीड़ा जगा देना, बंदे नु ए मोटिवेट करके रखना, है ना। ਕਾਦੇ ਵਾਸਤੇ, ਟੂ ਵਰਕ ਹਾਰਡ, ਤਾਂ ਕਿ ਉਹ ਹੋਰ ਹਾਰਡ ਵਰਕ ਕਰੇ, ਠੀਕ ਆ। ਟੂ ਵਰਕ ਹਾਰਡ ਮਤਲਬ ਕੀ ਹੋ ਗਿਆ ਕਿ ਆਪਾਂ ਥੀਸਿਸ ਲਾਈਨ ਦੇ ਵਿੱਚ ਦੋ ਚੀਜ਼ਾਂ ਦੱਸਦੀਆਂ, ਇੱਕ ਦੱਸਦਾ ਪਲੇਜ਼ਰ ਖੁਸ਼ੀ, ਇੱਕ ਦੱਸਦਾ ਇਨਸਪਾਇਰ ਪਰਸਨ, ਵੀ ਇਹ ਦੋ ਕਾਰਨ ਨੇ ਜਿੰਨਾ ਕਰਕੇ ਮੈਂ ਇਹ ਕਹਿਣਾ ਚਾਹ ਰਿਹਾ ਕਿ ਮੈਨੂੰ ਤਾਂ ਜੌਬ ਸੈਟੀਸਫੈਕਸ਼ਨ ਚਾਹੀਦੀ ਹੈ, ਬਿਗ ਸੈਲਰੀ ਨਹੀਂ ਚਾਹੀਦੀ। ਇੰਨੀ ਚੀਜ਼ ਲਿਖਣ ਦਾ ਤੁਹਾਨੂੰ 0.5 ਬੈਂਡ ਤੁਹਾਡੀ ਝੋਲੀ 'ਚ ਪੈ ਜਾਊਗਾ। ਉਰੇ ਤੱਕ ਮੈਨੂੰ ਲੱਗਦਾ ਵੀ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ। ਤੁਹਾਡੀ ਆਪਣੀ ਮਰਜ਼ੀ ਹੈ ਕਿ ਤੁਸੀਂ ਰੀਫਰੇਜ਼ ਜਿਹੜੇ ਮਰਜ਼ੀ ਤਰੀਕੇ ਨਾਲ ਕਰੋ। ਰੀਫਰੇਜ਼ ਜਿਹੜੇ ਮਰਜ਼ੀ ਤਰੀਕੇ ਨਾਲ ਦਾ ਮਤਲਬ ਕੀ ਹੈਗਾ ਕਿ ਤੁਸੀਂ ਕਿਸੇ ਵੀ ਵੇ ਦੇ ਵਿੱਚ ਕੋਈ ਵੀ ਵੋਕੈਬਲਰੀ, ਹੋਰ ਵੋਕੈਬਲਰੀ ਯੂਜ਼ ਕਰਕੇ ਵੀ ਲਿਖ ਸਕਦੇ ਹੋ। ਮੰਨ ਕੇ ਚੱਲੋ ਤੁਹਾਡੇ ਚੋਂ ਕਿਸੇ ਬੱਚੇ ਨੇ ਇਹ ਲਿਖਤਾ, ਮੈਂ ਦੱਸਾਂ, ਕੋਈ ਬੱਚਾ ਇਹ ਲਿਖਿਆ ਵੀ ਹਾਈ ਵੇਜ ਇਜ਼ more important भी लिखा है, है ना, high wage is more important than job pleasant, pleasant हो गया satisfaction खुशी, तो वो भी ठीक है, वो भी गलत नहीं, बस तुसी जहेजा लिख के आओगे ओहे जे बैंड स्कोर मिलणगे। हुण मैं तुहानू एक चीज कह के हटिया कि बॉडी 1 है जेड़ा पूरा, ਇਹਦੇ ਵਿੱਚ ਕਿੰਨੀਆਂ ਚੀਜ਼ਾਂ ਲਿਖੀਆਂ ਜਾਂਦੀਆਂ ਨੇ, 4 ਚੀਜ਼ਾਂ। ਆਪਾਂ ਉੱਥੇ ਪੜਿਆ ਸੀ ਨਾ ਟਾਸਕ ਸਟੇਟਮੈਂਟ, ਮੈਂ ਤੁਹਾਨੂੰ ਉੱਥੇ ਪੜਾ ਕੇ ਆਇਆ ਸੀਗਾ 4 ਸਟੈਪਸ। ਜੇ 4 ਸਟੈਪਸ ਤੁਸੀਂ ਕਰਕੇ ਆਏ ਤੁਹਾਡਾ ਮਿਨੀਮਮ ਸਕੋਰ 6.5 ਮੈਕਸਿਮਮ 8 ਤੱਕ ਵੀ ਆ ਜਾਊਗਾ, ਚਿੰਤਾ ਨਾ ਕਰੋ। ਕਿਹੜੇ ਕਿਹੜੇ 4 ਸਟੈਪ ਸੀਗੇ? ਨੰਬਰ 1 ਸੀਗਾ ਟਾਸਕ ਸਟੇਟਮੈਂਟ, ਨੰਬਰ 2 ਸੀਗਾ ਐਕਸਪਲੇਨ, ਨੰਬਰ 3 ਸੀਗਾ ਐਗਜ਼ਾਮਪਲ, ਨੰਬਰ 4 ਸੀਗਾ ਇਫੈਕਟ। ਹੁਣ ਤੁਹਾਨੂੰ ਮੈਂ ਆਪਦਾ ਲਿਖਿਆ ਹੋਇਆ ਬੀਪੀ ਦਿਖਾਉਣਾ, ਚਾਰੇ ਚੀਜ਼ਾਂ ਦੇ ਅੱਡ-ਅੱਡ ਕਲਰ ਕਰਕੇ ਦਿਖਾਉਣਾ, ਤੁਹਾਨੂੰ ਪਤਾ ਲੱਗ ਜੂ ਵੀ ਸਰ ਇਹ ਲਿਖਿਆ ਕਿਵੇਂ ਜਾਂਦਾ ਹੁੰਦਾ ਹੈ। ਚਲੋ शुरू करते हैं। इंतक्षणी लेके प्रभु का नाम, ऐसे नु शुरू करया, बॉडी वन शुरू करया मैंने। फर्स्ट ऑफ ऑल ये तो बाद लाया कॉमा, ये हुंदा कनेक्टर।
ਸ਼ੁਰੂ ਸਭ ਤੋਂ ਪਹਿਲਾਂ ਕਾਦੀ ਗੱਲ ਕਰ ਰਹੇ ਆ? ਜਾਂ ਫਿਰ ਆਪਾਂ ਜਦੋਂ ਅਸੀਂ ਲਿਖਵਾਉਂਦੇ ਹੁੰਦੇ ਆ ਟੂ ਕਮੈਂਸ ਵਿਦ, ਟੂ ਬਿਗਨ ਵਿਦ, ਉਹ ਵੀ ਕਰ ਸਕਦੇ ਹੋ ਤੁਸੀਂ। ਠੀਕ ਹੈ, ਕਹਿੰਦਾ ਜੌਬ ਸੈਟੀਸਫੈਕਸ਼ਨ gives people a sense of fulfillment। ਕਹਿੰਦੇ ਜਿਹੜੀ ਜੌਬ ਸੈਟੀਸਫੈਕਸ਼ਨ ਆ ਨਾ ਉਹ ਲੋਕਾਂ ਨੂੰ ਸੈਂਸ ਆਫ ਫੁਲਫਿਲਮੈਂਟ ਦਿੰਦੀ ਆ। ਜਿਵੇਂ ਕਿ ਦੇਖੋ ਉੱਥੇ ਆਪਾਂ ਲਿਖਿਆ ਸੀ ਪਲੇਜ਼ਰ ਦਿੰਦੀ ਆ, ਇੱਥੇ ਆਪਾਂ ਉਹਨੂੰ ਹੀ ਪਲੇਜ਼ਰ ਨੂੰ ਰੀਫਰੇਜ਼ ਕਰਕੇ ਲਿਖਤਾ ਸੈਂਸ ਆਫ ਫੁਲਫਿਲਮੈਂਟ ਦਿੰਦੀ ਆ, ਵੀ ਇਹਦੇ ਨਾਲ ਲੋਕਾਂ ਨੂੰ ਅੰਦਰੂਨੀ ਖੁਸ਼ੀ ਮਿਲਦੀ ਆ। that no money can guarantee। ਜਿਹੜੀ ਖੁਸ਼ੀ ਪੈਸੇ ਨਾਲ ਨਹੀਂ ਮਿਲਦੀ। ਸੋ ਕੀ ਕਹਿ ਰਿਹਾ ਕਿ ਜਿਹੜੀ ਜੌਬ ਸੈਟੀਸਫੈਕਸ਼ਨ ਆ ਉਹ ਲੋਕਾਂ ਨੂੰ ਕੀ ਦਿੰਦੀ ਆ, ਇੱਕ ਅੰਦਰੂਨੀ ਪਲੇਜ਼ਰ ਦਿੰਦੀ ਆ। ਜਿਹੜਾ ਪਲੇਜ਼ਰ ਆ, ਜਿਹੜੀ ਖੁਸ਼ੀ ਆ, ਉਹ ਜਿਹੜੀ ਕੋਈ ਵੀ ਮਨੀ ਆ ਉਹ ਗਾਰੰਟੀ ਨਹੀਂ ਕਰਦੀ। ਆ ਰੈੱਡ ਕਲਰ ਜਿੱਥੇ ਕਰਿਆ ਮੈਂ, ਇੰਨਾ ਕਿ ਤੁਹਾਡਾ ਇਹ ਹੈਗਾ ਟਾਸਕ ਸਟੇਟਮੈਂਟ। ਆਪਾਂ ਟਾਸਕ ਸਟੇਟਮੈਂਟ 'ਚ ਇਹੀ ਦੱਸਦਾ ਕਿ ਜਿਹੜੀ ਜੌਬ ਸੈਟੀਸਫੈਕਸ਼ਨ ਹੈ ਉਹ ਸਾਨੂੰ ਅੰਦਰੂਨੀ ਖੁਸ਼ੀ ਦਿੰਦੀ ਹੈ। ਹੁਣ ਮੈਂ ਯੈਲੋ ਕਲਰ ਕਰੂੰਗਾ, ਇਹਨੂੰ ਕਹਿੰਦੇ ਐਕਸਪਲੇਨ ਕਰਨਾ। ਮੈਂ ਐਕਸਪਲੇਨ ਦੇਖੋ ਕਿਵੇਂ ਕੀਤਾ। ਕਹਿੰਦਾ even if someone is earning a high salary, ਕਹਿੰਦਾ ਜੇ ਕੋਈ ਬੰਦਾ ਮਤਲਬ ਜੇ ਕੋਈ ਬੰਦਾ ਹਾਈ ਸੈਲਰੀ ਅਰਨ ਕਰ ਰਿਹਾ ਵਾ, ਬਹੁਤ ਜ਼ਿਆਦਾ ਹਾਈ ਪੈਸੇ ਲੈ ਰਿਹਾ, ਆਪਦੀ ਸੈਲਰੀ ਲੈ ਰਿਹਾ, but feel tensed and compromises with conscience। ਪਰ ਉਹ ਕੀ ਹੈ, ਟੈਂਸ ਫੀਲ ਕਰਦਾ, ਬਹੁਤ ਜ਼ਿਆਦਾ ਸਟ੍ਰੈਸ ਵਿੱਚ ਰਹਿੰਦਾ ਤੇ ਕੰਪਰੋਮਾਈਜ਼ ਕਰਦਾ। ਕੰਪਰੋਮਾਈਜ਼ ਕਰਨਾ ਸਮਝਦੇ ਹੋ ਨਾ ਤੁਸੀਂ? ਵਿਦ ਕੰਸਾਈਂਸ, ਕੰਸਾਈਂਸ ਹੁੰਦਾ ਅੰਦਰੂਨੀ ਆਤਮਾ, ਅੰਤਰਾਤਮਾ। ਕਹਿੰਦੇ ਜੇ ਕੋਈ ਬੰਦਾ, ਉਹਨੂੰ ਪੈਸੇ ਤਾਂ ਬਹੁਤ ਮਿਲਦੇ ਆ ਪਰ ਉਹ ਟੈਨਸ਼ਨ 'ਚ ਰਹਿੰਦਾ, ਸਟ੍ਰੈਸ 'ਚ ਰਹਿੰਦਾ ਤੇ ਉਹ ਉਹਦੀ ਅੰਤਰਾਤਮਾ ਨਾਲ ਕੰਪਰੋਮਾਈਜ਼ ਕਰ ਰਿਹਾ। ਜਿਹੜਾ ਕੰਸਾਈਂਸ ਵਰਡ ਹੈ ਨਾ, ਇਹਨੂੰ ਜ਼ਮੀਰ ਕਹਿੰਦੇ ਨੇ। ਜ਼ਮੀਰ ਨਾਲ ਜਦੋਂ ਆਪਾਂ ਇਹ ਕਹਿੰਦੇ ਮੇਰਾ ਜ਼ਮੀਰ ਨਹੀਂ ਮੰਨਦਾ, ਤਾਂ ਉੱਥੇ ਕਹਿ ਸਕਦੇ ਵੀ ਮੇਰਾ ਕੰਸਾਈਂਸ ਹੈ ਜਿਹੜਾ ਅਲਾਉ ਨਹੀਂ ਕਰਦਾ, ਮੈਂ ਨਹੀਂ ਆ ਕੰਮ ਕਰਦਾ, ਮੇਰਾ ਜਿਹੜਾ ਕੰਸਾਈਂਸ ਹੈ ਨਾ ਉਹ ਮੰਨਦਾ ਨਹੀਂ ਹੈਗਾ। ਠੀਕ ਆ, ਜਿਹੜੇ ਕੰਪਰੋਮਾਈਜ਼ ਕੰਸਾਈਂਸ, this person would not enjoy his life। ਕਹਿੰਦੇ ਇਸ ਤਰ੍ਹਾਂ ਦਾ ਬੰਦਾ ਕਦੀ ਵੀ ਆਪਣੀ ਜ਼ਿੰਦਗੀ ਨੂੰ ਇੰਜੋਏ ਨਹੀਂ ਕਰ ਸਕਦਾ। while pursuing one's interests will always bring pleasure। ਹਾਂਜੀ, ਜਦੋਂ ਕਹਿੰਦੇ ਪਰ ਜੇ ਕੋਈ ਬੰਦਾ ਕਿਸੇ ਕੰਮ ਨੂੰ ਇੰਟਰਸਟ ਨਾਲ ਕਰਦਾ, ਇੰਟਰਸਟ ਤਾਂ ਹੀ ਹੋਗੀ ਨਾ ਜੇ ਉਹਨੂੰ ਸੈਟੀਸਫੈਕਸ਼ਨ ਹੋਏਗੀ। ਜੇ ਉਹੀ ਕੰਮ ਇੰਟਰਸਟ ਨਾਲ ਕੀਤਾ ਜਾਵੇ ਤਾਂ ਇਹਦੇ ਨਾਲ ਲੋਕਾਂ ਨੂੰ ਕੀ ਮਿਲਦਾ ਵਾ? ਪਲੇਜ਼ਰ, ਫੀਲਿੰਗ ਆਫ ਸੈਟੀਸਫੈਕਸ਼ਨ। ਹਾਂ, ਪਲੇਜ਼ਰ ਮਿਲਦਾ ਤੇ ਉਹਨਾਂ ਨੂੰ ਸੈਟੀਸਫੈਕਸ਼ਨ ਵਾਲੀ ਫੀਲ ਆਉਂਦਾ। ਦੂਜੇ ਨੰਬਰ ਤੇ ਆਪਣਾ ਕੀ ਹੋ ਗਿਆ? ਦੈਟ ਇਜ਼ ਕਾਲਡ ਆਪਣਾ ਐਕਸਪਲੇਨ ਕਰਤਾ। ਆਪਾਂ ਐਕਸਪਲੇਨ 'ਚ ਇਹ ਕਹਤਾ ਵੀ ਕੋਈ ਬੰਦਾ ਚਾਹੇ ਕਹਿੰਦਾ ਯਾਰ ਜਿੰਨੀ ਮਰਜ਼ੀ ਤਨਖਾਹ ਹੈ ਉਹਦੀ, ਜੋ ਆਪਣੇ ਆਪ ਨੂੰ ਟੈਨਸ਼ਨ 'ਚ ਰੱਖ ਦੇਗਾ ਤਾਂ ਇਹ ਜੀ ਤਨਖਾਹ ਦਾ ਕੀ ਫਾਇਦਾ? ਜੇ ਉਹਨੂੰ ਉਹ ਵਾਲੇ ਕੰਮ ਕਰਨੇ ਪੈਂਦੇ ਨੇ ਜਿਹਦੇ ਨਾਲ ਉਹਦਾ ਜ਼ਮੀਰ ਨਹੀਂ ਮੰਨਦਾ, ਇਹੋ ਜਿਹੇ ਕੰਮ ਨੂੰ ਕਰਨ ਦਾ ਕੋਈ ਫਾਇਦਾ ਨਹੀਂ ਹੈਗਾ। ਹਾਂਜੀ, ਦੇਖੋ ਹੁਣ ਉਹੀ ਹੋ ਗਿਆ ਨਾ ਕਿ ਹੁਣ ਕੋਈ ਬੰਦਾ ਕੰਮ ਤੇ ਜਾਂਦਾ, ਉਹਨੂੰ ਉਹ ਕੰਮ ਕਰਨਾ ਪਸੰਦ ਨਹੀਂ, ਪੈਸੇ ਬਹੁਤ ਮਿਲਦੇ ਆ ਪਰ ਪਸੰਦ ਨਹੀਂ, ਫਿਰ ਉਹ ਕੰਮ ਕਰੇ ਦਾ ਫਾਇਦਾ ਵੀ ਕੀ ਹੋਊਗਾ? ਕਹਿੰਦੇ ਉਹ ਕੰਮ ਕਰਨਾ ਚਾਹੀਦਾ ਜਿਹਨੂੰ ਕਰਕੇ ਪਲੇਜ਼ਰ ਮਿਲੇ, ਅੰਦਰੋਂ ਸੈਟੀਸਫੈਕਸ਼ਨ ਹੋਵੇ। ਹੁਣ ਜਿਵੇਂ ਰੈੱਡ ਵਾਲਾ ਸਾਰਾ ਟਾਸਕ ਸਟੇਟਮੈਂਟ ਹੋ ਗਈ, ਯੈਲੋ ਕੀ ਹੋ ਗਈ? ਐਕਸਪਲੇਨ। ਹੁਣ ਆਪਾਂ ਗ੍ਰੀਨ ਕਲਰ ਦੇ ਨਾਲ ਉਹਦੀ ਇੱਕ ਐਗਜ਼ਾਮਪਲ ਦਿੰਦੇ ਆ। ਓਕੇ, ਐਗਜ਼ਾਮਪਲ ਦੇ ਵਿੱਚ ਦੇਖੋ, ਫॉर ਐਗਜ਼ਾਮਪਲ numerous famous researchers made their career choices not because of appealing wages but because they were passionate about science। ਕਹਿੰਦੇ ਜਿਵੇਂ ਕਿ ਆਪਾਂ ਇੱਕ ਐਗਜ਼ਾਮਪਲ ਲੈ ਲੈਣੇ ਆ, ਬਹੁਤ ਸਾਰੇ ਫੇਮਸ ਰਿਸਰਚਰਸ ਕੌਣ ਹੁੰਦੇ ਆ? ਸਾਇੰਟਿਸਟ। ਕਹਿੰਦੇ ਹੁਣ ਤੁਸੀਂ ਇੱਕ ਗੱਲ ਦੱਸੋ ਕਿ ਜਿਹੜੇ ਬਹੁਤ ਸਾਰੇ ਸਾਇੰਟਿਸਟ ਨੇ ਉਹ ਇਸ ਲਈ ਤਾਂ ਨਹੀਂ ਕਰਦੇ ਹੈਗੇ ਕੰਮ ਕਿ ਉਹ ਆਪਦਾ ਕਰੀਅਰ ਚੁਆਇਸਿਸ ਬਣਾਉਣ ਜਾਂ ਫਿਰ ਉਹਨਾਂ ਨੂੰ ਪੈਸੇ ਮਿਲਣ। ਉਹ ਕਾਹਦੇ ਨਾਲ ਕਿਉਂ ਕਰਦੇ ਨੇ? ਰਿਸਰਚਸ ਕਿਉਂ ਕੀਤੀਆਂ ਜਾਂਦੀਆਂ? ਬਟ ਬਿਕੋਜ਼ ਦੇ ਵਰ ਪੈਸ਼ਨੇਟ ਅਬਾਊਟ ਸਾਇੰਸ। ਉਹਨਾਂ ਨੂੰ ਪੈਸ਼ਨ ਹੁੰਦਾ ਸਾਇੰਸ ਦੇ ਨਾਲ, ਨਾ ਕਿ ਉਹ ਪੈਸਿਆਂ ਵਾਸਤੇ ਕਦੀ ਕੋਈ ਸਾਇੰਟਿਸਟ ਜਾਂ ਰਿਸਰਚਰ ਨਹੀਂ ਬਣਦਾ ਹੈਗਾ। ਇਹ ਗੱਲ ਤੋਂ ਯਾਦ ਆ ਗਿਆ, ਮੈਂ ਬੁੱਕ 'ਚ ਪੜ੍ਹ ਰਿਹਾ ਸੀਗਾ, ਅਲਬਰਟ ਆਇਨਸਟਾਈਨ ਦਾ ਨਾਮ ਸੁਣਿਆ ਹੋਊਗਾ ਸਾਰਿਆਂ ਨੇ। ਆਇਨਸਟਾਈਨ ਦਾ ਆਪਣਾ ਇੱਕ ਕਮਰਾ ਸੀ, ਪਰਸਨਲ ਰੂਮ ਸੀਗਾ, ਉਹਦੇ 'ਚ ਬਹੁਤ ਜ਼ਿਆਦਾ ਟਾਈਮ ਸੀਗਾ ਉਹ ਸਪੈਂਡ ਕਰਦਾ ਸੀਗਾ। ਇੱਕ ਦਿਨ ਕੀ ਹੋਇਆ, ਉਹਦੀ ਵਾਈਫ ਸੀਗੀ, ਉਹ ਕੀ ਹੋਈ, ਉਹ ਤੋਂ ਕਹਿੰਦੇ ਵੀ ਕਾਈਂਡਲੀ ਮੈਨੂੰ ਕਿਤੇ ਘੁਮਾ ਲਿਆ। ਉਹ ਕਹਿੰਦਾ ਵੀ ਚੱਲ ਅੱਜ ਚੱਲਦੇ ਆ। ਉਹ ਕਹਿੰਦਾ ਅੱਜ ਚੱਲਦੇ ਆ। ਉਹ ਪੁੱਛਦਾ ਆਪਣੀ ਵਾਈਫ ਨੂੰ ਵੀ ਕਿੱਥੇ ਜਾਣਾ ਹੈ? ਉਹ ਕਹਿੰਦੀ ਜਿਹੜੀ ਜਗ੍ਹਾ ਤੁਹਾਨੂੰ ਪਸੰਦ ਹੈ ਆਪਾਂ ਉੱਥੇ ਚੱਲਦੇ ਆ। ਉਹ ਮੜਾ ਬਾਹਰ ਜਾ ਕੇ ਗੇੜਾ ਦੇ ਕੇ ਆ ਕੇ ਆਪਣੇ ਕਮਰੇ 'ਚ ਲਿਆਇਆ ਉਹਨੂੰ,
ਕਹਿੰਦਾ ਮੈਨੂੰ ਸਭ ਤੋਂ ਜ਼ਿਆਦਾ ਆਪਣੀ ਆਹੀ ਜਗ੍ਹਾ ਪਸੰਦ ਹੈ। ਮੈਂ ਇਹਨੂੰ ਪੜ੍ਹ ਰਿਹਾ ਸੀ, ਆਪਣੇ ਕਮਰੇ ਦੇ ਵਿੱਚ ਪੜ੍ਹ ਰਿਹਾ ਸੀ ਕਿ ਉਸ ਬੰਦੇ ਨੂੰ ਆਪਣੇ ਰੂਮ 'ਚ ਨਵੇਂ-ਨਵੇਂ ਆਈਡੀਆਜ਼ ਕ੍ਰੀਏਟ ਹੁੰਦੇ ਸੀ, ਨਵੀਂ-ਨਵੀਆਂ ਥਿਉਰੀਜ਼ ਕ੍ਰੀਏਟ ਹੁੰਦੀਆਂ ਸੀਗੀਆਂ, ਤਾਂ ਉਹਨੂੰ ਉਸ ਚੀਜ਼ ਨਾਲ ਪਿਆਰ ਸੀਗਾ। ਤਾਂ ਸੇਮ ਚੀਜ਼ ਮੈਡਮ ਨੇ ਵੀ ਇਹੀ ਸਮਝਾਈ ਹੈ ਕਿ ਬਹੁਤ ਸਾਰੇ ਸਾਇੰਟਿਸਟ ਐਵੇਂ ਦੇ ਨੇ ਜਿਨ੍ਹਾਂ ਨੇ ਆਪਣਾ ਕੈਰੀਅਰ ਬਣਾਇਆ ਸਾਇੰਸ ਦੇ ਵਿੱਚ, ਰਿਸਰਚਰਸ ਨੇ, ਕਿਉਂਕਿ ਉਹਨਾਂ ਨੂੰ ਕੋਈ ਤਨਖਾਹ ਤੋਂ ਮਤਲਬ ਨਹੀਂ ਸੀ, ਉਹਨਾਂ ਨੂੰ ਕੋਈ ਪੈਸੇ ਤੋਂ ਮਤਲਬ ਨਹੀਂ ਸੀਗਾ, ਉਹਨਾਂ ਨੂੰ ਸੈਟੀਸਫੈਕਸ਼ਨ ਤੋਂ ਮਤਲਬ ਸੀ ਵੀ ਆਹੀ ਬਣਨਾ ਹੈ ਬਸ, ਹੋਰ ਕੁਝ ਨਹੀਂ ਬਣਨਾ। ਹੁਣ ਇਫੈਕਟ ਸ਼ੁਰੂ ਕਰਦੇ ਹਾਂ ਬਲੂ ਕਲਰ ਦੇ। ਨਹੀਂ ਸਰ ਕੋਈ ਨਾ, orange ਵੀ ਚੱਲ ਜੂ। ਕਲਰ ਦਿੰਨੇ ਆਪਾਂ ਇਹ ਵਾਲਾ, ਇੱਕੋ ਜਿਹਾ ਹੋ ਗਿਆ ਨਾ, ਚਲ ਕੋਈ ਨਾ, ਇੱਧਰ ਆ ਕੇ ਬਦਲ ਜੂਗਾ। ਹਾਂ therefore ਲਿਖਿਆ ਕਨੈਕਟਰ ਇਹ ਵੀ ਲਾਸਟ ਦਾ ਇਫੈਕਟ ਕੀ ਹੈ, ਰਿਜ਼ਲਟ ਕੀ ਨਿਕਲਦਾ ਹੈ। ਕਹਿੰਦਾ ਇਟ ਇਜ਼ ਮੋਰ ਇੰਪੋਰਟੈਂਟ ਟੂ ਚੂਜ਼ ਦ ਕਾਈਂਡ ਆਫ ਵਰਕ what makes you happy than to look at high salary। ਕਹਿੰਦੇ ਇਸ ਕਰਕੇ ਇਹ ਜ਼ਿਆਦਾ ਇੰਪੋਰਟੈਂਟ ਹੁੰਦਾ ਕਿ ਚੂਜ਼ ਕਰਨਾ ਕਾਈਂਡ ਆਫ ਵਰਕ, ਵੀ ਜਿਹੜਾ ਤੁਸੀਂ ਕੰਮ ਕਰ ਰਹੇ ਹੋ ਕੀ ਤੁਹਾਨੂੰ ਕੰਮ ਕਰਨਾ ਪਸੰਦ ਆ, ਇਨਸਟੈਡ ਆਫ ਲੁੱਕ ਐਟ ਹਾਈ ਸੈਲਰੀ, ਵੀ ਪੈਸਿਆਂ ਵੱਲ ਦੇਖਦੇ ਦੇਖਦੇ ਉਹ ਕੰਮ ਸ਼ੁਰੂ ਕਰ ਦੋ ਜਿਹੜਾ ਤੁਸੀਂ ਤੁਹਾਨੂੰ ਕਰਨਾ ਪਸੰਦ ਨਹੀਂ ਆ। ਸੋ ਕਹਿੰਦੇ ਉਹ ਚੀਜ਼ ਨੂੰ ਪ੍ਰੈਫਰੈਂਸ ਦਿਓ ਜੋ ਤੁਹਾਨੂੰ ਕਰਨਾ ਪਸੰਦ ਆ, ਪੈਸੇ ਬਾਅਦ ਵਿੱਚ ਆਪੇ ਆਉਂਦੇ ਰਹਿਣਗੇ। ਡੈਫੀਨਿਟਲੀ ਮਤਲਬ ਕੀ ਹੈਗਾ ਕਿ ਅਸੀਂ ਆ ਚਾਰ ਚੀਜ਼ਾਂ ਤੁਹਾਨੂੰ ਸ਼ੋ ਕੀਤੀਆਂ ਨੇ ਬੱਚੇ, ਕਲਰ ਦੇ ਬੇਸਿਸ ਤੇ ਤੁਸੀਂ ਡਿਫਰੈਂਸਿਸ ਦੇਖ ਸਕਦੇ ਹੋ। ਰੈੱਡ, ਹਾਂ ਰੈੱਡ ਹੈ ਜਿਹੜਾ ਉਹ ਟਾਸਕ ਸਟੇਟਮੈਂਟ ਹੈ, ਜਿਹੜਾ ਯੈਲੋ ਹੈ ਉਹਨੂੰ ਐਕਸਪਲੇਨ ਕਰਨ ਤੇ ਲਾਇਆ, ਐਗਜ਼ਾਮਪਲ ਤੇ ਇਫੈਕਟ, ਇਹ ਬੋਡੀ 1 ਹੈ। ਤਾਂ ਡੈਫੀਨਿਟਲੀ ਜਿਹੜਾ ਬੋਡੀ 2 ਹੋਊਗਾ ਉਹਦੇ ਵਿੱਚ ਵੀ 4 ਕਲਰ ਹੀ ਹੋਣਗੇ। ਲਓ ਜੀ ਆਪਾਂ ਆ ਗਏ ਬੋਡੀ 2 ਦੇ ਵਿੱਚ, ਤੇ ਤੁਹਾਨੂੰ ਬੋਡੀ 2 ਦੇ ਵਿੱਚ ਕੀ ਕੀ ਚੀਜ਼ਾਂ ਦੇਖਣ ਨੂੰ ਮਿਲਣਗੀਆਂ, ਆ ਜਾਓ ਆਪਾਂ ਇਧਰ ਉਹੀ ਕਰਦੇ ਹਾਂ ਬੱਚੇ। ਦੇਖੋ ਉਧਰ ਫਸਟ ਆਫ ਆਲ ਲਿਖਿਆ ਸੀ ਤਾਂ ਕਰਕੇ ਇੱਥੇ ਆਪਾਂ ਸੈਕੰਡਲੀ ਲਿਖ ਲਿਆ, ਉਹ ਵੀ ਕਰਨਾ ਹੁੰਦਾ ਨਹੀਂ ਮਤਲਬ ਮੈਂ ਲਿਖ ਕੇ ਸਾਈਡ ਤੇ ਬੜਾ ਵਧੀਆ ਲੱਗਿਆ ਨਾ। ਚਲੋ ਜੀ, ਚਾਰ ਚੀਜ਼ਾਂ ਉੱਚ ਸੀਗੀਆਂ, ਚਾਰ ਚੀਜ਼ਾਂ ਏਚ ਨੇ, ਇਹਦੀਆਂ ਚਾਰ ਚੀਜ਼ਾਂ ਨੂੰ ਆਪਾਂ ਕਿਵੇਂ ਲਿਖਿਆ, ਉੱਥੇ ਆਪਣੇ ਸ਼ੁਰੂ ਕੀਤਾ ਸੀ ਫਸਟਲੀ ਤੋਂ, ਇੱਥੇ ਆਪਾਂ ਸ਼ੁਰੂ ਕਰ ਲਿਆ ਸੈਕੰਡਲੀ ਤੋਂ, ਕਿਉਂਕਿ ਬੋਡੀ ਪੈਰਾਗ੍ਰਾਫ 2 ਹੈ। ਸੈਕੰਡਲੀ, ਡੂਇੰਗ ਵਾਟ ਯੂ ਲਾਈਕ ਕੀਪਸ ਯੂ ਮੋਟੀਵੇਟਿਡ। ਕਹਿੰਦੇ ਦੂਸਰੀ ਗੱਲ ਕੀ ਹੈ ਸੈਕੰਡਲੀ, ਕਹਿੰਦੇ ਡੂਇੰਗ ਵਾਟ ਯੂ ਲਾਈਕ, ਉਹ ਕਰਨਾ ਜੋ ਕਰਨਾ ਤੁਹਾਨੂੰ ਪਸੰਦ ਆ, ਉਹ ਤੁਹਾਨੂੰ ਕੀ ਰੱਖਦਾ, ਕੀਪ ਯੂ ਮੋਟੀਵੇਟਿਡ, ਉਹ ਤੁਹਾਨੂੰ ਮੋਟੀਵੇਟ ਕਰਦਾ ਰਹਿੰਦਾ। ਐਂਡ ਲੀਡਸ ਟੂ ਅ ਕੈਰੀਅਰ ਗਰੋਥ, ਉਹ ਮੋਟੀਵੇਸ਼ਨ ਦੇ ਨਾਲ ਤੁਹਾਨੂੰ ਕੈਰੀਅਰ ਗਰੋਥ ਵੀ ਮਿਲ ਜਾਂਦੀ ਹੈ, ਤੁਸੀਂ ਜ਼ਿੰਦਗੀ 'ਚ ਅੱਗੇ ਕੁਝ ਕਰ ਵੀ ਸਕਦੇ ਹੋ। ਇਹ ਕੀ ਹੋਗੀ, ਟਾਸਕ ਸਟੇਟਮੈਂਟ ਬਲੂ ਵਾਲੀ। ਤੁਸੀਂ ਇਹ ਦੇਖੋ ਕਿ ਆਪਾਂ ਨੇ ਜਿੰਨਾ ਕਿ ਲਿਖਿਆ, ਚਾਹੇ 2 ਲਾਈਨਾਂ ਲਿਖੀਆਂ ਕੋਈ ਚੱਕਰ ਨਹੀਂ ਹੈਗਾ, ਪਰ ਇਹ 2 ਲਾਈਨਸ ਕੀ ਨੇ ਪੁੱਤ, ਆਪਾਂ ਨੂੰ ਇਹ ਪਤਾ ਲੱਗੇ ਕਿ ਸਾਡਾ ਮੇਨ ਪੁਆਇੰਟ ਕਿਹੜਾ ਸੀ, ਗੱਲ ਕਿਹਦੇ ਬਾਰੇ ਕਰਾਂਗੇ। ਇਸ ਤੋਂ ਬਾਅਦ ਨੈਕਸਟ ਕੀ ਹੈ, ਆਪਾਂ ਰੈੱਡ ਕਲਰ ਕਰਦੇ ਹਾਂ, ਇਨ ਅਦਰ ਵਰਡਸ, ਦੂਜੇ ਸ਼ਬਦਾਂ ਵਿੱਚ there is a strong relation between job satisfaction and productivity। ਹਾਂਜੀ ਕਹਿੰਦੇ ਕਿ ਦੂਸਰੇ ਸ਼ਬਦਾਂ ਵਿੱਚ ਜੇ ਆਪਾਂ ਕਹੀਏ ਕਿ ਕਹਿੰਦੇ ਕਿ there is a strong relation, ਇੱਕ ਕਹਿੰਦੇ ਬਹੁਤ ਗੂੜਾ ਰਿਸ਼ਤਾ ਹੈ ਕਿਹਦੇ ਵਿੱਚ, ਜੌਬ ਸੈਟੀਸਫੈਕਸ਼ਨ ਤੇ ਪ੍ਰੋਡਕਟਿਵਿਟੀ ਵਿੱਚ। ਮਤਲਬ ਕੀ ਹੈ, ਜੋ ਬੰਦਾ ਕੰਮ ਕਰਦਾ ਉਹਦੇ ਤੋਂ ਕੀ ਨਿਕਲ ਕੇ ਆਊਗਾ, ਉਹ ਪ੍ਰੋਡਕਟਿਵਿਟੀ ਹੁੰਦੀ ਆ। as people who love their job can easily excel in their fields of work and achieve better results than those who put salary on first place। ਕਹਿੰਦੇ ਜਿਹੜੇ ਲੋਕ ਜੋ ਵੀ ਉਹ ਕੰਮ ਕਰਦੇ ਆ, ਜੇ ਉਹਨਾਂ ਨੂੰ ਉਹ ਕੰਮ ਪਸੰਦ ਆ ਨਾ, ਤਾਂ ਉਹ ਉਸ ਫੀਲਡ ਦੇ ਵਿੱਚ ਬਹੁਤ ਅੱਗੇ ਆ ਸਕਦੇ ਆ, ਠੀਕ ਹੈ, ਤੇ ਬੈਟਰ ਰਿਜ਼ਲਟਸ ਦੇ ਸਕਦੇ ਆ ਉਹਨਾਂ ਨਾਲੋਂ ਜਿਹੜੇ ਸੈਲਰੀ ਨੂੰ ਫਸਟ ਪਲੇਸ ਤੇ ਸਮਝਦੇ ਆ। ਬਹੁਤ ਲੋਕ ਸੈਲਰੀ ਨੂੰ ਪਹਿਲੇ ਨੰਬਰ ਤੇ ਲਿਆਉਂਦੇ ਆ, ਉਹ ਲੋਕ ਆਪਣੀ ਜ਼ਿੰਦਗੀ 'ਚ ਅੱਗੇ ਜ਼ਿਆਦਾ ਨਹੀਂ ਆ ਸਕਦੇ। ਜਿਹੜੇ ਲੋਕ ਆਪਣੇ ਕੰਮ ਨੂੰ ਪਿਆਰ ਕਰਦੇ ਆ ਨਾ, ਉਹ ਇੱਕ ਦਿਨ ਫਿਰ ਬਹੁਤ ਜ਼ਿਆਦਾ ਸੋਹਣਾ ਆਪ ਕਮਾ ਵੀ ਲੈਂਦੇ ਨੇਗੇ। ਹੁਣ ਆਪਾਂ 3rd ਨੰਬਰ ਤੇ ਇੱਕ ਐਗਜ਼ਾਮਪਲ ਦਿੰਨੇ ਆ, ਤੇ ਐਗਜ਼ਾਮਪਲ ਦੇ ਲਈ ਪੁੱਤ ਯੈਲੋ ਜੀ ਮੈਮ, ਜੀ ਹਲੋ ਕੁਛ ਰਹਿ ਨਾ ਜਾਵੇ, ਡਿਜ਼ਾਈਨ ਬਣਿਆ। ਚਲੋ ਫॉर ਇੰਸਟੈਂਸ, ਜਦੋਂ ਆਪਾਂ ਐਗਜ਼ਾਮਪਲ ਨੂੰ ਸ਼ੁਰੂ ਕਰਦੇ ਤਾਂ ਆਪਾਂ ਐਵੇਂ ਦਾ ਕਨੈਕਟਰ ਵੀ ਲਿਖਦੇ ਆਂਗੇ। ਇੱਕ ਨਾਮ ਲਿਖਿਆ ਕਿਸੇ ਬੰਦੇ ਦਾ, ਹੈਨਰੀ ਮਿਲਰ, ਰਾਈਟਰ ਹੈ, decided to leave his regular job
despite a good wage. ਹਾਂਜੀ ਕਹਿੰਦੇ ਹੈਨਰੀ ਮਿਲਰ ਨੇ ਡਿਸਾਈਡ ਕੀਤਾ ਕਰ ਲਿਆ ਸੀਗਾ ਕਿ ਮੈਂ ਆਪਣੀ ਨਾ ਰੈਗੂਲਰ ਜੌਬ ਨੂੰ ਛੱਡ ਦੇਣਾ ਡਿਸਪਾਈਟ ਆਫ ਗੁੱਡ ਵੇਜ ਭਾਵੇਂ ਉਹਨੂੰ ਬਹੁਤ ਵਧੀਆ ਤਨਖਾਹ ਮਿਲਦੀ ਸੀ ਫਿਰ ਵੀ ਉਹਨੇ ਆਪਣੀ ਜੌਬ ਨੂੰ ਛੱਡ ਦਿੱਤਾ and ventured to become a writer. ਤੇ ਉਹਨੇ ਫਿਰ ਕੀ ਸੋਚਿਆ ਕਿ ਮੈਂ ਜੌਬ ਨਹੀਂ ਕਰਨੀ ਚਾਹੇ ਕਿੰਨੀ ਮਰਜ਼ੀ ਤਨਖਾਹ ਹੋਵੇ ਮੈਂ ਤਾਂ ਕੀ ਬਣਨਾ ਰਾਈਟਰ ਬਣਨਾ And after enduring years of ups and downs, ਤੇ ਕਹਿੰਦੇ ਉਹਦੇ ਜਿਹੜੀ ਜ਼ਿੰਦਗੀ ਦੇ ਬਹੁਤ ਸਾਰੇ ਉਤਾਰ ਚੜਾਅ ਤੋਂ ਬਾਅਦ he became one of the most famous and well paid author of 20th century. ਹਾਂਜੀ ਆਪਣੀ ਜ਼ਿੰਦਗੀ ਦੇ ਉਤਾਰ ਚੜਾਅ ਤੋਂ ਬਾਅਦ ਉਹ ਕੀ ਬਣ ਗਿਆ ਇੱਕ ਬਹੁਤ ਜ਼ਿਆਦਾ ਫੇਮਸ ਪਲੱਸ ਵੈਲ ਪੇਡ ਆਥਰ ਮਤਲਬ ਕਿ ਜਿਹਦੇ ਕੋ ਪੈਸਾ ਵੀ ਬਹੁਤ ਆ ਗਿਆ ਇੱਕ ਫੇਮਸ ਵੀ ਹੋ ਗਿਆ ਤੇ ਵੈਲ ਪੇਡ ਆਥਰ ਵੀ ਬਣ ਗਿਆ ਕਿਹੜੀ ਸੈਂਚਰੀ ਦਾ 20th ਸੈਂਚਰੀ ਲਾਸਟ ਤੇ ਆਪਣੇ ਕੋਲ ਰਹਿ ਗਿਆ ਇੱਕ ਇਫੈਕਟ ਜਿਹੜਾ ਰਿਜ਼ਲਟ ਕੱਢਿਆ ਆਪਾਂ ਨੇ thus advantage of jobs that keeps you satisfied outweigh the drawbacks of a low salary in a long term perspective. ਕਹਿੰਦੇ ਇਸ ਕਰਕੇ ਜਿਹੜਾ ਜੌਬ ਦੀ ਐਡਵਾਂਟੇਜ ਆ ਜਿਹੜੀ ਜੌਬ ਦੀ ਉਹ ਆਊਟਵੇ ਕਰਦੀ ਆ ਕਿ ਨੂੰ ਜਿਹੜੀ ਸੈਟੀਸਫੈਕਸ਼ਨ ਨੂੰ ਠੀਕ ਹੈ ਤੇ ਜਿਹੜੀਆਂ ਇਹਦੀਆਂ ਲੋ ਸੈਲਰੀ ਇਨ ਆ ਲੌਂਗ ਟਰਮ ਪਰਸਪੈਕਟਿਵ ਕੀ ਆ ਜਦੋਂ ਆਉਣ ਵਾਲੇ ਫਿਊਚਰ ਦੇ ਵਿੱਚ ਜਾ ਕੇ ਉਹਨਾਂ ਨੂੰ ਇਸ ਚੀਜ਼ ਦਾ ਫਾਇਦਾ ਹੁੰਦਾ ਹੈ ਇੱਕ ਵਾਰੀ ਲੱਗਦਾ ਹੈ ਕਿ ਹਨਾ ਮੈਂ ਆਪਣਾ ਕੰਮ ਛੱਡਤਾ ਬਟ ਜਿਵੇਂ ਉਹਨਾਂ ਨੇ ਹੈਨਰੀ ਮਿਲਰ ਦੀ ਐਗਜ਼ਾਮਪਲ ਦਿੱਤੀ ਸੀ ਕਿ ਬਾਅਦ ਚੋਂ ਉਹਦਾ ਸ਼ੌਕ ਵੀ ਪੂਰਾ ਹੋ ਗਿਆ ਤੇ ਪੈਸਾ ਵੀ ਮਿਲ ਗਿਆ ਠੀਕ ਹੈ ਦੋਨੋਂ ਚੀਜ਼ਾਂ ਮਿਲ ਗਈਆਂ ਜੋ ਕਹਿੰਦੇ ਫਿਰ ਇਹਦਾ ਜਿਹੜਾ ਰਿਜ਼ਲਟਸ ਨੇ ਉਹ ਲੌਂਗ ਟਰਮ ਮਿਲਦੇ ਹੁੰਦੇ ਆ ਚਲੋ ਆਪਾਂ ਕੀ ਕੀਤਾ ਬੀਪੀ 1 ਦੇ ਵਿੱਚ ਵੀ ਚਾਰ ਚੀਜ਼ਾਂ ਬੀਪੀ 2 ਦੇ ਵਿੱਚ ਵੀ ਚਾਰ ਚੀਜ਼ਾਂ ਲਾਸਟ ਤੇ ਆਪਣੇ ਕੋਲੇ ਪੁੱਤ ਰਹਿ ਗਿਆ ਕਨਕਲੂਜਨ ਆ ਜਾਓ ਕਨਕਲੂਜਨ ਨੂੰ ਲਿਖਣ ਦਾ ਤਰੀਕਾ ਦੇਖੋ ਸ਼ੁਰੂ ਕੀਤਾ ਟੂ ਕਨਕਲੂਡ ਤੋਂ ਟੂ ਕਨਕਲੂਡ I strongly believe that job satisfaction is more beneficial. ਕਹਿੰਦੇ ਮੈਨੂੰ ਮੈਂ ਸਟਰੋਂਗਲੀ ਬਿਲੀਵ ਕਰਦਾ ਕਿ ਜਿਹੜੀ ਜੌਬ ਸੈਟੀਸਫੈਕਸ਼ਨ ਆ ਨਾ ਉਹ ਜ਼ਿਆਦਾ ਬੈਨੀਫੀਸ਼ੀਅਲ ਆ ਜ਼ਿਆਦਾ ਫਾਇਦੇਮੰਦ ਆ Then high salary. ਕਿਹਦੇ ਨਾਲੋਂ ਹਾਈ ਸੈਲਰੀ ਨਾਲੋਂ Because it makes people happy ਕਿਉਂਕਿ ਇਹ ਲੋਕਾਂ ਨੂੰ ਖੁਸ਼ ਰੱਖਦੀ ਆ and motivated. ਤੇ ਮੋਟੀਵੇਟ ਰੱਖਦੀ ਆ ਹੁਣ ਤੁਸੀਂ ਇੱਕ ਚੀਜ਼ ਦੇਖੋ ਕਨਕਲੂਜਨ ਚ ਉਹੀ ਲਿਖਿਆ ਜਿਹੜਾ ਮੇਕਸ ਪੀਪਲ ਹੈਪੀ ਦੀ ਗੱਲ ਅਸੀਂ ਬੀਪੀ 1 ਚ ਕਰਕੇ ਆਏ ਸੀ ਮੋਟੀਵੇਟਡ ਰਹਿਣ ਦੀ ਗੱਲ ਬੀਪੀ 2 ਚ ਕੀਤੀ ਸੀ ਜੋ ਉੱਪਰ ਗੱਲਾਂ ਕਰਕੇ ਆਏ ਸੀ ਉਹਨਾਂ ਨੂੰ ਹੀ ਨੀਚੇ ਲਿਖ ਕੇ ਆਪਾਂ ਨੇ ਕਨਕਲੂਜਨ ਸਿੱਟਾ ਦੱਸਦਾ ਵੀ ਪੂਰੇ ਐਸੇ ਦਾ ਕੀ ਨਿਕਲਿਆ ਕੋਈ ਨਵੀਂ ਚੀਜ਼ ਐਡ ਨਹੀਂ ਕੀਤੀ ਗੱਲ ਖਤਮ ਇਦਾਂ ਕਦੀ ਨਾ ਕਰਿਓ ਕੋਈ ਆਈਡੀਆ ਨਵਾਂ ਯਾਦ ਆ ਗਿਆ ਉਹ ਆਪਾਂ ਕਨਕਲੂਜਨ ਚ ਲਿਖ ਲਿਆ ਉੱਥੇ ਅਸੀਂ ਗਲਤੀ ਕਰ ਜਾਂਦੇ ਆ ਜੋ ਉੱਪਰ ਲਿਖਿਆ ਬਸ ਉਹਨੂੰ ਰੀਫਰੇਸ ਕਰਕੇ ਨੀਚੇ ਲਿਖ ਦਿਓ ਸੋ ਮੈਨੂੰ ਲੱਗਦਾ ਕਿ this was the best way ਕਿ ਆਪਾਂ ਨੂੰ ਕੁਝ ਤਾਂ ਪਤਾ ਲੱਗਿਆ ਹੋਣਾ ਕਿ ਆਪਾਂ ਇੱਕ ਐਸੇ ਨੂੰ ਕਿਸ ਤਰੀਕੇ ਨਾਲ ਡਿਜ਼ਾਈਨ ਕਰਦੇ ਆਂਗੇ ਕਿਵੇਂ ਲਿਖਦੇ ਆਂਗੇ ਤੇ ਤੁਹਾਡਾ ਕਿਸੇ ਦਾ ਕੋਈ ਵੀ ਸਵਾਲ ਹੈਗਾ ਤਾਂ ਤੁਸੀਂ ਪੁੱਛ ਸਕਦੇ ਹੋਗੇ ਚੈਟ ਮੈਂ ਓਪਨ ਕਰਨ ਲੱਗਿਆ 2 ਮਿੰਟ ਦਾ ਤੁਹਾਨੂੰ ਬ੍ਰੇਕ ਲੈ ਲਈਏ ਠੀਕ ਹੈ ਤੁਸੀਂ ਚੈਟ ਦੇ ਵਿੱਚ ਕੁਝ ਵੀ ਸਵਾਲ ਪੁੱਛ ਸਕਦੇ ਹੋ ਜੋ ਪੜਾਇਆ ਉਹ ਤੋਂ ਬਿਨਾ ਕੋਈ ਸਵਾਲ ਨਹੀਂ ਦੈਟਸ ਫਾਈਨ pursuing ਜਿਹੜੀ ਚੀਜ਼ ਨੂੰ ਆਪਾਂ ਕਹਿੰਦੇ ਹੁੰਦੇ ਨਾ I am pursuing job
मैं जॉब कर रहा, परस्यू करना, किसी काम नूं करना, परस्यू। जिवें तुसीं यू वर्ड यूज किया, अकॉर्डिंग टू सेंस आप यूज कर सकते हैं, हरेक थां ते आपां इहनूं अप्लाई नहीं करांगे, ठीक है। अकॉर्डिंग टू सेंस। कंसाइंस, गुरसिमरत, कंसाइंस का मतलब होंदा है जमीर, अपनी अंदर दी आत्मा। मन के चलो तुहानूं कैनेडा जाके किसी ने कहा उस्ताद जी तुसीं करो बुचर हाउस च काम, जिन्होंने स्लॉटर हाउस भी कहते हैं, ठीक है। स्लॉटर हाउस होंदा है कसाई खाना। मैं स्पैलिंग तुहानूं चैट च देना, SLAUGHTR, स्लॉटर हाउस चैट च दिता मैंने। इहनूं कसाई खाना कहते हैं। आप उत्थे यूज कर सकते भी नहीं यार मेरा जमीर नहीं मनता, तो आप उत्थे यूज कर सकते हैं कि नहीं यार मेरा जिहड़ा जमीर है वो नहीं मनता, है ना। एक मिनट अनम्यूट करियो प्लीज निधि, 1 मिनट का बहुत है। चल हाँ जी पूछो। ਸਰ ਸਤਿ ਸ਼੍ਰੀ ਅਕਾਲ। ਸਰ ਮੈਂ ਪੁੱਛਣਾ ਸੀਗਾ ਕਿ ਜਿੱਦਾਂ ਪ੍ਰੋਬਲਮ ਸੋਲੂਸ਼ਨਸ ਵਾਲਾ ਐਸੇ ਹੁੰਦਾ ਉਹਦੇ ਵਿੱਚ ਜਿਵੇਂ ਉਹਦਾ ਪਤਾ ਲੱਗ ਗਿਆ ਲਾਈਕ ਇੱਕ ਰੀਜ਼ਨ ਤੇ ਸੋਲੂਸ਼ਨ ਵਾਲਾ ਮੈਂ ਐਸੇ ਪੜਿਆ ਸੀਗਾ, ਉਹਦੇ ਵਿੱਚ ਐਦਾਂ ਸੀ ਕਿ 1 BP ਫਰਸਟ ਦੇ ਵਿੱਚ ਰੀਜ਼ਨਸ ਦਿੱਤੇ ਸੀ, ਦੈਨ ਉਹਦੇ ਇਫੈਕਟਸ ਦਿੱਤੇ ਸੀ ਸੈਕਿੰਡ ਦੇ ਵਿੱਚ, ਮਤਲਬ ਇਹ ਦੋਨੇ। मैं तुहानूं हुणी दस के हटिया कि ये पैटर्न है जिहड़ा पुराना हो गया, आपां ये पैटर्न नूं यूज नहीं करते। ਸਰ ਜਦੋਂ ਨਾ ਮੌਕ ਟੈਸਟ ਹੋਇਆ ਸੀ ਉਦੋਂ ਆਇਆ ਸੀ ਕੈਸੇ, ਤਾਂ ਤੁਸੀਂ ਦੱਸਿਆ ਸੀਗਾ ਕਿ ਫਰਸਟ BP ਦੇ ਵਿੱਚ ਆਪਾਂ ਰੀਜ਼ਨਸ ਦੇਤੇ ਕਿ ਆ ਲਾਈਕ ਜਿਹੜੇ ਮੋਬਾਈਲ ਫੋਨਸ ਨੇ ਵਾਈ ਦੇ ਆਰ ਲਾਈਕ ਅਫੈਕਟਿੰਗ ਦਾ। ਅਕੋਰਡਿੰਗ ਟੂ ਸਟੇਟਮੈਂਟ ਦੇਖ ਕੇ ਲੱਗਦਾ ਪਤਾ। ਹੁਣ ਆਪਾਂ ਇਹ ਤੇ ਮੈਂ ਤੁਹਾਨੂੰ ਕੋਈ ਚੀਜ਼ ਕਹਿੰਦਾ ਤੇ ਉਹ ਫਿਰ ਮਜ਼ਾ ਨਹੀਂ ਹੋਣਾ ਹੈਗਾ ਨਿਧੀ, ਕਹਿਣ ਦਾ ਮਤਲਬ ਸਮਝ ਰਹੇ ਹੋ ਨਾ ਮੇਰੀ ਗੱਲ। ਪ੍ਰੋਬਲਮ ਤੇ ਸੋਲੂਸ਼ਨ ਦਾ ਜਦੋਂ ਵੀ ਐਸੇ ਆਊਗਾ ਪੁੱਤ, ਇੱਕ BP ਦੇ ਵਿੱਚ ਪ੍ਰੋਬਲਮ ਤੇ ਵਿੱਚੇ ਸੋਲੂਸ਼ਨ, ਅਗਲੇ ਚ ਪ੍ਰੋਬਲਮ ਤੇ ਸੋਲੂਸ਼ਨ, ਦੈਟਸ ਇਟ। ਫਾਈਨ, ਠੀਕ ਹੈ। ਹੋਰ ਕਿਸੇ ਨੇ ਅਨਮਿਊਟ ਕਰਨਾ ਹੋਵੇ, ਇਸ ਦਾ ਦਿਲ ਕਰਦਾ ਹੋਵੇ। ਅਮਨਦੀਪ ਕੌਰ 5 ਮਿੰਟ ਲਵਾਂਗਾ ਤੁਹਾਡੇ ਵਿਚਾਰ, ਕਿਉਂਕਿ ਪਤਾ ਤੁਸੀਂ ਭਰੇ ਪਏ ਹੋ ਤੇ ਤੁਸੀਂ ਖਾਲੀ ਹੋਣੇ ਹੋ। ਹਾਂਜੀ ਅਮਨਦੀਪ ਕਰੋ ਅਨਮਿਊਟ। ਸਰ ਵਟ ਐਕਸਟੈਂਟ ਡੂ ਯੂ ਐਗਰੀ অর ਡਿਸਐਗਰੀ ਵਾਲਾ ਥੋੜਾ ਜਿਹਾ ਸਟਰਕਚਰ ਐਕਸਪਲੇਨ ਕਰ ਦੋ ਕਿ ਉਹਦਾ ਕੀ ਹੁੰਦਾ ਹੈ। ਇਸ ਤੋਂ ਬਾਅਦ ਸਮਝਾ ਦੂੰਗਾ ਪੁੱਤ, ਕੋਈ ਨਾ ਇਸ ਤੋਂ ਬਾਅਦ ਸਮਝਾ ਦੂੰਗਾ, ਠੀਕ ਹੈ। ਥੈਂਕ ਯੂ ਸੋ ਮਚ ਸਰ। ਓਕੇ। ਹੋਰ ਕੋਈ? राजवीर हाँ जी, हाँ जी, श्योर श्योर श्योर। हाँ जी राजवीर जी करो अनम्यूट। रॉबिन हेलो कैमरा नहीं स्नैपचैट से। हाँ जी, हाँ जी, हाँ जी सर। डियर आवाज सर कई बार ऐसा होता कि आप डिसएग्री का वो कर ले लिखण लग जाते। हेलो बोलो बोलो बोलो। हाँ जी सर उस टाइम अग्री दे ज्यादा विचार आउण लगे जी, डिसएग्री दा शुरू कर लिए डियर या अग्री दा शुरू कर लिए और डिसएग्री दे ज्यादा आउण लग जाते। सर मैनू ना तुहाडा इंटरनेट करके तुसीं मैनू टाइप कर दो काइंडली, मैनू समझ ही नहीं आया हैगा क्योंकि वो सारी आवाज ना कट गई। काइंडली तुसीं मैनू टाइप कर दो, आई डेफिनेटली हेल्प यू देयर। थैंक यू। Anyone last 3? पल्लवी तूर। हाँ पुत्र। हेलो नव मैम सर ਉਹ ਮੈਂ ਪੁੱਛਣਾ ਸੀ ਜਿਹੜਾ ਆਪਾਂ ਰਿਜ਼ਲਟ ਚ ਲਿਖਦੇ ਆ ਆਫਟਰ ਐਗਜ਼ਾਮਪਲ, ਮੈਮ ਉਹ ਮੈਨੂੰ ਥੋੜਾ ਜਿਹਾ ਦੱਸ ਦਿਓ, ਮਤਲਬ ਉਹਦੇ ਵਿੱਚ ਕਿਹੜੇ ਪੁਆਇੰਟਸ ਲਿਖਦੇ ਆ ਆਪਾਂ, ਐਗਜ਼ਾਮਪਲਸ ਦੇ ਰਿਲੇਟਡ ਲਿਖਦੇ ਆ ਜਾਂ ਫਿਰ ਜੋ ਆਪਾਂ ਫੈਕਟਸ ਲਿਖਦੇ ਆ ਜੋ ਸਾਰੇ ਐਸੇ ਦਾ ਨਿਚੋੜ, ਮਤਲਬ ਕਿ ਸਾਰੇ BP ਦਾ ਓਕੇ ਗਾਟ ਇਟ ਲਿਖੀ ਹੁੰਦੀ ਆ ਉਹ ਵੀ ਤਾਂ ਆਪਾਂ ਉੱਪਰ ਟਾਸਕ ਸਟੇਟਮੈਂਟ ਦੇ ਰਿਲੇਟਡ ਹੀ ਲਿਖੀ ਹੁੰਦੀ ਆ। ਹਰ ਇੱਕ ਚੀਜ਼ ਨਾ ਸਟੈਪ ਬਾਈ ਸਟੈਪ ਹੈ। ਦੇਖੋ ਪਹਿਲਾ ਟਾਸਕ ਸਟੇਟਮੈਂਟ ਦਾ ਮਤਲਬ ਆਪਣੇ ਪੁਆਇੰਟ ਦੱਸਤਾ, ਉਸੇ ਪੁਆਇੰਟ ਨੂੰ ਆਪਾਂ ਨੇ ਐਕਸਪਲੇਨ ਕੀਤਾ, ਉਸੇ ਪੁਆਇੰਟ ਨਾਲ ਜੁੜੀ ਹੋਈ ਐਗਜ਼ਾਮਪਲ ਦਿੱਤੀ। ਜਦੋਂ ਆਪਾਂ ਤਿੰਨ ਚੀਜ਼ਾਂ ਹੋਈਆਂ ਨਾ ਆਪਾਂ ਤਿੰਨੇ ਚੀਜ਼ਾਂ ਕਰਕੇ ਉਹਦਾ ਇਫੈਕਟ ਦਿੱਤਾ। ਇੱਕ ਓਕੇ ਫਾਈਨ ਪੱਲਵੀ ਦੇਖੋ ਹਾਂਜੀ ਮੈਮ ਸਕਦੇ ਹੋ ਇਨ ਐਨੀ ਕੇਸ ਤੁਹਾਨੂੰ ਪਤਾ ਨਹੀਂ ਚੱਲ ਰਿਹਾ ਮੈਂ ਇਫੈਕਟ ਕੀ ਲਿਖਾ, ਤੁਸੀਂ ਨਾ ਟਾਸਕ ਸਟੇਟਮੈਂਟ ਨੂੰ ਰੀਫਰੇਜ਼ ਕਰਕੇ ਲਿਖ ਦਿਓ, ਉਹ ਵੀ ਇਫੈਕਟਿਵ ਆ। ਆਲਰਾਈਟ ਹਾਂਜੀ ਮੈਮ ਕਾਫੀ ਸਾਰੇ ਮੈਂ ਰੀਡ ਕੀਤੇ ਸੀ ਜੋ ਤੁਸੀਂ ਸੈਂਡ ਕਰਦੇ ਹੁੰਦੇ ਤੇ ਮੈਂ ਉਹ ਚ ਦੇਖਿਆ ਕਿ ਸਮ ਟਾਈਮ ਆਤਾ ਉਹਦਾ ਵੀ ਰੀਫਰੇਜ਼ ਕੀਤਾ, ਦੈਟਸ ਵਾਈ ਆਈ ਐਮ ਗੋਇੰਗ ਟੂ ਬੀ ਕਨਫਿਊਜ਼ਡ ਕਿ ਮਤਲਬ ਆਪਾਂ ਰਿਜ਼ਲਟ ਦੇ ਵਿੱਚ ਕੀ ਲਿਖਣਾ ਹੈ। ਵੀ ਆਪਾਂ ਕਰ ਸਕਦੇ ਆ, ਉਹਨਾਂ ਨੂੰ ਰੀਫਰੇਜ਼ ਕਰਕੇ ਲਿਖ ਦਿਆ ਕਰੋ, ਇਫੈਕਟ ਬਣ ਜਾਏਗਾ। ਓਕੇ ਗਾਟ ਇਟ ਮੈਮ, ਥੈਂਕ ਯੂ ਮੈਮ। ਹਾਂਜੀ ਗੁਰਸਿਮਰਤ ਜੀ। ਜੀ ਸਰ ਸਤਿ ਸ਼੍ਰੀ ਅਕਾਲ ਜੀ। ਸਰ ਮੈਂ ਪੁੱਛਣਾ ਸੀਗਾ ਜੀ
ਵੀ ਜਦੋਂ ਮੰਨ ਲਓ ਆਪਾਂ ਤੋਂ ਇੱਕ ਪੁਆਇੰਟ ਐਕਸਪਲੇਨ ਨਹੀਂ ਹੋਇਆ ਜ਼ਿਆਦਾ ਹੈ ਨਾ, ਉਹਦੀ ਐਗਜ਼ਾਮਪਲ ਨਹੀਂ ਆਪਾਂ ਤੋਂ ਜ਼ਿਆਦਾ ਐਕਸਪਲੇਨ ਹੋ ਰਹੀ, ਤਾਂ ਆਪਾਂ ਇੱਕ ਬੀਬੀ ਚ 2 ਪੁਆਇੰਟ ਕਰ ਸਕਦੇ ਹਾਂ ਸਰ ਵੀ ਜਿੱਦਾਂ ਉਹਨਾਂ ਤੋਂ ਹਾਂ ਐਕਸਪਲੇਨ ਨਹੀਂ ਹੋਇਆ। ਜੇ ਤੁਹਾਡੇ ਤੋਂ ਮਤਲਬ ਕਿ ਐਗਜ਼ਾਮਪਲ ਐਡ ਨਹੀਂ ਹੋਈ, ਮਤਲਬ ਫਿਰ ਤਾਂ ਤੁਹਾਡਾ ਬੀਪੀ ਛੋਟਾ ਬਣ ਜਾਊਗਾ। ਫਿਰ ਤੁਸੀਂ ਐਗਜ਼ਾਮਪਲ ਦੀ ਜਗ੍ਹਾ ਤੇ ਕੋਈ ਵੀ ਇੱਕ ਹੋਰ ਪੁਆਇੰਟ ਲੈ ਲਓ, ਉਹਨੂੰ ਥੋੜਾ ਹੋਰ ਐਕਸਪਲੇਨ ਕਰ ਦਿਓ, ਐਗਜ਼ਾਮਪਲ ਰਹਿਣ ਦਿਓ, ਐਵੇਂ ਵੀ ਚੱਲ ਪਊਗਾ। ਹਾਂਜੀ ਹਾਂਜੀ ਠੀਕ ਹੈ ਗੁਰਸਿਮਰਤ, ਉਹਦੇ ਚ ਠੀਕ ਹੈ ਸਰ, ਥੈਂਕ ਯੂ। ਨਾ ਪਾਇਓ, ਫਿਰ ਲੈਂਥ ਬਹੁਤ ਵੱਧ ਜੂਗੀ। ਹਾਂ ਇਹ ਨਾ ਕਰਿਓ ਕਿ 2 ਵਿਊ ਦੇ ਕੇ ਤੀਜੀ ਐਗਜ਼ਾਮਪਲ ਵੀ ਪਾ ਦਿਓ ਇੱਕ ਬੀਪੀ ਚ, ਉਹਦੇ ਨਾਲ ਲੈਂਥ ਵੱਧ ਜੂਗੀ। ਤਾਂ ਇਸ ਕਰਕੇ ਜਾਂ ਤਾਂ ਐਗਜ਼ਾਮਪਲ ਨੂੰ ਪਾ ਲਿਓ, ਜਾਂ ਤੁਹਾਡੇ ਕੋਲ ਜਿਹੜੇ ਵਿਊਜ਼ ਹੈਗੇ ਆਗੇ ਤੁਸੀਂ ਉਹਨਾਂ ਨੂੰ ਪਾਓ, ਐਗਜ਼ਾਮਪਲ ਨੂੰ ਛੱਡ ਦਿਓ। ਪਰ ਦੋਨੋਂ ਬੀਪੀਸ ਚੋਂ ਇੱਕ ਚ ਪਲੀਜ਼ ਐਗਜ਼ਾਮਪਲ ਜ਼ਰੂਰ ਹਾਂਜੀ ਪਾਇਆ ਹਾਂਜੀ ਠੀਕ, ਦੋਨਾਂ ਚ ਐਡਜਸਟ ਹੁੰਦੀ ਹੈ, ਠੀਕ ਹੈ, ਨਹੀਂ ਹੁੰਦੀ ਇੱਕ ਚ ਪਾਓ, ਇੱਕ ਚ 2 ਆਈਡੀਆਜ਼ ਪਾਓ। ਠੀਕ ਹੈ ਸਰ, ਠੀਕ ਹੈ ਮੈਮ, ਥੈਂਕ ਯੂ ਮੈਮ। ਰਾਜਵੀਰ ਕਹਿ ਰਹੇ ਆ sometimes we start to write whether agree statement but disagree point starts to come in my mind. Why it is like that? Planning ਨਹੀਂ ਕਰਦੇ ਮੈਮ ਤੁਸੀਂ? ਨਾ ਸਰ ਨਹੀਂ ਸਰ ਸਰ ਜੀ ਪਤਾ ਕੀ ਆ, ਮੇਰੀ ਇੱਕ ਹੈਬਿਟ ਹੈ ਕਿ ਜੇ ਪਲੈਨਿੰਗ ਹੈ ਨਾ ਤੁਸੀਂ ਕੁਝ ਵੀ ਕਰ ਦੋਗੇ। ਮੇਰਾ ਇੰਸਟੀਚਿਊਟ ਹੈ ਨਾ ਜਿਹੜਾ, ਮੇਰੀ ਉਮਰ ਹੈਗੀ ਹੈ ਸਰ 27 ਸਾਲ ਦੀ, 27-28 ਸਾਲ ਦੀ ਹੋਣੀ ਹੈ ਮੇਰੀ ਉਮਰ, ਠੀਕ ਆ। ਜਿੱਥੇ ਮੇਰਾ ਇੰਸਟੀਚਿਊਟ ਹੈ ਨਾ ਉਹਦੇ ਨਾਲ ਨਾਲ ਪਤਾ ਕਿੰਨੇ ਇੰਸਟੀਚਿਊਟ ਨੇ? 54 ਇੰਸਟੀਚਿਊਟ ਮੇਰੇ ਇੰਸਟੀਚਿਊਟ ਦੇ ਨਾਲ, 54 ਅਕੈਡਮੀਆਂ, ਜਿੱਥੇ ਮੈਂ ਵਿੱਚ ਜੇ ਬੜਿਆ ਬੈਠਾ ਕਿਤੇ, ਹੈਨਾ। ਤੇ ਕੋਈ ਕਿਸੇ ਦੀ ਏਜ ਪਤਾ ਕਿੰਨੀ ਹੈ? ਕੋਈ 38 ਈਅਰ, ਕੋਈ 48 ਈਅਰ, ਕੋਈ 36 ਈਅਰ, ਕਿਸੇ ਨੇ ਤਾਂ ਬਲਕਿ 30 ਈਅਰ ਐਕਸਪੀਰੀਅੰਸ ਹੈ। ਹਾਂ ਬਾਈ ਗॉड, ਇੱਕ ਨੇ ਲਿਖ ਰਿਹਾ ਵੀ 30 ਈਅਰ ਐਕਸਪੀਰੀਅੰਸ। ਮੈਂ ਕਿਹਾ ਤਾਂ ਮੇਥੋਂ ਤਕੜਾ ਐਕਸਪੀਰੀਅੰਸ ਲਈ ਫਿਰਦੇ ਆ, ਹੈਨਾ। ਪਰ ਗੱਲ ਸੁਣੋ, ਜਿੰਨਾ ਮਰਜ਼ੀ ਯਾਰ ਕੋਈ ਚੀਜ਼ ਜੋ ਮਰਜ਼ੀ ਕਰ ਦੋ, ਮੈਟਰ ਕੀ ਆ ਕਿ ਸਾਹਮਣੇ ਜਿਹੜਾ ਤੁਹਾਡੇ ਬੰਦਾ ਆ ਕੇ ਬਹਿ ਗਿਆ ਉਹਨੂੰ ਸਮਝ ਆ ਰਿਹਾ ਕਿ ਨਹੀਂ ਆ ਰਿਹਾ। ਮੈਟਰ ਤਾਂ ਇਹ ਹੈ ਨਾ, ਜੋ ਤੁਸੀਂ ਪੜ੍ਹਾ ਰਹੇ ਹੋ, ਏਜ ਤਾਂ ਇੱਕ ਨੰਬਰ ਹੈ, ਗੱਲ ਖਤਮ। ਏਜ ਕੋਈ ਨਹੀਂ ਹੁੰਦੀ। ਮੈਂ ਕਹਿੰਦਾ ਆਪਣੀ ਕਲਾਸ 'ਚ ਮੇਥੋਂ ਉਮਰ 'ਚ ਵੱਡੇ ਲੋਕ ਬੈਠੇ ਹੋਣੇ ਆ, ਮੈਂ ਉਹਨਾਂ ਤੋਂ, ਉਹ ਮੈਥੋਂ ਸਿੱਖ ਰਹੇ ਆਗੇ। ਮੈਂ 6th ਕਲਾਸ ਦੇ ਵਿੱਚ, ਮੈਂ ਨਾ ਜਦੋਂ ਪੜ੍ਹਦਾ ਹੁੰਦਾ ਸੀਗਾ, ਆਈ ਵਾਜ਼ ਇਨ ਮਹਿੰਦਰਾ ਕਾਲਜ ਪਟਿਆਲਾ, ਮੇਰੀ ਸਟੱਡੀ ਉੱਥੋਂ ਆ, ਮੈਂ ਮਿਊਜ਼ਿਕ ਨਾਲ ਪੜ੍ਹਿਆ ਹੋਇਆ, ਐਂਡ ਆਈ ਵਾਜ਼ ਅਨੇਬਲ, ਮੈਨੂੰ ਤਬਲਾ ਨਹੀਂ ਆਉਂਦਾ ਸੀ ਵਜਾਉਣਾ, ਮਤਲਬ ਕਿ ਹਾਰਮੋਨੀਅਮ ਨਹੀਂ ਆਉਂਦਾ ਸੀ, ਤਬਲਾ ਦੋਨੇ ਨਹੀਂ ਆਉਂਦੇ ਸੀ ਵਜਾਉਣੇ। ਮੈਂ ਕਹਿੰਦਾ ਜੀ ਕਹਿੰਦੇ ਕਹਾਉਂਦੇ ਉਸਤਾਦਾਂ ਨੇ ਜ਼ੋਰ ਲਾ ਲਿਆ, ਮੈਥੋਂ ਨਹੀਂ ਸਿੱਖਿਆ ਗਿਆ। ਉਹ ਤਾਲਾਂ ਜਿਹੀਆਂ ਹੋਰ ਤਰ੍ਹਾਂ ਦੱਸਿਆ ਕਰਨ, ਧਿਨ ਧਿਨ ਦਾਗੇ ਤ੍ਰਿਕਟ ਤੂੰ ਨਾ ਕਰਤਾ। ਮੈਂ ਸਮਝਿਆ ਕਰਾਂ ਵੀ ਆ ਕੀ ਹੋ ਰਿਹਾ ਹੈਗਾ, ਕਿਉਂਕਿ ਨਾ ਤਾਂ ਸਾਡੇ ਖਾਨਦਾਨ 'ਚ ਕਿਸੇ ਨੇ ਕਰੀ। ਇੱਕ ਨਾ ਆਪਣਾ ਸ਼ਾਇਦ ਬਹੁਤ ਲੋਕ ਜਾਣਦੇ ਵੀ ਹੋਣਗੇ, ਬਹੁਤ ਨਹੀਂ, ਮੁੰਡਾ ਸਿੰਗਰ ਹੈ ਗੁਰਜੈਜ਼ GURJAZZ, ਉਹ ਮੇਰਾ ਕਲਾਸਮੇਟ ਵੀ ਹੈ, ਮੇਰਾ ਬਚਪਨ ਦਾ ਯਾਰ ਵੀ ਹੈ, ਸਾਡੇ ਘਰ ਦਾ ਆਉਣਾ ਜਾਣਾ ਵੀ ਹੈ, ਇਕੱਠੇ ਹੁੰਦੇ ਅਸੀਂ। ਉਹਨੇ ਮੈਨੂੰ ਧੱਕੇ ਨਾਲ ਮਾਰ ਕੇ ਪੰਪ, ਕਹਿੰਦਾ ਮਿਊਜ਼ਿਕ ਲਵਾਂਗੇ ਮਿਊਜ਼ਿਕ। ਤੇ ਸਾਡੇ ਟੱਬਰ 'ਚ ਕਿਸੇ ਨੇ ਮਿਊਜ਼ਿਕ ਦੇ ਨੇੜੇ ਤੇੜੇ ਨਾਲ ਲੰਘਿਆ ਕੋਈ? ਮੈਂ ਕਹਿੰਦਾ ਕਹਿੰਦੇ ਕਹਾਉਂਦੇ ਬੰਦਿਆਂ ਨੇ ਜ਼ੋਰ ਲਾ ਰਿਹਾ, ਐਂਡ ਆਈ ਵਾਜ਼ ਅਨੇਬਲ ਕਿ ਮੈਨੂੰ ਮਿਊਜ਼ਿਕ ਆਵੇ। ਮੈਂ ਜੀ ਉਹ ਤੋਂ ਛਡਾ ਕੇ ਆ ਗਿਆ, ਗੱਲ ਖਤਮ। ਮੈਨੂੰ ਭੋਰਾ ਨਹੀਂ ਆਉਂਦਾ ਸੀਗਾ, ਤੇ ਮੇਰੇ ਨੰਬਰ ਪਤਾ ਕਿੰਨੇ ਆਏ? 98 ਮਿਊਜ਼ਿਕ ਚੋਂ। ਤੇ ਜਦੋਂ ਕਿਤੇ ਸਕੂਲ 'ਚ ਇੰਟਰਵਿਊ ਦੇਣਾ ਸੀ ਨਾ, ਉਹ ਕਹਿੰਦੇ ਵੀ ਯਾਰ ਇੰਨਾ ਹੁਸ਼ਿਆਰ ਬੱਚਾ, ਇਹ ਹੈ ਕੌਣ, ਇਹਨੂੰ ਬੁਲਾਓ। ਕਹਿੰਦੇ ਵੀ ਮਿਊਜ਼ਿਕ ਇਹ ਬੰਦੇ ਤੋਂ ਪਲੇ ਕਰਵਾਉਣਾ ਹੈਗਾ। ਮੈਨੂੰ ਬੁਲਾਇਆ ਆਫਿਸ 'ਚ, ਚਾਹ ਚੂ ਪਿਆਈ ਮੈਨੂੰ, ਮੇਰੇ ਅੱਗੇ ਹਾਰਮੋਨੀਅਮ ਲਿਆ ਕੇ ਧਰਦਾ। ਮੈਂ ਸੋਚਾਂ ਵੀ ਮਨਾ ਹੁਣ ਕੀ ਕਰੀਏ। ਮੈਂ ਕਿਹਾ ਇਹ ਤੇ ਹਾਰਮੋਨੀਅਮ ਹੈ। ਕਹਿੰਦੇ ਹਾਂ। ਮੈਂ ਕਿਹਾ ਜੀ ਮੈਨੂੰ ਤਾਂ ਸਿਤਾਰ ਆਉਂਦੀ ਹੈ। ਮੈਂ ਤਾਂ ਨਾ ਉੱਥੋਂ ਚੁੱਪ ਚਪੀਤੇ ਛੂਟ ਬੰਨ ਕੇ ਚਾਹ ਦਾ ਕੱਪ ਪੀ ਕੇ ਆ ਗਿਆ। ਪਰ ਆ ਕੇ ਮੈਨੇ ਆਪਦੇ ਆਪ ਨੂੰ ਗਾਲਾਂ ਬਹੁਤ ਕੱਢੀਆਂ ਕਿ ਜੇ ਮੈਂ ਸਿੱਖਦਾ, ਕਲਾਸਿਸ ਲਾਉਂਦਾ, ਤਾਂ ਮੈਨੂੰ ਜੌਬ ਮਿਲਦੀ। ਜਦੋਂ ਉੱਥੇ ਨਾ ਬੰਕ ਮਾਰੀ ਗਏ, ਕਦੇ ਕਲਾਸ 'ਚ ਨਹੀਂ ਪੜ੍ਹੇ ਹੈਗੇ, ਦਾ ਰੀਜ਼ਨ ਕਿ ਫਿਰ ਰੈਗਰੈਟ ਸੀਗਾ। ਤਨਖਾਹ ਉਸ ਟਾਈਮ ਨਾ 25,000 ਬਹੁਤ ਲੱਗਦੀ ਸੀਗੀ। DAV ਸਕੂਲ 'ਚ 25,000 ਤਨਖਾਹ ਦਿੰਦੇ ਸੀਗੇ। ਉਹ ਕਹਿੰਦੇ ਵੀ ਤੂੰ ਆ ਜਾ। ਮੈਂ ਕਿਹਾ ਨਹੀਂ, ਮੇਰਾ ਟਾਈਮ ਐਡਜਸਟ ਨਹੀਂ ਹੁੰਦਾ, ਮੈਂ ਤਾਂ ਵਿਹਲਾ ਬੰਦਾ, ਮੇਰੇ ਟਾਈਮ ਨੂੰ ਕੀ ਸੀਗਾ, ਮੈਨੂੰ ਆਪ ਨੂੰ ਨਹੀਂ ਆਉਂਦਾ ਸੀ। ਪ੍ਰੋਬਲਮ ਇਹ ਸੀ, ਗੁਰੂ ਤੇਗ ਬਹਾਦਰ ਸਕੂਲ 'ਚ ਪੜ੍ਹਾਉਣ ਲੱਗਿਆ, ਇੱਕ ਛੋਟਾ ਜਿਹਾ ਬੱਚਾ ਨਾ ਢੋਲਕੀ ਕੁੱਟ ਰਿਹਾ ਬੈਂਚ ਦੇ ਉੱਤੇ। ਤੁਹਾਡੇ ਜੋ ਵੀ ਬਹੁਤਿਆਂ ਨੇ ਬੈਂਚ ਤੇ ਪਲੇ ਕਰੀ ਹੋਣੀ ਆ ਤੇ ਕੰਨ ਲਾ ਕੇ ਸੁਣੀ ਵੀ ਹੋਣੀ ਆ, ਹਨਾ। ਮੈਨੂੰ ਨਾ ਬਹੁਤ ਵਧੀਆ ਲੱਗਿਆ। ਮੈਂ ਜਦੋਂ ਗਿਆ ਨਾ, ਉਹ ਮੈਨੂੰ ਕੀ ਕਹਿੰਦਾ ਸੌਰੀ ਕੁਛ ਨਾ ਕਹੀਂ, ਥੱਪੜ ਨਾ ਮਾਰੀਓ। ਉਹ ਮੈਂ ਕਿਹਾ ਮਾਰਦਾ ਨਹੀਂ, ਪਰ ਮੈਨੂੰ ਇਹ ਦੱਸੋ ਵਜਾ ਕਿਵੇਂ ਰਹੇਗਾ। ਮੈਂ ਕਿਹਾ ਇਹ ਦੱਸੋ ਵਜਾ ਕਿਵੇਂ ਰਿਹਾ। ਉਹ ਕਹਿੰਦਾ ਕੁਛ ਨਹੀਂ ਸਰ, ਮੈਂ 2 ਵਾਰ ਇਹਨੂੰ ਐ ਕੀਤਾ, 2 ਵਾਰ ਐ ਕੀਤਾ, 2 ਵਾਰ ਐ। ਪਰਮਾਤਮਾ ਦੀ ਸਹੁੰ, ਮੈਂ 5 ਮਿੰਟ ਲਏ, ਮੈਂ ਤਾਂ ਵਜਾਉਣ ਲੱਗ ਗਿਆ। ਉਹ ਜਵਾਕ ਨੂੰ ਇਹ ਡਰ ਸੀਗਾ ਕਿ ਮੈਨੂੰ ਥੱਪੜ ਪਊਗਾ, ਪਰ
ਮੈਨੂੰ ਇੱਕ 6ਵੀਂ ਦੇ ਬੱਚੇ ਨੇ ਢੋਲਕੀ ਵਜਾਉਣਾ ਸਿਖਾਤਾ ਜਦੋਂ ਮੈਂ ਬੀਐਡ ਕਰਦਾ ਸੀਗਾ। ਬੀਐਡ ਤੋਂ ਬਾਅਦ ਟੀਚਰ ਲੱਗਿਆ ਸੀਗਾ। ਕਹਿਣ ਦਾ ਮਤਲਬ ਕੀ ਹੈ ਕਿ ਏਜ ਮੈਟਰ ਨਹੀਂ ਕਰਦੀ। ਕਈ ਵਾਰ ਵੱਡੇ ਵੱਡੇ ਉਸਤਾਦ ਨਹੀਂ ਜਿਹੜੀ ਚੀਜ਼ ਸਿਖਾ ਸਕਦੇ ਨਾ, ਉਹ ਛੋਟੇ ਜਵਾਕ ਵੀ ਸਿਖਾ ਦਿੰਦੇ ਹੁੰਦੇ ਆ। ਠੀਕ ਹੈ ਨਾ। ਤਾਂ ਕਹਿਣ ਦਾ ਮਤਲਬ ਤੁਹਾਡੇ ਚੋਂ ਬਹੁਤ ਬੱਚੇ ਉਰੇ ਮੇਰੇ ਕੋਲ ਬਹੁਤ ਵੱਡੀ ਏਜ ਦੇ ਵੀ ਬੈਠੇ ਆ, ਤੁਹਾਡੇ ਤੋਂ ਬਹੁਤ ਛੋਟੀ ਏਜ ਦੇ ਵੀ ਬੈਠੇ ਆ। ਤਾਂ ਮਤਲਬ ਆਪਾਂ ਕਲਾਸ ਹੈ ਨਾ, ਕਲਾਸ 'ਚ ਟੀਚਰ ਸਟੂਡੈਂਟ ਇਸ ਰਿਲੇਸ਼ਨ ਨਾਲ ਆਪਾਂ ਪੜ੍ਹਦੇ ਆਂਗੇ ਤਾਂ ਡੈਫੀਨੇਟਲੀ ਤੁਸੀਂ ਬਹੁਤ ਅੱਛਾ ਗੈਟ ਵੀ ਕਰਦੇ ਹੋਗੇ। ਠੀਕ ਹੈ। ਹਾਂਜੀ, ਇੱਕ ਨਾ ਸਟੂਡੈਂਟ ਨੇ ਕੀਤਾ ਕਿ ਦੋਨੋਂ ਬੇਪੇਸ 'ਚ ਸਰਵੇ ਲਿਖ ਸਕਦੇ ਆ, ਤੁਸੀਂ ਅਵੋਇਡ ਕਰਿਆ ਕਰੋ। ਇੱਕ 'ਚ ਸਰਵੇ ਲਿਖ ਦੋ, ਇੱਕ 'ਚ ਨਾ ਨਿਊਜ਼ਪੇਪਰ ਹੈਡਲਾਈਨ ਵਾਲੀ ਗੱਲ ਆਪਾਂ ਤੁਹਾਨੂੰ ਕਰਾਈ ਹੋਈ ਹੈ ਨਾ। ਮੈਂ ਨਾ ਗੱਲ ਸੁਣੋ, ਤੁਸੀਂ ਚਿੰਤਾ ਨਾ ਕਰੋ, ਤੁਹਾਨੂੰ 2 ਐਗਜ਼ਾਮਪਲ ਪਾਉਣੀਆਂ ਨੇ, ਇਸ ਤੋਂ ਬਾਅਦ ਤਾਂ ਨਹੀਂ। ਦੋਨੇ ਐਗਜ਼ਾਮਪਲ ਨੂੰ ਸ਼ੁਰੂ ਕਰਨ ਵਾਲੀਆਂ 2-2 ਲਾਈਨਾਂ ਦੇ ਦੂੰਗਾ। ਮਤਲਬ ਕੀ ਹੈਗਾ ਕਿ ਦ ਸਰਵੇ ਵਾਜ਼ ਕੰਡਕਟਡ, ਜਿਵੇਂ ਵੀ ਲਾਈਨ ਬਣਦੀ ਹੁੰਦੀ ਹੈ ਪੂਰੀ ਉਹ ਦੇ ਦੂੰਗਾ। ਤਾਂ ਦੂਜੇ ਪੀਪੀ 'ਚ ਪਾਉਣੀ ਆ ਕਿ ਫੇਮਸ ਨਿਊਜ਼ਪੇਪਰ ਦੀ ਹੈਡਲਾਈਨ ਸੀਗੀ ਇੰਨੀ 2016 ਦੇ ਵਿੱਚ, ਦੋਨੇ ਲਾਈਨਾਂ ਦੇ ਦੂੰਗਾ। ਏਦਾਂ ਕਰਾਂਗੇ ਸਰ, ਆਪਾਂ ਕੱਲ ਨੂੰ ਇਹਨਾਂ ਨੂੰ ਲਿਖ ਕੇ ਦੇ ਦਾਂਗੇ। ਠੀਕ ਹੈ, ਤੁਸੀਂ ਬਸ ਦੋਨਾਂ 'ਚ ਫਿੱਟ ਕਰਦੇ ਕਰਿਓ। ਬਸ ਤੁਸੀਂ ਦੋਨਾਂ 'ਚ ਐਗਜ਼ਾਮਪਲ ਪਾਉਣੀ ਹੈ ਹੁਣ। ਤੇ ਐਗਜ਼ਾਮਪਲ ਬੇਨਤੀ ਇਹ ਹੈ ਕਿ ਇੱਕ ਲੈਵਲ ਦੀ ਹੋਵੇ। ਇਹ ਨਹੀਂ ਹੈਗਾ ਵੀ ਸਾਡੇ ਪਿੰਡ ਵਾਲਾ ਮੱਦੀ ਬਾਣੀਆਂ ਉਹ ਪੈਸੇ ਬਹੁਤ ਕਮਾਉਂਦਾ ਹੈਗਾ, ਮੈਨੂੰ ਲੱਗਦਾ ਹੈਗਾ ਹਨਾ। ਤਾਂ ਇਹ ਚੀਜ਼ਾਂ ਨਹੀਂ ਹੈਗੀਆਂ। ਤਾਂ ਐਗਜ਼ਾਮਪਲ ਸ਼ੁੱਡ ਬੀ ਔਨ ਦਾ ਪੀਕ। ਜਿਵੇਂ ਇਹ ਵਾਲੇ ਐਸੇ ਚ ਐਗਜ਼ਾਮਪਲ ਸੀ, ਉਹ ਸ਼ਾਇਦ ਕਈ ਵਾਰੀ ਔਖੀ ਹੋ ਜਾਂਦੀ ਹੈ ਨਾ ਇਦਾਂ ਦੀ, ਕਿਉਂਕਿ ਇੰਨੀ ਜ਼ਿਆਦਾ ਫਿਰ ਇਹਦੇ ਲਈ ਐਗਜ਼ਾਮਪਲ ਇੱਕ ਗੱਲ ਸੁਣੋ, 99% ਐਗਜ਼ਾਮਪਲ ਝੂਠੀ ਹੁੰਦੀ ਹੈ। ਇਹ 1% ਵਾਲੀ ਸੀ। ਹਾਂ ਬਿਲਕੁਲ। ਅਸੀਂ ਸਾਡੇ ਇੰਸਟੀਚਿਊਟ ਵਿੱਚ ਬੱਚੇ ਨੇ ਐਕਸਪਰਟ ਕੀਤੇ ਹੋਏ ਆ ਨਾ ਐਗਜ਼ਾਮਪਲ ਫਾਰਮ ਦੇ ਵਿੱਚ, ਤਾਂ ਹੀ ਇੰਨਾ ਅੱਛਾ ਸਕੋਰ ਲੈ ਕੇ ਆਉਂਦੇ ਆ। ਅੱਜ ਮੇਰੇ ਕੋਲ ਅਮਾਨਤ ਆ ਕੇ ਗਈ ਨਾ ਆਪਣੇ ਕੋਲੇ। ਹਾਂਜੀ। ਤੇ ਆਨਲਾਈਨ ਬੱਚਾ ਹੈ ਅਮਾਨਤ, ਸ਼ੁਤਰਾਣੇ ਤੋਂ ਸਾਡੇ ਕੋਲ 10 ਕਿਲੋਮੀਟਰ ਪੈਂਦਾ। ਕਵਲ ਸ਼ਰਮਾ, ਕਮਲ ਵੀ ਐਸੀ ਹੈ ਸਾਡੇ ਕੋਲੇ। 2 ਬੱਚੇ ਇੰਸਟੀਚਿਊਟ ਵਿਜ਼ਿਟ ਕਰਕੇ ਗਏ ਆ ਤੇ ਅਮਾਨਤ ਨੂੰ ਬਹੁਤ ਨੌਲੇਜ ਹੈ। ਮਤਲਬ ਮੈਂ ਕੋਈ ਟੂ ਬੀ ਵੈਰੀ ਓਨੈਸਟ, ਮੈਂ ਉਹ ਬੰਦਾ ਹੀ ਨਹੀਂ ਹੈਗਾ ਕਿਸੇ ਦੀ ਬਟਰਿੰਗ ਕਰੂੰਗਾ ਨਾ, ਮੈਨੂੰ ਹੈਬਿਟ ਹੈਗੀ। ਜਿਹੜਾ ਵਧੀਆ ਹੋਊਗਾ ਮੈਂ ਉਹਨੂੰ ਵਧੀਆ ਕਹਿਣ ਦੀ ਹਿੰਮਤ ਰੱਖਦਾ, ਤੇ ਜੇ ਕੋਈ ਮਾੜਾ ਹੋਊਗਾ ਮੈਂ ਉਹਨੂੰ ਮਾੜਾ ਵੀ ਕਹੂੰਗਾ। ਅਮਾਨਤ ਬਹੁਤ ਅੱਛਾ ਬੱਚਾ ਹੈਗਾ। ਹਾਂ ਮੈਨੂੰ ਪਤਾ, ਮੈਂ ਗੱਲ ਵੀ ਕਰ ਲਈ ਕਮਲ ਨਾਲ ਤਾਂ। ਬਿਲਕੁਲ, ਕਮਲ ਨੇ ਤਾਂ ਪਿੱਛੇ ਆਪਣੇ ਸਕੂਲ ਦੀ ਫੋਟੋ ਵੀ ਲਾ ਰੱਖੀ ਜਦੋਂ ਛੋਟਾ ਹੁੰਦਾ ਸੀਗਾ। ਨਾਲੇ ਅਮਨ ਸੇ 12th ਪੜ੍ਹੇ ਹੋਇਆ। ਅਮਨ 12th ਹੈ, ਮੈਨੂੰ ਮਿਲ ਕੇ ਨਹੀਂ ਗਈ। ਮੈਂ ਆਫਿਸ ਕਲਾਸ 'ਚ ਸੀਗੇ। ਚਲੋ ਜੀ, ਹੁਣ ਗੱਲ ਸੁਣੋ। ਆਪਾਂ ਅਗਰੀ ਤੇ ਡਿਸਅਗਰੀ ਦੇ ਵਿੱਚ ਇੱਕ ਚੀਜ਼ ਦੇਖ ਲਈ, ਜਾਂ ਦੋਨਾਂ 'ਚ ਜਾਵਾਂਗੇ ਅਗਰੀ ਜਾਂ ਦੋਨਾਂ 'ਚ ਜਾਵਾਂਗੇ ਡਿਸਅਗਰੀ। ਐਵੇਂ ਦਾ ਸੇਮ, ਜਾਂ ਦੋਨਾਂ 'ਚ ਜਾਵਾਂਗੇ ਐਡਵਾਂਟੇਜ ਜਾਂ ਦੋਨਾਂ 'ਚ ਜਾਵਾਂਗੇ ਡਿਸਐਡਵਾਂਟੇਜ। ਐਵੇਂ ਦੇ ਜਾਂ ਦੋਨਾਂ 'ਚ ਜਾਵਾਂਗੇ ਪੋਜ਼ਿਟਿਵ ਜਾਂ ਦੋਨਾਂ 'ਚ ਜਾਵਾਂਗੇ ਨੈਗੇਟਿਵ। ਤੁਸੀਂ ਇਹ ਦੇਖੋ ਕਿ ਸਾਰਾ ਕੁਝ ਸੇਮ ਹੈ, ਉਵੇਂ ਟਾਸਕ ਸਟੇਟਮੈਂਟ ਹੈ, ਉਹਨੂੰ ਇਹ ਐਕਸਪਲੇਨ ਕਰਨਾ ਹੈ, ਉਸੇ ਦੀ ਐਗਜ਼ਾਮਪਲ ਹੈ, ਉਹੀ ਇਫੈਕਟ ਹੈ। ਕੋਈ ਨਵੀਂ ਚੀਜ਼ ਤਾਂ ਪੁੱਤ ਪਾਉਣੀ ਹੀ ਨਹੀਂ ਹੈਗੀ। ਤੇ ਐਗਜ਼ਾਮੀਨਰ ਤੁਹਾਨੂੰ 8 ਕਾਈਂਡ ਦਾ ਐਸੇ ਤਾਂ ਲਿਖਣ ਨੂੰ ਦਿੰਦਾ ਨਹੀਂ, ਉਹ ਕਾਈਂਡ ਤਾਂ ਤੁਹਾਨੂੰ ਇੱਕੋ ਆਊਗੀ ਨਾ, ਕਾਈਂਡ ਤਾਂ ਇੱਕੋ ਆਊਗੀ ਨਾ। ਤੇ ਭਾਵੇਂ ਤੁਸੀਂ ਰੋਜ਼ ਇੱਕ ਐਗਜ਼ਾਮਪਲ ਤੇ ਰੱਟਾ ਬੰਨ ਲਓ ਵੀ ਸ਼ੁਰੂ ਇਹ ਤੋਂ ਕਰਨਾ ਹੈ, ਐਂਡ ਇਹ ਤੋਂ, ਸ਼ੁਰੂ ਇਹ ਤੋਂ ਐਂਡ ਇਹ ਤੋਂ। ਪੇਪਰ 'ਚ ਵੀ ਉਹ ਕਰਿਆ ਹੀ ਹੋ, ਤੁਹਾਡੇ ਤੇ ਕਿਹੜਾ ਲਾਂਭਾ ਹੋ ਜਾਊਗਾ ਵੀ ਜਿਹੜਾ ਕੁਝ ਰਮਨ ਨੂੰ ਦਿੰਦਾ ਸੀਗਾ ਅੱਜ ਸਾਨੂੰ ਪੇਪਰ 'ਚ ਵੀ ਇਹੀ ਲਿਖ ਕੇ ਦਿਆ, ਐ ਥੋੜੀ ਕੋਈ ਕੁਝ ਕਹੂਗਾ। ਸਮਝ ਰਹੇ ਨਾ ਮੇਰੀ ਗੱਲ। ਤਾਂ ਰਾਦਰ ਟੂ ਬੀ ਐਕਟਰ ਇਨ ਐਗਜ਼ਾਮ, ਆਪਦਾ ਇੱਕ ਦਾਇਰਾ ਬਣਾ ਲਓ। ਆਪਦਾ ਇੱਕ ਦਾਇਰਾ ਬਣਾ ਲਓ ਕਿ ਇਸ ਤੋਂ ਬਾਹਰ ਨਹੀਂ ਜਾਣਾ। ਤੁਹਾਨੂੰ ਫਾਇਦਾ ਹੋਊਗਾ, ਨੁਕਸਾਨ ਨਹੀਂ ਹੁੰਦਾ। ਤੁਹਾਡਾ ਸਕੋਰ ਆ ਜਾਊਗਾ ਤੇ ਸਾਨੂੰ ਇਹ ਖੁਸ਼ੀ ਹੋਊਗੀ ਵੀ ਸਾਡੇ ਬੱਚੇ ਦਾ ਸਕੋਰ ਆ ਗਿਆ। ਠੀਕ ਹੈ। ਸੰਦੀਪ ਕੁਮਾਰ ਚਾਹ ਪੀ ਕੇ ਆਓ, ਬਾਸੀਆਂ ਲੱਗ ਰਹੇ ਹੋ, ਜਾਂ ਮੇਰੀ ਪੀ ਲਓ ਘੁੱਟ ਕੇ। ਲਵ ਯੂ। ਚਲੋ ਆਪਾਂ ਇੱਕ ਗੱਲ ਹੋਰ ਹੈ, ਜਿਹੜੇ ਵੀਡੀਓ ਖੋਲ ਕੇ ਬੈਠੇ ਹੁੰਦੇ ਮੈਂ ਕੱਲੇ ਕੱਲੇ ਤੇ ਗੌਰ ਰੱਖਦਾ ਹੁੰਦਾ। ਇਹ ਵੀ ਸੁਣੋ ਮੇਰੀ ਗੱਲ, ਤੁਹਾਡੇ ਜੈਸਟਰਸ ਤੋਂ ਪਤਾ, ਜੈਸਟਰ ਚਿਹਰੇ ਦੇ ਹਾਵ ਭਾਵ ਮੈਨੂੰ ਇਹਨਾਂ ਤੋਂ ਪਤਾ ਲੱਗ ਜਾਂਦਾ ਵੀ ਤੁਸੀਂ ਸੁਣ ਰਹੇ ਹੋ, ਨਹੀਂ ਸੁਣ ਰਹੇ, ਇੰਟਰਸਟ ਪੈਦਾ ਹੋ ਰਿਹਾ ਨਹੀਂ। ਜਦੋਂ ਮੈਂ ਕੋਈ ਲਾਈਨ ਪੜਾਉਣਾ, ਜਿਹੜਾ ਕੋਈ ਬੱਚਾ ਐ ਕਰਦੇ ਵੀ ਇਹਦਾ ਮਤਲਬ ਸੁਣ ਰਿਹਾ ਚੰਗੀ ਤਰ੍ਹਾਂ, ਹਨਾ। ਅੱਧੇ ਐ ਹੁੰਦੇ ਨੇ ਵੀ ਮੈਨੂੰ ਨਾ ਕਦੇ ਕਦੇ ਐ ਲੱਗਦਾ ਵੀ ਨੈਟ ਰੁਕ ਗਿਆ, ਪਤਾ ਨਹੀਂ ਉਹ ਸ਼ੇਪ ਇੱਕੋ ਲਈ ਬੈਠੇ ਹੁੰਦੇ ਆ। ਹਾਂ, ਏਦਾਂ ਲੱਗਦਾ ਕਿ ਇਹਦਾ ਇੰਟਰਨੈਟ ਬੰਦ ਹਾਂ, ਇਹ ਲੱਗਦਾ ਕਿ ਇਹਦਾ ਨੈਟ ਬੰਦ ਹੋ ਗਿਆ। ਤਾਂ 2 ਮਿੰਟ ਬਾਅਦ ਨਾ ਪਾਸਾ ਜਿਹਾ ਲੈ ਲਿਆ ਕਰੋ, ਹੱਸਦੇ ਖੇਡਦੇ ਰਿਹਾ ਕਰੋ ਆਮਣੇ ਸਾਹਮਣੇ, ਸਾਨੂੰ ਪਤਾ ਲੱਗੇ ਵੀ ਹਾਂ ਜਵਾਕ ਸਾਡਾ ਪੜ੍ਹ ਰਿਹਾ ਹੈਗਾ। ਤੇ ਕੱਲ ਨਾ ਮੈਂ ਖੁਦ ਉਹ ਦਿੱਤੀ ਇਹਨਾਂ ਨੇ ਟੰਗ ਟਵਿਸਟਰ, ਅਜੇ ਗੋਲ ਨੇ ਬੋਲਤਾ ਸੀ ਪਰ ਮੈਂ ਰੋਟੀ ਪਿੱਟ ਗਿਆ। ਅਜੇ ਅੱਜ ਕੈਮਰਾ ਚੱਲਦਾ ਕਿ ਨਹੀਂ? ਅਜੇ ਯੂ ਕੈਨ ਅਨਮਿਊਟ, ਕੈਮਰਾ ਚੱਲ ਰਿਹਾ ਅੱਜ ਕਿ ਨਹੀਂ? ਅਜੇ ਸਰ ਯੂ देयर? ਅੱਜ ਤਾਂ ਆਡੀਓ
ਨਹੀਂ ਪਹਿਲਾਂ ਚੱਲ ਰਿਹਾ ਸੀਗਾ, ਚਲੋ ਫਾਈਨ। ਮੈਨੂੰ ਨਾ ਇੱਕ ਆਹ ਜਿਹੜਾ ਇੰਟਰਨੈਟ ਬੰਦ ਹੋਣ ਤੋਂ ਨਾ ਇੱਕ ਨਾ ਐਡ ਆਉਂਦੀ ਹੁੰਦੀ ਸੀਗੀ, ਉਹਦੇ 'ਚ ਨਾ ਮਤਲਬ ਉਹ ਕੋਈ ਗਰਲ ਹੁੰਦੀ ਆ, ਉਹ ਮਤਲਬ ਸਕਰੀਨ ਦੇ ਉੱਤੇ ਨਾ ਇਦਾਂ ਸ਼ੋ ਕਰਦੀ ਹੈ ਕਿ ਮੇਰਾ ਇੰਟਰਨੈਟ ਰੁਕ ਗਿਆ, ਉਹ ਏਦਾਂ ਖੜਦੀ ਆ, ਪਰ ਉਹ ਇਹ ਨਹੀਂ ਦੇਖਦੀ ਜਿਹੜੀਆਂ ਪਿੱਛੇ ਚੀਜ਼ਾਂ ਜਾ ਰਹੀਆਂ ਹੁੰਦੀਆਂ ਨੇ ਉਹ ਬਿਲਕੁਲ ਨਾਰਮਲ ਹੁੰਦੀਆਂ ਨੇ। ਆਪ ਤੋਂ ਐਂਟਰਟੇਨਡ ਕਰਦੇ ਆ ਵੀ ਨੈਟ ਨਹੀਂ ਚੱਲ ਰਿਹਾ, ਪਿੱਛੇ ਵਾਲੇ ਸਾਰੇ ਨਾਰਮਲ ਤੁਰਦੇ ਫਿਰਦੇ ਆ ਲੋਕ। डेफिनेटली सेंड कर दिया करूंगा बिकॉज आई हैव ज्वाइंड नाउ। योगिता जी YouTube ਤੇ ਪਾਉਂਗਾ, ਦੇਖੋ ਗੱਲ ਸੁਣੋ, Telegram ਤੇ ਪਾਉਣਾ ਕੋਈ ਪੈਸਾ ਨਹੀਂ ਆਉਂਦਾ है ना, YouTube ਤੇ ਪਾਉਂਗਾ। ਦੇਖ ਅਰਸ਼ਪ੍ਰੀਤ ਕੌਰ ਬਸੀ ਦੇਖ ਰਹੇ ਵੀ ਸਰ ਨਾ ਟੌਪਿਕ ਦੇ ਨਾਲ ਜੁੜੇ ਹੋਏ ਨੇ, ਮਨੀ ਨੂੰ ਪ੍ਰੈਫਰੈਂਸ ਦਿੰਦੇ ਨੇ, ਹੈ ਨਾ। ਖੁਸ਼ ਰਹੋ ਸਾਰੇ, ਸਾਰਿਆਂ ਦਾ ਪੇਪਰ ਕਲੀਅਰ ਹੋਵੇ। ਮੈਂ ਤੁਹਾਨੂੰ ਪਹਿਲਾਂ ਦੱਸ ਕੇ ਹਟਿਆ ਕਿ ਜਿਹੜੀ ਕਿ ਨਾ ਮੂਵੀ ਸੀ ਕਿ ਜੱਟ ਵਰਸਸ ਆਇਲਸ, ਉਹ ਜਦੋਂ ਰਿਜ਼ਲਟ ਪਤਾ ਕਰਨ ਜਾਂਦੇ ਨਾ ਉਹਦਾ ਦਿਲ ਟੁੱਟ ਜਾਂਦਾ, ਬੰਦੇ ਦਾ ਦਿਲ ਟੁੱਟ ਜਾਂਦਾ। ਮਤਲਬ ਪਤਾ ਕੀ ਸੀਗਾ ਕਿ ਵੀ ਉਹਦੇ ਬੈਂਡ ਨਹੀਂ ਆਉਂਦੇ। ਮੇਰੇ ਦਿਲ ਨੂੰ ਨਾ ਇੱਕੋ ਲਖਤ ਗੱਲ ਨਾ ਸਟ੍ਰਾਈਕ ਕਰੀ, ਮੈਂ ਕਿਹਾ ਯਾਰ ਜਿਹੜੇ ਬੱਚੇ ਆਪਣੇ ਕੋਲ ਵੀ ਪੜ੍ਹਦੇ ਆ ਤਾਂ ਡੈਫੀਨੇਟਲੀ ਉਹਨਾਂ ਦੇ ਮਾਪਿਓ ਵੀ ਆਪਣੇ ਤੋਂ ਇਹ ਆਸ ਰੱਖਦੇ ਆ, ਹਨਾ। ਜਾਂ ਜਿਹੜਾ ਬੱਚਾ ਪੇਪਰ ਭਰ ਕੇ ਰਿਜ਼ਲਟ ਜਦੋਂ ਕਰਦਾ ਹੈਗਾ ਹਨਾ, ਤਾਂ ਮੇਰਾ ਦਿਲ ਇਹ ਕਰਦਾ ਵੀ ਉਹਨੂੰ ਘੱਟੋ ਘੱਟ ਸਾਰਿਆਂ ਚੋਂ 6.5 ਤਾਂ ਦਿਖ ਜਾਣ ਨਾ, ਫਿਰ ਉਹ ਖੁਸ਼ ਹੋ ਜਾਊਗਾ। ਵੱਧੋ ਵੱਧ ਮੈਂ ਕਹਿੰਦਾ 9। ਇੱਕ ਜਵਾਕ ਜਣ ਮੈਨੂੰ ਕਹਿੰਦਾ ਸਰ, ਮੈਂ ਕਿਹਾ ਹਾਂ, ਕਹਿੰਦਾ ਮੇਰੇ 6 ਈਚ ਆ ਜਾਣ। ਮੈਂ ਕਿਹਾ ਫੇਰ, ਕਹਿੰਦਾ TRF ਪੁੱਠਾ ਕਰਕੇ ਦਿਖਾ ਦਿਆ ਕਰਾਂਗੇ। ਬਹੁਤ ਲੋਕ ਤਰ੍ਹਾਂ ਦੇ ਦਿਮਾਗ ਵਾਲੇ ਫਿਰਦੇ ਆ। ਚਲੋ ਆਪਾਂ ਸ਼ੁਰੂ ਕਰਦੇ ਹਾਂ। ਅਗਲੀ ਇੱਕ ਚੀਜ਼ ਹੋਰ ਸਮਝਾਉਂਦੇ ਆ ਕਿ ਦੇਖੋ ਹੁਣ ਤੱਕ ਉਰੇ ਪੜਾਇਆ ਗਿਆ ਕਿ ਰਾਈਟਿੰਗ ਦਾ ਟਾਈਪਸ ਕਿੰਨੀਆਂ ਨੇ, ਟਾਈਮ ਕਿੰਨਾ, ਜੋ ਮਰਜੀ। ਇੱਕ ਐਸੇ ਪੜਾਇਆ ਗਿਆ, ਅਗਰੀ ਕਰਦੇ ਹੋ ਚੀਜ਼ ਨਾਲ। ਹੁਣ ਤੁਹਾਨੂੰ ਇਹ ਪੜਾਉਂਦੇ ਆ ਕਿ ਕਿਹੜੀਆਂ ਚੀਜ਼ਾਂ ਨੂੰ ਐਗਜ਼ਾਮੀਨਰ ਨੋਟ ਕਰਦਾ ਹੈ ਜਦੋਂ ਤੁਸੀਂ ਇੱਕ ਰਾਈਟਿੰਗ ਉਹਨੂੰ ਦਿੰਦੇ ਹੋ। ਮੰਨ ਲਓ ਤੁਸੀਂ ਹਰ ਰੋਜ਼ ਇੱਕ ਰਾਈਟਿੰਗ ਦਿੱਤੀ, ਮੰਨ ਕੇ ਚਲੋ ਮਨਪ੍ਰੀਤ ਤੁਸੀਂ ਮੈਨੂੰ ਰਾਈਟਿੰਗ ਦਿੱਤੀ, ਜਾਂ ਅਮਨਦੀਪ ਤੁਸੀਂ ਦਿੱਤੀ, ਸ਼ਿਵਾਨੀ ਤੁਸੀਂ ਦਿੱਤੀ, ਕਿਸੇ ਨੇ ਵੀ ਦਿੱਤੀ, ਰਾਜਵੀਰ ਤੁਸੀਂ ਲਿਖ ਕੇ ਦਿੱਤੀ। ਹੁਣ ਇਹ ਨਹੀਂ ਹੈਗਾ ਕਿ ਆਪਣਾ 10ਵੀਂ ਜਾਂ 12ਵੀਂ ਦਾ ਪੇਪਰ ਹੋ ਜਾਣਾ ਸੀ, ਆਪਾਂ ਸੋਚ ਲਓ ਵੀ ਐਗਜ਼ਾਮੀਨਰ ਦਾ ਨਾ ਮੂਡ ਬਹੁਤ ਵਧੀਆ ਹੋਵੇ ਫਿਰ ਮੇਰੇ ਨੰਬਰ ਆ ਜਾਣਗੇ। ਇਹ 'ਚ ਐਗਜ਼ਾਮੀਨਰ ਦੇ ਮੂਡ ਨਾਲ ਕੋਈ ਮਤਲਬ ਨਹੀਂ। ਐਗਜ਼ਾਮੀਨਰ ਕਿਹੜੀਆਂ ਚੀਜ਼ਾਂ ਨੋਟ ਕਰੂਗਾ, ਮੈਂ ਤੁਹਾਨੂੰ ਉਹ ਚੀਜ਼ਾਂ ਸਮਝਾਉਣਾ ਕਿ ਉਹ ਕਿਹੜੀਆਂ ਚੀਜ਼ਾਂ ਨੇ ਉਹ ਨੋਟ ਕਰੂਗਾ ਕਿ ਜਿਹਨੂੰ ਦੇਖ ਕੇ ਤੁਹਾਨੂੰ ਬੈਂਡ ਸਕੋਰ ਮਿਲਦੇ ਨੇ। ਇਹ ਨਹੀਂ ਹੈਗਾ ਕਿ ਉਹ ਆਪਣੀ ਮਰਜ਼ੀ ਨਾਲ, ਵੀ ਉਹਦੀ ਘਰ ਵਾਲੀ ਨਾਲ ਲੜਾਈ ਹੋ ਰਹੀ ਹੈ, ਉਹ ਕਹਦੇ ਵੇ ਇਹ ਤਾਂ 4 ਨੇ, ਵੀ 4 ਤਾਂ ਨਹੀਂ, ਵੀ ਅੱਜ ਮੇਰੇ 4 ਥੱਪੜ ਪਏ। ਐਵੇਂ ਦਾ ਕੁਝ ਨਹੀਂ ਹੈਗਾ। ਫੇਵਰ ਸਮਥਿੰਗ ਸਰ ਪਲੀਜ਼ ਇਹ ਕਲੀਅਰ ਕਰ ਦਿਓ ਕਿ ਜੇ ਪੁੱਛਿਆ ਜਾਵੇ ਕਿ ਸਮ ਪੀਪਲ ਥਿੰਕ ਇਨ ਫੇਵਰ ਆਫ ਸਮਥਿੰਗ ਐਂਡ ਸਮਥਿੰਗ ਆਪੋਜ਼ਿਟ ਹੋ ਜਾਂਦਾ ਹੈ ਟੂ ਸਮਥਿੰਗ ਆਪੋਜ਼ਿਟ, ਲਾਈਕ ਹੋਮ ਸਕੂਲ ਐਂਡ ਕਿੰਡਰਗਾਰਟਨ ਵਾਲਾ SSC। ਉਸ ਤੋਂ BP2 ਚ ਦੋਵੇਂ ਐਸਪੈਕਟ ਲਿਖ ਸਕਦੇ ਆ। ਬੱਚੇ ਮੈਂ ਦੇਖ ਕੇ ਦੱਸ ਦੂੰਗਾ, ਮੈਂ ਕੋਈ ਸਟੇਟਮੈਂਟ ਨਹੀਂ ਕਰਦਾ। ਮੈਨੂੰ ਕਾਈਂਡਲੀ ਜਿਆਦਾ ਤੁਸੀਂ WhatsApp ਕਰ ਦਿਓ ਜਿਹੜਾ SSC ਸੀਗਾ, ਮੈਂ ਨਾਲ ਦੀ ਨਾਲ ਇਮੀਡੀਏਟਲੀ ਦੇਖ ਕੇ ਤੁਹਾਨੂੰ ਨਾਲ ਦੀ ਨਾਲ ਕਲੀਅਰ ਕਰ ਦੂੰਗਾ, ਠੀਕ ਆ। ਹੁਣ ਮੈਂ ਤੁਹਾਨੂੰ ਇੱਕ ਵਾਰ ਆਹ ਚੀਜ਼ ਜ਼ਰੂਰ ਕਲੀਅਰ ਕਰਦਾ, ਜਸਮੀਤ ਕੌਰ ਬੜਾ ਚਿੰਤਾ ਨਾ ਕਰੋ ਬਰਾੜ ਸਾਹਿਬ, ਮੈਂ ਤੁਹਾਨੂੰ ਕਲੀਅਰ ਕਰਵਾ ਕੇ ਹੀ ਸਾਹ ਲਊਂਗਾ, ਟੈਨਸ਼ਨ ਨਾ ਲਿਓ, ਠੀਕ ਆ। ਪਰ ਸਾਹ ਤਾਂ ਮੈਂ ਵੀ ਲਊਂਗਾ, ਚਿੰਤਾ ਨਾ ਕਰੋ, ਇਹ ਗੱਲ ਆਏ ਆ। ਕਰਦੇ ਬਾਕੀ ਐਸੇ ਪੜ੍ਹ ਲੈਣਗੇ ਹਨਾ, ਕਿਉਂਕਿ ਸਾਰੀਆਂ ਟਾਈਪਸ ਕਲੀਅਰ ਹੋਈਆਂ ਨੇ। ਗੱਲ ਸੁਣੋ, ਹੁਣ ਇੱਕ ਕੰਮ ਕਰਦੇ ਆ, ਤੁਹਾਨੂੰ ਇਹ ਕਲੀਅਰ ਕਰ ਦਈਏ ਕਿ ਪੇਪਰ ਚੋਂ ਬੈਂਡ ਕਿਵੇਂ ਆਉਂਦੇ ਆ। ਰਾਈਟਿੰਗ ਚੋਂ ਬੈਂਡ ਕਿਹੜੇ ਮੂੰਹ ਨਾਲ ਆਉਣਗੇ, ਤੁਹਾਡੇ ਮੂੰਹ ਦਾ ਤੁਹਾਡਾ ਜਿਹੜਾ ਹੈਗਾ ਉਹਦੇ ਨਾਲੇ, ਪਰ ਕਿਵੇਂ। ਲੇਕਿਨ ਰੇਖਾ ਨੇ ਐਂ ਕਰਕੇ ਨੱਕ ਸੈੱਟ ਕਰਿਆ ਵੀ ਸਰ ਕਿਸੇ ਮੂੰਹ ਚੇਂਜ ਹੋ ਜੇ। ਬੱਚੇ ਨੂੰ ਕਿਸੇ ਨੂੰ ਟ੍ਰੇਨਰ ਦੇ ਮਿਲਿਆ ਹੋਇਆ, ਕੋਈ ਨਾਮ ਕੋਈ ਨਾ, ਮਨਪ੍ਰੀਤ ਸਹਿਗਲ। ਕੋਈ ਨਾ ਮਨਪ੍ਰੀਤ ਜੀ, ਤੁਸੀਂ ਮੈਨੂੰ ਪਰਸਨਲੀ ਟੈਕਸਟ ਕਰ ਦਿਓ, ਮੈਂ ਤੁਹਾਨੂੰ ਨਾਲ ਇਮੀਡੀਏਟਲੀ ਅੱਜ ਇਹ ਟ੍ਰੇਨਰ ਪ੍ਰੋਵਾਈਡ ਕਰ ਦੂੰਗਾ, ਠੀਕ ਆ। ਤੇ ਹੁਣ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਬੈਂਡ ਕਿਵੇਂ ਆਉਂਦੇ ਆ। ਤੇ ਸਭ ਤੋਂ ਇੰਪੋਰਟੈਂਟ ਚੀਜ਼ ਹੈ, ਸਭ ਤੋਂ ਪਹਿਲਾਂ TSP1 ਟਾਸਕ। ਹੁਣ ਚੈਟ ਬੰਦ ਕਰ ਦਿਓ, ਇਧਰ ਆ ਜਾਓ। ਟਾਸਕ ਰਿਸਪੌਂਸ, 4 ਚੀਜ਼ਾਂ ਨੂੰ ਦੇਖ ਕੇ ਬੈਂਡ ਮਿਲਦੇ ਨੇ। ਨੰਬਰ 1 ਹੈ ਟਾਸਕ ਰਿਸਪੌਂਸ। ਟਾਸਕ ਰਿਸਪੌਂਸ ਦਾ ਕੀ ਮਤਲਬ ਹੈ? ਟਾਸਕ ਰਿਸਪੌਂਸ ਦਾ ਮਤਲਬ ਹੋਇਆ ਕਿ ਜੋ ਉਹਨਾਂ ਨੇ ਕੁਐਸਚਨ ਪੁੱਛਿਆ ਕੀ ਤੁਸੀਂ ਉਹਦੇ ਰਿਲੇਟਡ ਹੀ ਆਨਸਰ ਦੇ ਰਹੇ ਹੋ। ਫॉर ਐਗਜ਼ਾਮਪਲ ਉਹਨਾਂ ਨੇ ਆਪਣੇ ਕੋਲ ਗੱਲ ਕੀਤੀ ਸੋਇਲ ਪੋਲਿਊਸ਼ਨ ਦੀ, ਬੱਚੇ ਕੀ ਕਰਦੇ ਆ, ਸੋਇਲ ਪੋਲਿਊਸ਼ਨ ਤੋਂ ਹਟ ਕੇ 에ਅਰ ਪੋਲਿਊਸ਼ਨ ਵੱਲ ਚੱਲ ਪਏ। ਉੱਥੇ ਕੀ ਹੋ ਗਿਆ, ਤੁਹਾਡਾ
ਟਾਸਕ ਰਿਸਪੌਂਸ ਗਲਤ ਹੋ ਗਿਆ। ਜੇ ਹਾਂਜੀ ਜੇ ਗੱਲ ਸੋਇਲ ਪੋਲਿਊਸ਼ਨ ਦੀ ਹੋ ਰਹੀ ਹੈ ਤਾਂ ਆਨਸਰ ਦੇ ਵਿੱਚ ਜੋ ਵੀ ਲਿਖੋਗੇ ਉਹ ਸਿਰਫ ਰਿਲੇਟਡ ਸੋਇਲ ਪੋਲਿਊਸ਼ਨ ਦੇ ਹੋਵੇ, ਉਹ ਕਿਸੇ ਹੋਰ ਨਾਲ ਨਾ ਹੋਵੇ। ਮਤਲਬ ਕੀ ਹੈਗਾ ਕਿ ਜੋ ਪੁੱਛਿਆ ਉਹਦੇ ਰਿਲੇਟਡ ਹੀ ਲਿਖ ਕੇ ਆਏ ਹੋ, ਇਹਨੂੰ ਕਹਿੰਦੇ ਆ ਟਾਸਕ ਰਿਸਪੌਂਸ। ਇਹਦੇ ਆ 9 ਬੈਂਡ। ਤੁਸੀਂ ਕਹੋ 9 ਤਾਂ ਸਾਰੇ ਐਸੇ ਦੇ ਹੁੰਦੇ ਆ, ਪਰ ਨਹੀਂ, ਤੁਹਾਨੂੰ ਇਹ ਸਿਖਾਉਂਦੇ ਆ ਕਿ ਬੈਂਡ ਆਉਂਦੇ ਕਿਵੇਂ ਹੁੰਦੇ ਆ। ਟਾਸਕ ਰਿਸਪੌਂਸ ਦੇ 9 ਬੈਂਡ ਨੇ। ਨੰਬਰ 2 ਤੇ ਹੈ ਸਟਰਕਚਰ। ਹਾਂ ਕੋਈ ਨਾ ਸਟਰਕਚਰ ਲਿਖ ਦੋ। ਸਟਰਕਚਰ ਕੀ ਤੁਸੀਂ ਬॉडी ਪੈਰਾਗ੍ਰਾਫ 1 ਲਿਖਿਆ ਕਿ ਬॉडी ਪੈਰਾਗ੍ਰਾਫ 2 ਲਿਖਿਆ, ਇੰਟਰੋਡਕਸ਼ਨ ਸੀ ਪਾਈ, ਕੀ ਤੁਸੀਂ ਕਨਕਲੂਜਨ ਲਿਖਿਆ, ਕੀ ਇੰਟਰੋਡਕਸ਼ਨ ਦੇ ਵਿੱਚ ਤੁਸੀਂ ਰੀਫਰੇਸ ਤੇ ਥੀਸਿਸ ਲਿਖੀਆਂ, ਵਰਡ ਲਿਮਿਟ ਬॉडी 1 ਦੇ ਵਿੱਚ ਤੁਸੀਂ 4 ਚੀਜ਼ਾਂ ਟਾਸਕ, ਸਟੇਟਮੈਂਟ, ਐਕਸਪਲੇਨ, ਐਗਜ਼ਾਮਪਲ, ਇਫੈਕਟ, ਸਟੈਪ ਬਾਈ ਸਟੈਪ ਲਿਖਿਆ। ਤੁਹਾਡੀ ਵਰਡ ਲਿਮਿਟ ਪੂਰੀ ਹੈ, ਤੁਹਾਡੀ ਰਾਈਟਿੰਗ ਠੀਕ ਹੈ, ਸਾਫ਼ ਹੈ, ਸਮਝ ਆ ਰਹੀ ਹੈਗੀ, ਦੈਟ ਇਜ਼ ਕਾਲਡ ਅ ਸਟਰਕਚਰ। ਹਾਂਜੀ ਇਹਦੇ ਵਿੱਚ ਸਾਰੀਆਂ ਚੀਜ਼ਾਂ ਇਹ ਚੀਜ਼ਾਂ ਮੈਟਰ ਕਰਦੀਆਂ ਨੇ। ਮਤਲਬ ਕਿ ਉਹ ਥੋੜਾ ਨਾ ਰਾਈਟਿੰਗ ਡਿਜ਼ਾਈਨ ਦੇਖਣਾ ਚਾਹੁੰਦੇ ਆ ਕਿ ਕਿਤੇ ਏਦਾਂ ਤਾਂ ਨਹੀਂ, ਕਿਦਾਂ ਬੱਚੇ ਕੀ ਕਰਦੇ ਆ, ਇੱਕ ਵਾਰੀ ਸਟੇਟਮੈਂਟ ਲਿਖਤੀ, ਆਪਣਾ ਆਈਡੀਆ ਦੇ ਕੇ ਨਾਲ ਦੀ ਨਾਲ ਐਗਜ਼ਾਮਪਲ ਦੇਤੀ, ਜਾਂ ਫਿਰ ਐਗਜ਼ਾਮਪਲ ਦਿੱਤੀ ਨਹੀਂ, ਐਕਸਪਲੇਨੇਸ਼ਨ ਨੂੰ ਐਂਡ 'ਚ ਲੈ ਗਏ। ਇਦਾਂ ਦੀਆਂ ਚੀਜ਼ਾਂ ਨੂੰ ਅਸੀਂ ਅਵੋਇਡ ਕਰਨਾ। ਤੁਸੀਂ ਸਟਰਕਚਰ 'ਚ ਬਹੁਤ ਅੱਛਾ ਸਕੋਰ ਲੈ ਸਕਦੇ ਹੋ ਜੇ ਅਸੀਂ ਤੁਹਾਨੂੰ ਜਿਹੜਾ ਸਟਰਕਚਰ ਦਿੰਨੇ ਆ ਤੁਸੀਂ ਉਹਨੂੰ 100% ਫੋਲੋ ਕਰਨਾ ਸਟਾਰਟ ਕਰ ਦੋ ਤਾਂ ਤੁਸੀਂ ਇਹਦੇ 9 'ਚ ਬਹੁਤ ਅੱਛਾ ਸਕੋਰ ਗੈਟ ਕਰੋਗੇ। ਸੀਸੀ ਵੀ ਕਹਿੰਦੇ ਆ ਅਸੀਂ ਇਹਨੂੰ। ਥਰਡ ਨੰਬਰ ਤੇ ਆ ਗਿਆ ਆਪਣਾ ਵੋਕੈਬੁਲਰੀ। ਇਹਨੂੰ ਲੈਕਸੀਕਲ ਰਿਸੋਰਸਿਸ ਵੀ ਕਹਿ ਦਿੰਦੇ ਹੁੰਦੇ। ਤੁਹਾਨੂੰ ਥੋੜੀ ਔਖੀ ਭਾਸ਼ਾ ਦੱਸਾਂ, ਲੈਕਸੀਕਲ ਰਿਸੋਰਸ, ਇਹਦੇ ਵੀ 9 ਬੈਂਡ ਨੇ। ਹਾਂਜੀ ਲੈਕਸੀਕਲ ਰਿਸੋਰਸਿਸ ਕੀ ਹੁੰਦੇ ਆ ਕਿ ਜਿੱਦਾਂ ਆਪਾਂ ਤੁਹਾਨੂੰ ਕਹਿੰਦੇ ਆ ਨਾ ਕਿ ਸਿਨੋਨੀਮਸ ਦਾ ਯੂਜ਼ ਕਰੋ। ਜਿਵੇਂ ਤੁਸੀਂ ਟਾਸਕ ਸਟੇਟਮੈਂਟ ਵਿੱਚ ਲਿਖਤਾ ਗਵਰਨਮੈਂਟ ਲਿਖਤਾ ਤਾਂ ਤੁਸੀਂ ਕੀ ਕਰੋ, ਜਦੋਂ ਐਕਸਪਲੇਨ ਕਰੋਗੇ ਤਾਂ ਉਹਨੂੰ ਕੀ ਕਰੋ, ਤੁਸੀਂ ਲਾਅ ਮੇਕਰ ਯੂਜ਼ ਕਰੋ ਜਾਂ ਤੁਸੀਂ ਉਹਨੂੰ ਅਥਾਰਟੀ ਲਿਖੋ। ਲੈਕਸੀਕਲ ਰਿਸੋਰਸਿਸ ਦਾ ਮਤਲਬ ਕੀ ਹੋ ਗਿਆ ਕਿ ਤੁਸੀਂ ਕਿੰਨੇ ਤਰ੍ਹਾਂ ਦੇ ਵਰਡਸ ਨੂੰ ਯੂਜ਼ ਕਰਦੇ ਹੋ। ਠੀਕ ਹੈ, ਸੋ ਜਿਵੇਂ ਆਪਾਂ ਪਲੇਜਰ ਲਿਖਿਆ ਸੀ, ਉਸ ਤੋਂ ਬਾਅਦ ਆਪਾਂ ਬਾਅਦ ਚੋਂ ਲਿਖਤਾ ਸੈਂਸ ਆਫ ਫੁਲਫਿਲਮੈਂਟ, ਉਹ ਕੀ ਹੋ ਗਏ ਸਾਡੇ ਲੈਕਸੀਕਲ ਰਿਸੋਰਸਿਸ ਹੋ ਗਏ। ਇੱਕ ਵਾਰ ਲਿਖਤਾ ਗਵਰਨਮੈਂਟ, ਅਗਲੀ ਵਾਰ ਗਵਰਨਮੈਂਟ ਦੀ ਜਗ੍ਹਾ ਲਿਖਤਾ ਅਥਾਰਟੀ, ਅਗਲੀ ਵਾਰ ਲਿਖਤਾ ਲਾਅ ਮੇਕਰ, ਅਗਲੀ ਵਾਰ ਲਿਖਤਾ ਰਿਜ਼ਾਈਨ। ਜੇ ਤੁਸੀਂ ਸਾਰੇ ਐਸੇ ਚ ਬਾਰ-ਬਾਰ ਗਵਰਨਮੈਂਟ 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 ਗਵਰਨਮੈਂਟ, ਫਿਰ ਤੁਹਾਡੀ ਵੋਕੈਬੁਲਰੀ ਥੋੜੀ ਹੈ। ਤਾਂ ਇਸ ਕਰਕੇ ਕਿ ਇੱਕ ਵਰਡ ਨੂੰ ਕਿੰਨੇ ਤਰ੍ਹਾਂ ਨਾਲ ਚੇਂਜ ਕਰਕੇ ਲਿਖ ਸਕਦੇ ਹੋ ਤੁਸੀਂ, that is called a lexical resources। ਤੇ ਲਾਸਟ ਹੈ ਗਿਆ that is called a grammar। ਇਹਨੂੰ grammatical range ਵੀ ਕਹਿੰਦੇ ਨੇ ਹੈ, ਇਹਦਾ ਵੀ ਹੈ 9। ਚੱਲੇ ਬਾਕੀ ਹਾਂਜੀ ਗ੍ਰਾਮਰ ਦੇ ਵਿੱਚ ਤੁਹਾਨੂੰ ਕਲੀਅਰ ਹੋਏਗਾ ਕਿ ਤੁਹਾਡੀ ਜੋ ਗ੍ਰਾਮਰ ਕਿੱਦਾਂ ਦੀ ਆ ਤੁਹਾਡੀ, ਹਨਾ। ਤੁਸੀਂ ਨਾ ਇਹਦੇ ਵਿੱਚ ਇੱਕ ਚੀਜ਼ ਕਰ ਸਕਦੇ ਹੋ, ਵੱਖਰੇ ਵੱਖਰੇ ਤਰ੍ਹਾਂ ਦੇ ਸੈਂਟੈਂਸਿਸ ਬਣਾ ਕੇ ਦਿਖਾਓ। ਕਦੀ ਐਕਟਿਵ ਚ ਲਿਖੋ, ਪੈਸਿਵ ਚ ਲਿਖੋ। ਤੁਹਾਡੀ ਗ੍ਰਾਮਰ ਦੇ ਵਿੱਚ ਕੋਈ ਗਲਤੀ ਨਾ ਹੋਵੇ ਤਾਂ ਤੁਸੀਂ ਇਹਦੇ ਚੋਂ ਵੀ ਬਹੁਤ ਅੱਛਾ ਸਕੋਰ ਗੈਟ ਕਰ ਲਓਗੇ। ਠੀਕ ਹੈ, ਸੋ ਤੁਹਾਨੂੰ ਪਤਾ ਹੋਣਾ ਚਾਹੀਦਾ ਤੁਸੀਂ ਪਾਸਟ ਵਿੱਚ ਗੱਲ ਕਰ ਰਹੇ ਹੋ, ਤੁਸੀਂ ਪ੍ਰੈਜ਼ੈਂਟ ਚ ਗੱਲ ਕਰ ਰਹੇ ਹੋ, ਕਿਵੇਂ ਕਿਵੇਂ ਤੁਸੀਂ ਗ੍ਰਾਮਰ ਦਾ ਯੂਜ਼ ਕਰ ਰਹੇ ਹੋ, ਉਹ ਵੀ ਚੀਜ਼ਾਂ ਇੰਪੋਰਟੈਂਟ ਹੁੰਦੀਆਂ ਨੇ। ਇਹ 4 ਚੀਜ਼ਾਂ ਨੇ ਪੂਰੇ ਰਾਈਟਿੰਗ ਵਿੱਚ ਜਿਹੜੀਆਂ ਤੁਹਾਡੇ ਮਤਲਬ ਕੀ ਸਕੋਰ ਲਾਉਂਗੇ, ਉਹ ਇਹਨਾਂ ਚੀਜ਼ਾਂ 4 ਚੀਜ਼ਾਂ ਤੇ ਮੈਟਰ ਕਰਦਾ ਹੈ ਕਿ ਕਿੰਨਾ ਤੁਸੀਂ ਗੈਟ ਕਰ ਸਕਦੇ ਹੋ। ਚਲੋ ਜੀ, ਉਮੀਦ ਹੈ ਕਿ ਤੁਹਾਨੂੰ ਇਹ 4 ਚੀਜ਼ਾਂ ਬਾਰੇ ਤਾਂ ਪਤਾ ਲੱਗ ਗਿਆ ਹੋਣਾ। ਹੁਣ ਤੁਹਾਨੂੰ ਇਹ ਵੀ ਪਤਾ ਲੱਗ ਗਿਆ ਹੋਣਾ ਕਿ ਤੁਸੀਂ ਕਿੰਨੇ ਕੁ ਪਾਣੀ ਚੋਂ ਕਿੰਨਾ ਕਿੰਨਾ ਚ। ਕਹਿਣ ਦਾ ਮਤਲਬ ਇਹ ਹੈ ਕਿ ਤੁਹਾਡੀ ਗ੍ਰਾਮਰ ਅੱਛੀ ਹੈ ਕਿ ਨਹੀਂ ਹੈ, ਤੁਹਾਡੇ ਕੋਲੇ ਵੋਕੈਬੁਲਰੀ ਹੈ ਕਿ ਨਹੀਂ ਹੈ, ਤੁਹਾਡੇ ਕੋਲੇ ਸਟਰਕਚਰ ਲਿਖਣ ਦਾ ਹੈ ਕਿ ਨਹੀਂ ਹੈ। ਐਸੇ ਪੜ੍ਹੀ ਇਹ ਬੱਚੇ ਨੇ ਕਲੀਅਰ ਕਰਨਾ। ਹਾਂਜੀ ਦੇਖੋ ਮੈਂ ਕਰਕੇ ਹੁਣ ਇਹ ਦੱਸ ਤੁਸੀਂ ਪੜ੍ਹ ਲਓ, ਠੀਕ ਹੈ। ਟਾਸਕ ਰਿਸਪੌਂਸ ਹੈਗਾ ਕਿ ਨਹੀਂ ਹੈਗਾ। ਜਦੋਂ ਰਾਈਟਿੰਗ ਦੇ ਵਿੱਚੋਂ ਐਗਜ਼ਾਮੀਨਰ ਚੈੱਕ ਕਰੂਗਾ, ਉਹਨੇ ਸਾਰਾ ਐਸੇ ਪੜ੍ਹ ਕੇ ਦੇਖਿਆ ਵੀ ਯਾਰ ਇਹਨੇ BP1 ਚ ਤਾਂ ਗੱਲ ਕਰਤੀ ਸਹੀ, BP2 ਚ ਤਾਂ ਕੋਈ ਹੋਰੇ ਗੱਲ ਕਰਤੀ, ਮੈਂ ਤਾਂ 9 ਚੋਂ 6 ਦੇਤੇ। ਫਿਰ ਉਹਨੇ ਦੇਖਿਆ ਵੀ ਸਟਰਕਚਰ ਵੈਰੀ ਗੁੱਡ ਯਾਰ, 9 ਚੋਂ 9 ਸਟਰਕਚਰ ਬਹੁਤ ਸੋਹਣੇ ਦਾ। ਫਿਰ ਉਹਨੇ ਦੇਖਿਆ ਕਿ ਲੈਕਸੀਕਲ ਰਿਸੋਰਸਿਸ, ਗ੍ਰਾਮਰ ਆ ਜਿਹੜੇ ਇਹਦੇ ਵੋਕੈਬੁਲਰੀ ਹੈ, ਕੁਝ ਕੁ ਜਗ੍ਹਾ ਤੇ ਨੇ ਸਹੀ ਲਿਖੀ ਤੇ ਕੁਝ ਕੁ ਜਗ੍ਹਾ ਤੇ ਸੇਮ ਵਰਡ ਨੂੰ ਰਿਪੀਟ ਕਰਤਾ, ਉਹਨੇ 7 ਦੇਤਾ। ਗ੍ਰਾਮਰ ਚੋਂ ਮਿਸਟੇਕ ਬਹੁਤ ਜ਼ਿਆਦਾ ਸੀਗੀਆਂ, ਉਹਨੇ 5 ਦੇਤਾ ਮੰਨ ਲਓ। ਫਿਰ ਉਹ ਕੀ ਕਰੂਗਾ, ਕੈਲਕੂਲੇਟਰ ਚੱਕੇਗਾ, 6 + 9 + 7 + 5
डिवाइड बाय 4, 6.75 आ गया ਤਾਂ ਮਤਲਬ ਕਿ ਸਕੋਰ 7 ਹੋ ਗਿਆ ਹੈ ਨਾ। ਹਾਂ ਤਾਂ ਤੁਹਾਡਾ ਰਾਈਟਿੰਗ ਹੈ ਜਿਹੜਾ ਉਹ ਇਹਨਾਂ ਨੂੰ ਜੋੜ ਕੇ ਤੁਹਾਨੂੰ 7 ਬੈਂਡ ਨੇ ਜਿਹੜੇ ਉਹ ਪੇਪਰ ਦੇ ਵਿੱਚੋਂ ਰਾਈਟਿੰਗ ਦੇ ਵਿੱਚੋਂ ਮਿਲ ਗਏ। ਇਹ ਟਾਸਕ 1 ਤੇ ਟਾਸਕ 2 ਦੋਨਾਂ ਨੂੰ ਜੋੜ ਕੇ ਕਰਦੇ ਆ। ਵੈਰੀ ਫਾਈਨ, 4 ਚੀਜ਼ਾਂ ਦੱਸਦੀਆਂ। ਹੁਣ ਬਣਾ ਲਓ ਕਿ ਕੀਤੇ ਕਮਾਂਡ ਹੈਗੀ ਆ ਕੀਤੇ ਨਹੀਂ ਹੈਗੀ, ਮਰਜ਼ੀ ਤੁਹਾਡੀ ਆ। ਉਮੀਦ ਆ ਵਧੀਆ ਤਰੀਕੇ ਨਾਲ ਸਮਝੇ ਹੋਵੋਗੇ। ਤੇ ਰਹੀ ਗੱਲ ਆਪਣੇ ਇੱਕ ਟੌਪਿਕ ਪੁੱਛਿਆ ਸੀ ਤੁਸੀਂ, ਜਿਨ੍ਹਾਂ ਨੇ ਬਹੁਤ ਬੱਚੇ ਨੇ ਮੈਸੇਜ ਕਰਿਆ ਨਾ, ਉਹ ਕਲੀਅਰ ਕਰੀਏ। ਹਾਂਜੀ, ਉਹਦੇ ਵਿੱਚ ਕੀ ਸੀਗਾ, ਇੱਕ ਸਟੂਡੈਂਟ ਨੇ ਟੌਪਿਕ ਭੇਜਿਆ ਸੀਗਾ ਕਿ ਕੁਝ ਲੋਕ ਸੋਚਦੇ ਆ ਕਿ ਬੱਚਿਆਂ ਨੂੰ ਹੋਮ ਸਕੂਲਿੰਗ ਦੀ ਲੋੜ ਹੁੰਦੀ ਹੈ ਜਦੋਂ ਛੋਟੇ ਹੁੰਦੇ ਆ। ਕੁਝ ਲੋਕ ਸੋਚਦੇ ਆ ਕਿ ਨਹੀਂ ਹੋਮ ਸਕੂਲਿੰਗ ਨਹੀਂ, ਉਹਨਾਂ ਨੂੰ ਕਿੰਡਰਗਾਰਟਨ ਜਾਣਾ ਚਾਹੀਦਾ। ਤੁਹਾਨੂੰ ਪਿਛਲੇ 1-2 ਦਿਨ ਪਹਿਲਾਂ ਤੁਹਾਨੂੰ ਇਹ ਕੁਐਸਚਨ ਮਿਲਿਆ ਸੀਗਾ। ਉਸ ਤੋਂ ਬਾਅਦ ਉਹਨਾਂ ਨੇ ਕੀ ਕਿਹਾ ਸੀਗਾ ਕਿ ਤੁਸੀਂ ਇਹਨਾਂ ਚੋਂ ਕਿਹੜਾ ਪ੍ਰੈਫਰ ਕਰਦੇ ਹੋ, ਹਨਾ। ਸੋ ਸਟੂਡੈਂਟ ਨੂੰ ਡਾਊਟ ਸੀਗਾ ਕਿ ਮੈਂ ਦੋਨਾਂ ਦੀ ਗੱਲ ਕਰਨੀ ਆ ਕਿ ਨਹੀਂ। ਇਹਦੇ ਚ ਤੁਸੀਂ ਇੱਕ ਦੀ ਫੇਵਰ ਚ ਜਾਣਾ ਹੈ ਤੁਸੀਂ, ਠੀਕ ਹੈ, ਜਾਂ ਤੁਸੀਂ ਇਹ ਕਹਿਣਾ ਹੈ ਕਿ ਨਹੀਂ ਮੈਨੂੰ ਇਦਾਂ ਲੱਗਦਾ ਕਿ ਹੋਮ ਸਕੂਲਿੰਗ ਦੇ ਜਾਣਾ ਚਾਹੀਦਾ। ਮੰਨ ਲਓ ਤੁਸੀਂ ਇਹ ਕਹਤਾ ਵੀ ਹੋਮ ਸਕੂਲਿੰਗ ਠੀਕ ਆ, ਜਾਂ ਤੁਸੀਂ ਕਹਤਾ ਕਿੰਡਰਗਾਰਟਨ ਠੀਕ ਹੈ, ਦੋਨਾਂ ਚੋਂ ਇੱਕ ਚੂਜ਼ ਕਰ ਲਓ। ਜਿਵੇਂ ਕਿ ਤੁਸੀਂ ਕਿੰਡਰਗਾਰਟਨ ਚੂਜ਼ ਕਰ ਲਿਆ, ਫਿਰ ਤੁਸੀਂ ਕੀ ਕਰੋਗੇ, BP 1 ਦੇ ਵਿੱਚ ਵੀ ਕਿੰਡਰਗਾਰਟਨ ਦਾ ਫਾਇਦਾ ਦੱਸੋਗੇ, BP 2 ਵਿੱਚ ਵੀ ਕਿੰਡਰਗਾਰਟਨ ਦਾ ਹੀ ਫਾਇਦਾ ਦੱਸੋਗੇ ਕਿ ਜਿਹੜੇ ਬੱਚੇ ਛੋਟੇ ਸਕੂਲਾਂ 'ਚ ਜਾਂਦੇ ਆ, ਪਲੇਵੇ ਵਗੈਰਾ, ਜਿਵੇਂ ਉਹਨਾਂ ਨੂੰ ਕੀ ਬੈਨੀਫਿਟ ਹੁੰਦਾ, ਉਹ ਕਿਉਂ ਜਾਣਾ ਚਾਹੀਦਾ ਉਹਨਾਂ ਨੂੰ, ਠੀਕ ਹੈ। ਉਹਦੇ 2 ਰੀਜ਼ਨਸ ਆਪਾਂ ਦੇ ਦਾਂਗੇ। ਕਲੀਅਰ? ਜਿਵੇਂ ਉਹ ਹੁੰਦਾ ਨਾ ਟਾਈਪ ਡੂ ਯੂ ਅਗਰੀ ਔਰ ਡਿਸਅਗਰੀ, ਇਹਨੂੰ ਉਸ ਤਰੀਕੇ ਨਾਲ ਲਿਖਣਾ ਇਸ ਟੌਪਿਕ ਨੂੰ। ਇਦਾਂ ਕੰਫਿਊਜ਼ ਨਾ ਹੋਇਆ ਕਰੋ, ਸਿੰਪਲ ਆ ਬਿਲਕੁਲ। ਲਾਸਟ ਜਿਹੜਾ ਕੁਐਸਚਨ ਬਚਦਾ ਤੁਹਾਡੇ ਕੋਲੋਂ, ਪਹਿਲਾਂ ਸਟੇਟਮੈਂਟ ਨੂੰ ਅੱਛੀ ਤਰ੍ਹਾਂ ਸਮਝੋ, ਸਟੇਟਮੈਂਟ ਕਹਿ ਕੀ ਰਹੀ ਆ। ਐਂਡ ਦੇ ਵਿੱਚ ਜੋ ਲਾਸਟ ਕੁਐਸਚਨ ਆ ਉਹਨੂੰ ਅੱਛੀ ਤਰ੍ਹਾਂ ਪੜ੍ਹਨਾ ਬਹੁਤ ਜ਼ਰੂਰੀ ਆ, ਕਿਉਂਕਿ ਉਹੀ ਤੁਹਾਨੂੰ ਦੱਸੂਗਾ ਨਾ ਕਿ BPs 'ਚ ਤੁਸੀਂ ਲਿਖਣਾ ਕੀ ਆ। ਉਹਨੇ ਤੁਹਾਨੂੰ ਕਿਹਾ ਹੀ ਇਹ ਸੀ ਕਿ ਇੱਕ ਚੂਜ਼ ਕਰ ਲਓ, ਫਿਰ ਤੁਸੀਂ ਇੱਕ ਹੀ ਚੂਜ਼ ਕਰਨਾ ਸੀਗਾ ਦੋਨਾਂ ਚੋਂ ਇੱਕ। ਜਾਂ ਤੁਹਾਨੂੰ ਲੱਗਦਾ ਕਿ ਨਹੀਂ ਹੋਮ ਸਕੂਲਿੰਗ ਬੈਸਟ ਆ, ਜਾਂ ਤੁਹਾਨੂੰ ਲੱਗਦਾ ਕਿੰਡਰਗਾਰਟਨ ਬੈਸਟ ਆ, ਇੱਕ ਚੂਜ਼ ਕਰੋ। ਜਿਹੜਾ ਚੂਜ਼ ਕਰੋਗੇ ਉਹਦੇ 2 ਆਈਡੀਆਜ਼ ਦੇ ਦਿਓ, ਦੈਟਸ ਇਟ। ਮੈਂ ਦੋਨੋਂ ਲਿਖਤੇ ਸੀ। ਦੋਨੋਂ ਨਾ ਕਰੋ ਨਾ, ਉਹਨਾਂ ਨੇ ਕਿਹਾ ਹੀ ਇਹ ਸੀਗਾ ਕਿ ਤੁਸੀਂ ਕਿਹੜਾ ਪ੍ਰੈਫਰ ਕਰਦੇ ਹੋ। ਤਾਂ ਫਿਰ ਆਪਾਂ ਇਹ ਤਾਂ ਨਹੀਂ ਕਹਾਂਗੇ ਕਿ ਮੈਂ ਦੋਨੋਂ ਹੀ ਪ੍ਰੈਫਰ ਕਰਦਾ, ਜਦੋਂ ਉਹਨੇ ਕਹਿ ਹੀ ਦਿੱਤਾ ਕਿ ਕਿਹੜਾ ਕਰਦੇ ਹੋ, ਫਿਰ ਆਪਾਂ ਇੱਕ ਕਰ ਲਓ ਤੁਸੀਂ। ਸੋ ਆਪਾਂ ਇੱਕ ਕੰਮ ਕਰਦੇ ਆਂ, ਆਪਣਾ ਰਾਈਟਿੰਗ ਦਾ ਜੋ ਆ ਉਹ ਆਪਾਂ ਇਹਨੂੰ ਇੱਥੇ ਸਮੇਟਦੇ ਆਂ। ਹੁਣ ਰਾਈਟਿੰਗ ਨੂੰ ਆਪਾਂ ਥੋੜਾ ਜ਼ਿਆਦਾ ਲੰਬਾ ਨਹੀਂ ਲੈ ਕੇ ਜਾਂਦੇ, ਰਾਈਟਿੰਗ ਨੂੰ ਆਪਾਂ ਇੱਥੇ ਸਮੇਟਦੇ ਆਂ, ਠੀਕ ਆ। ਸੋ ਇਹ ਰਾਈਟਿੰਗ ਦੀ ਕਲਾਸ ਦਿੱਤੀ ਆ ਮੈਂ ਤੁਹਾਨੂੰ, ਤੇ ਅੱਜ ਮੈਂ ਕੀ ਕਰੂੰਗਾ, ਹਾਂ ਐਕਟਿਵ ਪੈਸਿਵ ਕਰਾ ਦੂੰਗਾ। ਉਹ ਗ੍ਰਾਮਰ ਪੋਰਸ਼ਨ ਹੈਗਾ, ਤੇ ਮੈਂ ਤੁਹਾਨੂੰ ਦੱਸਾਂ, 1 ਮਿੰਟ, ਇਹਨੂੰ ਪਹਿਲਾਂ ਲੈਕਚਰ ਨੂੰ ਬੰਦ ਕਰਦੇ ਆਂ। ਇਹ ਵੀਡੀਓ ਇਸ ਟਾਈਮ ਇੱਥੇ ਸਟਾਪ ਹੈ।